ਹੁੰਦੀਆਂ ਰਹਿਣ ਲੱਖ ਸਿਆਸਤਾਂ ਭਾਵੇਂ ਹਰ ਲੜਾਈ ਵਿੱਚ ਹਿੰਦੂ ਸਿੱਖ ਤੇ ਮੁਸਲਮਾਨ ਹੈ। ਜੀ ਭਰ ਕੇ ਵੇਖੋ ਆਦਮੀ ਨੂੰ, ਉਹ ਅੱਜ ਵੀ ਸਿਰਫ ਇਨਸਾਨ ਹੈ। ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਸਲਮਾਨਾਂ ਦੇ ਨਾਲ ਕੀ ਸੰਬੰਧ ਰਿਹਾ ਹੈ ਤੇ ਮੁਸਲਮਾਨ ਕਿਸ ਤਰੀਕੇ ਦੇ ਨਾਲ ਦਸਮ ਪਾਤਸ਼ਾਹ ਨੂੰ ਦੇਖਦੇ ਰਹੇ ਨੇ। ਕਹਿੰਦੇ ਸੀ ਕਿ ਉਸ ਟਾਈਮ ਤੇ ਜਿਹੜੇ ਮੁਗਲ ਸ਼ਾਸਕ ਸੀਗੇ ਉਹ ਇਹ ਚਾਹੁੰਦੇ ਸੀ ਕਿ ਹਰ ਕੋਈ ਮੁਸਲਮਾਨ ਦਿਖੇ, ਹਰ ਬੰਦਾ ਹੀ ਸਾਨੂੰ ਮੁਸਲਮਾਨ ਚਾਹੀਦਾ ਹੈ, ਉਹ ਕਿਤੇ ਵੀ ਸਿੱਖ ਨਹੀਂ ਹੋਣਾ ਚਾਹੀਦਾ ਜਾਂ ਕੋਈ ਵੀ ਹਿੰਦੂ ਨਹੀਂ ਹੋਣਾ ਚਾਹੀਦਾ, ਤਾਂ ਉਹ ਸਾਨੂੰ ਮੁਸਲਮਾਨ ਦਿਖੇ। ਤਾਂ ਫਿਰ ਇਹ ਤਾਂ ਕਿਤੇ ਨਾ ਕਿਤੇ ਗਲਤ ਸੀ। ਪਵਿੱਤਰ ਕੁਰਾਨ ਇੱਕ ਮੁਸਲਮਾਨ ਲਈ ਫਾਈਨਲ ਅਥਾਰਟੀ ਹੈ। ਇਹ ਸੰਵਿਧਾਨ ਹੈ, ਜਿਹੜਾ ਇਸ ਸੰਵਿਧਾਨ ਦੀ ਪਾਲਣਾ ਕਰਦਾ ਉਹ ਸੱਚਾ ਮੁਸਲਮਾਨ ਹੈ। ਜਿਹੜਾ ਇਸ ਨੂੰ ਤੋੜਦਾ ਹੈ, ਇਹਦੀ ਉਲੰਘਣਾ ਕਰਦਾ ਹੈ, ਉਹ ਮੁਜਰਮ ਹੈ, ਚਾਹੇ ਉਹ ਕਿਸੇ ਮੁਲਕ ਦਾ ਬਾਦਸ਼ਾਹ ਹੋਵੇ ਜਾਂ ਕੋਈ ਕਾਜ਼ੀ ਹੋਵੇ ਜਾਂ ਕੋਈ ਧਾਰਮਿਕ ਵਿਦਵਾਨ ਹੋਵੇ। ਇਸਲਾਮ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਅਤੇ ਇਸਲਾਮ ਵਿੱਚ ਜ਼ੋਰ ਜ਼ਬਰਦਸਤੀ ਕੋਈ ਜਗ੍ਹਾ ਹੀ ਨਹੀਂ ਹੈ। ਹੁਣ ਅਗਰ ਔਰੰਗਜ਼ੇਬ ਜਾਂ ਔਰੰਗਜ਼ੇਬ ਦੇ ਬਾਪ ਵੀ ਇਹ ਕੰਮ ਕਰਦਾ ਹੈ ਤਾਂ ਉਹ ਤਾਂ ਮੁਜਰਮ ਹੈ। ਇਹ ਹੁਣ ਤੁਸੀਂ ਦੇਖੋ, ਜੇ ਕੋਈ ਬਾਦਸ਼ਾਹ ਔਰੰਗਜ਼ੇਬ ਜਾਂ ਕੋਈ ਦੂਸਰਾ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਵੀ ਕਰਦਾ, ਤਲਵਾਰ ਰੱਖ ਕੇ ਉਹਦੀ ਗਰਦਨ 'ਤੇ ਜਾਂ ਗਨ ਪੁਆਇੰਟ 'ਤੇ, ਤਾਂ ਉਹ ਧੱਕੇ ਨਾਲ ਤਾਂ ਮੁਸਲਮਾਨ ਬਣ ਹੀ ਨਹੀਂ ਸਕਦਾ। ਅਤੇ ਫਿਰ ਉਹ ਮੁਸਲਮਾਨ ਬਣਾਉਣ ਦਾ ਫਾਇਦਾ ਹੀ ਕੀ। ਵਜ਼ੀਰ ਖਾਨ ਨੇ ਇੰਨੀ ਵੱਡੀ ਗਲਤੀ ਕੀਤੀ ਹੈ ਜੋ ਅਸੀਂ ਕਦੇ ਮਾਫੀ ਦੇ ਯੋਗ ਨਹੀਂ ਕਹਿ ਸਕਦੇ। ਬਿਲਕੁਲ ਸਹੀ ਹੈ। ਗੁਰਬਾਣੀ ਵੀ ਕਹਿੰਦੀ ਹੈ ਵੀ ਤੁਸੀਂ ਇੱਕ ਬੰਦੇ ਦੀ ਕੀਤੇ ਜੁਰਮ ਦੀ ਸਜ਼ਾ ਦੂਸਰੇ ਨੂੰ ਨਹੀਂ ਦੇ ਸਕਦੇ। ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ 5ਵਾਂ ਅੰਗ 407 'ਤੇ ਗੁਰੂ ਸਾਹਿਬ ਦਾ ਫਰਮਾਨ ਹੈ, ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਕਰੇ ਕੋਈ ਭਰੇ ਕੋਈ। ਇਹ ਗੱਲ ਨਿਆਂਪੂਰਵਕ ਨਹੀਂ ਕੀਤੀ ਜਾ ਸਕਦੀ। ਅਤੇ ਹੁਣ ਗੱਲ ਕਰਦੇ ਹਾਂ ਅਸੀਂ ਪੰਜਾਬ ਦੀ, ਅੱਜ ਦੇ ਪੰਜਾਬ ਦੀ। 47 ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਦਾ ਆ ਰਿਹਾ ਹੈ, ਉਹ ਸਿੱਖ ਧਰਮ ਨਾਲ, ਸਿੱਖ ਕੌਮ ਨਾਲ ਸੰਬੰਧਿਤ ਹੁੰਦਾ ਹੈ। ਅਤੇ ਕਿੰਨੀ ਵਾਰੀ ਪੰਜਾਬ 'ਚ ਗੁਰਦੁਆਰਾ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ। ਤਾਂ ਹੁਣ ਉਸ ਬੇਅਦਬੀਆਂ ਨੂੰ ਉਹਨਾਂ ਗੁਰਦੁਆਰਾ ਸਾਹਿਬ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਨੂੰ ਅਸੀਂ ਸਿੱਖ ਧਰਮ ਨਾਲ ਨਹੀਂ ਜੋੜ ਸਕਦੇ, ਨਾ ਸਿੱਖ ਕੌਮ ਨਾਲ ਜੋੜ ਸਕਦੇ। ਹਾਲਾਂਕਿ ਸਟੇਟ ਦਾ ਮੁੱਖ ਮੰਤਰੀ ਸਿੱਖ ਧਰਮ ਨਾਲ ਸੰਬੰਧਿਤ ਹੁੰਦਾ ਹੈ। ਤਾਂ ਫਿਰ ਇਸ ਤਰ੍ਹਾਂ ਹੀ ਕਿਸੇ ਮੁਗਲ ਬਾਦਸ਼ਾਹ ਜਾਂ ਵਜ਼ੀਰ ਖਾਨ ਦੀ ਕੀਤੀ ਵਧੀਕੀ ਨੂੰ ਇਸਲਾਮ ਜਾਂ ਮੁਸਲਮਾਨ ਕੌਮ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਔਰ ਅਸੀਂ ਗੱਲ ਕਰਾਂਗੇ ਕਿ ਮੁਸਲਮਾਨਾਂ ਦਾ ਗੁਰੂ ਪਾਤਸ਼ਾਹ ਪ੍ਰਤੀ ਪ੍ਰੇਮ ਕਿਹੋ ਜਿਹਾ ਸੀਗਾ। ਦੁਸ਼ਮਣ ਲਈ ਜਾਨ ਹੀ ਦਿੱਤੀ ਜਾਂਦੀ, ਮੈਂ ਪਹਿਲਾਂ ਵੀ ਕਿਹਾ। ਜਾਨ ਉਹਦੇ ਲਈ ਦਿੱਤੀ ਜਾਂਦੀ ਜਿਹੜਾ ਆਪਾਂ ਨੂੰ ਜਾਨ ਤੋਂ ਵੱਧ ਕੇ ਪਿਆਰਾ ਹੁੰਦਾ ਹੈ। ਅਤੇ ਇਹ ਉਹ ਪਿਆਰ ਦਾ ਨਤੀਜਾ ਸੀ। ਜਿਵੇਂ ਸਿੱਖ ਸੇਵਕ 3 ਜਨਵਰੀ 1933 'ਚ ਲਿਖਦਾ ਇੱਕ ਵਿਦਵਾਨ, ਇਸੇ ਪਿਆਰ ਦੀ ਬਦੌਲਤ ਪੀਰ ਬੁੱਧੂ ਸ਼ਾਹ ਚਾਹੇ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ, ਬੇਟੇ ਪੁੱਤਰ ਜਿਗਰ ਦੇ ਟੁਕੜੇ ਹੁੰਦੇ ਨੇ, ਪੀਰ ਬੁੱਧੂ ਸ਼ਾਹ ਚਾਹੇ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਅਤੇ ਸੈਂਕੜੇ ਮੁਸਲਮਾਨ ਮੁਰੀਦਾਂ ਨੂੰ ਗੁਰੂ ਸਾਹਿਬ ਦੇ ਬਦਲੇ ਕੁਰਬਾਨ ਕਰਕੇ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਸਨ। ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਇਸਲਾਮ ਨਾਲ, ਤਾਂ ਐਸੇ ਖਤਰੇ ਦੇ ਸਮੇਂ ਗੁਰੂ ਸਾਹਿਬ ਨੂੰ ਮੁਸਲਮਾਨ ਕੋਲ ਨਹੀਂ ਰੁਕਣਾ ਚਾਹੀਦਾ ਸੀ, ਕਿਸੇ ਹਿੰਦੂ ਕੋਲ ਜਾਂ ਕਿਸੇ ਪੰਡਤ ਕੋਲ ਜਾਂ ਕਿਸੇ ਸਿੱਖ ਕੋਲ ਰੁਕਣਾ ਚਾਹੀਦਾ ਸੀ। ਲੇਕਿਨ ਉਸ ਖਤਰੇ ਦੀ ਘੜੀ ਦੇ ਸਮੇਂ ਜਦੋਂ ਚਾਰੋਂ ਪਾਸੋਂ ਫੌਜਾਂ ਘੇਰ ਰਹੀਆਂ ਸੀਆਂ, ਤਲਾਸ਼ ਕਰ ਰਹੀਆਂ, ਗੁਰੂ ਸਾਹਿਬ ਕੋਟੜਾ ਨਿਹੰਗ ਖਾਂ ਇੱਕ ਮੁਸਲਮਾਨ ਦੇ ਘਰ ਠਹਿਰਦੇ ਨੇ। ਇਹ ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਦਾ ਮੁਸਲਮਾਨਾਂ ਨਾਲ, ਇਸਲਾਮ ਨਾਲ ਕੋਈ ਟਕਰਾਓ ਹੀ ਨਹੀਂ ਸੀ। ਇਹ ਬੇਨਤੀ ਕਰਦੇ ਨੇ 10ਵੇਂ ਪਾਤਸ਼ਾਹ ਅੱਗੇ ਕਿ ਗੁਰੂ ਸਾਹਿਬ ਸਾਡੀ ਜਾਨ ਦੀ ਤਾਂ ਕੋਈ ਗੱਲ ਨਹੀਂ ਹੈ, ਲੇਕਿਨ ਸਾਡੇ ਵਰਗੇ ਤਾਂ ਨਬੀ ਖਾਂ ਗਨੀ ਖਾਂ ਬਹੁਤ ਪੈਦਾ ਹੋ ਜਾਣਗੇ, ਲੇਕਿਨ ਤੁਹਾਡੇ ਵਰਗੇ ਗੁਰੂ ਨਹੀਂ ਹੋਣੇ। ਇਸ ਲਈ ਤੁਹਾਡੀ ਸੁਰੱਖਿਆ ਬਹੁਤ ਜ਼ਰੂਰੀ ਹੈ। ਤਾਂ ਗੁਰੂ ਸਾਹਿਬ ਨਾਲ ਮਸ਼ਵਰਾ ਕਰਕੇ ਉਹ ਦੋਵੇਂ ਭਰਾ ਗੁਰੂ ਸਾਹਿਬ ਨੂੰ ਉੱਚਦਾ ਪੀਰ ਬਣਾ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਬਾਹਰ ਲੈ ਜਾਂਦੇ ਨੇ। ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਦੇ ਨੇ, ਜਿਹਦੇ 'ਚ ਲਿਖਿਆ ਕਿ ਨਬੀ ਖਾਂ ਅਤੇ ਗਨੀ ਖਾਂ ਸਾਨੂੰ ਪੁੱਤਰਾਂ ਨੂੰ ਵੱਧ ਕੇ ਪਿਆਰੇ ਨੇ, ਸਾਡਾ ਸਿੱਖ ਇਹਨਾਂ ਨੂੰ ਖਾਲੀ ਹੱਥ ਦਰਸ਼ਨ ਨਾ ਦੇਵੇ। ਉਹ ਜਾਣਦੇ ਸੀ ਇਹ ਨਾ ਇਸਲਾਮ ਨਾਲ ਲੜਾਈ ਹੈ, ਤਾਂ ਮੁਸਲਮਾਨਾਂ ਨਾਲ ਲੜਾਈ ਹੈ, ਅਤੇ ਇੱਕ ਜ਼ਾਲਮ ਹਾਕਮ ਨਾਲ ਲੜਾਈ ਹੈ। ਵਜ਼ੀਰ ਖਾਂ ਕਾਤਲ ਹੈ, ਮੈਨੇ ਕਿਹਾ, ਕਿਉਂਕਿ ਮੈਂ ਉਹਨੂੰ ਬਹੁਤ ਬੜਾ ਕਾਤਲ ਸਮਝਦਾ। ਵਜ਼ੀਰ ਖਾਂ ਨੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮੁਜਰਮ ਮਗਰੋਂ ਹੈ। ਮੈਂ ਅਕਸਰ ਕਿਹਾ, ਲੇਕਿਨ ਸਵਾਲ ਇਹ ਉੱਠਦਾ ਵੀ ਵਜ਼ੀਰ ਖਾਂ ਦੀ ਗੁਰੂ ਸਾਹਿਬ ਨਾਲ ਕੀ ਲੜਾਈ ਸੀ। ਸਾਨੂੰ ਲੋੜ ਹੈ ਉਹ ਹੱਥ ਨੂੰ ਤਲਾਸ਼ ਕਰਨ ਦੀ, ਜਿਹੜਾ ਪਿੱਛੇ ਹੱਥ ਛੁਪਿਆ ਹੋਇਆ, ਜਿਹਨੇ ਇਹ ਸਾਰਾ ਕਾਰਾ ਕਰਵਾਇਆ, ਤਾਂ ਕਿ ਲੋਕਾਂ ਸਾਹਮਣੇ ਸੱਚਾਈ ਆ ਸਕੇ। ਪਾਤਸ਼ਾਹ ਨੇ ਆਪਣੀਆਂ ਕੁਝ ਚੀਜ਼ਾਂ ਵੀ ਭੇਂਟ ਕੀਤੀਆਂ, ਬਹੁਤ ਸਾਰੇ ਮੁਸਲਮਾਨਾਂ ਨੂੰ ਦਿੱਤੀਆਂ। ਮੈਂ ਉਹਨਾਂ ਦਾ ਜ਼ਿਕਰ ਜਾਣਨਾ ਚਾਹਾਂਗੇ, ਉਹ ਕਿਹੜੇ ਕਿਹੜੇ ਮੁਸਲਮਾਨ ਨੇ। ਕਈਆਂ ਨੂੰ ਤਲਵਾਰ ਭੇਂਟ ਕੀਤੀ, ਕਈਆਂ ਨੂੰ ਆਪਣੀ ਚੋਲਾ ਬਖਸ਼ਿਸ਼ ਕੀਤੀ। ਪੀਰ ਬੁੱਧੂ ਸ਼ਾਹ ਨੂੰ ਦਿੱਤਾ ਸੀ, ਕਟਾਰ ਵੀ ਦਿੱਤੀ ਸੀ ਅਤੇ ਆਪਣੀ ਦਸਤਾਰ ਵੀ ਦਿੱਤੀ ਸੀ। ਇਸ ਤੋਂ ਬੜੀ ਤਾਂ ਕੋਈ ਚੀਜ਼ ਹੁੰਦੀ ਨਹੀਂ ਹੈ। ਅੱਧੀ ਦਸਤਾਰ ਇੱਕ ਪਿਆਰ ਦੀ ਨਿਸ਼ਾਨੀ ਸੀ, ਪਿਆਰ ਦੀ ਅੰਤ ਦੀ ਨਿਸ਼ਾਨੀ ਸੀ।
ਕੋਟਲਾ ਨਿਹੰਗ ਖਾਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੀ ਭੇਟਾਂ ਹੁਣ ਤੱਕ ਉੱਥੇ ਪਈਆਂ ਨੇ। ਤੇ ਗੁਰੂ ਸਾਹਿਬ ਨੇ ਫਿਰ ਮਲੇਰਕੋਟਲੇ ਨੂੰ ਵਰ ਵੀ ਦਿੱਤਾ ਸੀ ਸਦਾ ਬਸੇ ਰਹਿਣ ਦਾ, ਅਤੇ ਇੱਕ ਸ੍ਰੀ ਸਾਹਿਬ ਕਿਰਪਾਨ ਜਿਹੜੀ ਸੀ ਤਲਵਾਰ ਉਹ ਰਾਏ ਕਲਾਂ ਦੇ ਹੱਥੀਂ ਮਲੇਰਕੋਟਲੇ ਭੇਜੀ ਸੀ, ਅਤੇ ਅੱਜ ਤੱਕ ਵੀ ਉਹ ਨਵਾਬ ਸਾਹਿਬ ਦੇ ਘਰਾਣੇ ਚਲੀ ਆ ਰਹੀ ਹੈ ਅਤੇ ਮਲੇਰਕੋਟਲੇ ਮੌਜੂਦ ਹੈ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਅਸੀਂ ਸਿੱਖ ਧਰਮ ਦੀ ਗੱਲ ਕਰੀਏ, ਚਾਹੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ, ਚਾਹੇ ਅਸੀਂ ਮੁਸਲਮਾਨ ਧਰਮ ਦੀ ਗੱਲ ਕਰੀਏ, ਇਸ ਧਰਮ ਦੇ ਠੇਕੇਦਾਰ ਸਾਰੇ ਬਣਦੇ ਨੇ, ਪਰ ਇਹਨੂੰ ਮੰਨਦਾ ਕੋਈ ਨਹੀਂ ਹੈ, ਆਪਣੇ ਸਿਧਾਂਤਾਂ ਤੋਂ ਭਟਕ ਚੁੱਕੇ ਨੇ। ਉਸ ਧਰਮ ਦੇ ਠੇਕੇਦਾਰ ਐਸੇ ਨੇ ਜਿਹੜੇ ਆਪਣੀਆਂ ਦੁਕਾਨਦਾਰੀਆਂ ਵਾਸਤੇ ਸਾਨੂੰ ਮਿਸਗਾਈਡ ਕਰਦੇ ਨੇ, ਅਤੇ ਅਸੀਂ ਜ਼ਰੂਰਤ ਇਹ ਹੈ, ਮੈਂ ਅਕਸਰ ਕਹਿਣਾ ਸਾਡਿਆਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਸਿੱਖ ਭਰਾਵਾਂ ਨੂੰ ਵੀ ਸਾਨੂੰ ਸਿੱਖਾਂ ਨੂੰ ਗੁਰਬਾਣੀ ਨਾਲ ਡਾਇਰੈਕਟ ਜੁੜਨਾ ਚਾਹੀਦਾ। ਸਾਡੇ ਕੋਲ ਸਰੋਤ ਪੈਣ ਹੈ, ਅਸੀਂ ਡਾਇਰੈक्ट जुड़िए। उनका जो काम है वो अहले सियासत जाने, मेरा पैगाम मोहब्बत है जहाँ तक पहुँचे। ਹੁੰਦੀਆਂ ਰਹਿਣ ਲੱਖ ਸਿਆਸਤਾਂ ਭਾਵੇਂ, ਹਰ ਲੜਾਈ ਵਿੱਚ ਹਿੰਦੂ ਸਿੱਖ ਤੇ ਮੁਸਲਮਾਨ ਹੈ। ਜੀ ਭਰ ਕੇ ਵੇਖੋ ਆਦਮੀ ਨੂੰ, ਉਹ ਅੱਜ ਵੀ ਸਿਰਫ ਇਨਸਾਨ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਮਨਦੀਪ ਕੌਰ ਸੰਧੂ। ਅੱਜ ਅਸੀਂ ਜ਼ਿਕਰ ਕਰਾਂਗੇ ਗੁਰੂ ਪਾਤਸ਼ਾਹ यानी कि दसम पातशाह साहिब श्री गुरु गोबिंद सिंह जी का मुसलमानों के नाल की संबंध रहा है, तो मुसलमान किस तरीके दे नाल दसम पातशाह नूं देखते रहे ने। अक्सर जदों असीं भी किसी मुसलमान नूं वीर नूं देखते हैं तो साडे मनां दे विच बड़े सवाल उठते ने, तां उन्हां सवालों के जवाब जानन दे लई ते अज असीं मलेरकोटला दे विच मौजूद हां, ते जिथे असीं डॉक्टर नासिर अख्तर हुणां दे नाल गल्लां बातां करांगे। वो सिख चिंतक ने, वो इंसानियत की गल करते हैं, वो सांझीवालता की गल करते हैं, वो भाईचारक की गल करते हैं। कहते हैं कि एक बार सानू आके तो मिलो, थानू मुहब्बत नाल भर देवांगे। तो किस तरीके नाल गुरु पातशाह के संबंध किहो जे रहे ने, हाल उन्होंने जन्म तो लैके मुसलमानों के नाल किहो जिहा संबंध रहा है। तो सब तो पहला स्वागत करांगे डॉक्टर साहब का। तो प्रो पंजाब टीवी तो स्वागत है जी। सत श्री अकाल। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਮੈਂ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਕਿ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਆਪਣੇ ਚੈਨਲ ਦੇ ਥਰੂ ਮੌਕਾ ਦਿੱਤਾ ਔਰ ਆਪਣੀ ਗੱਲ ਦਰਸ਼ਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ। डॉक्टर साहब, हमेशा तुसी सांझीवालता की गल करते हो, हमेशा इंसानियत की गल करते हो, तुसी कहते हो कि जात पात है ही नहीं है, ये असी आपस में ही असी लोगों ने नाम दिते ने, ये हिंदू है, सिख है, मुसलमान है। गुरु पातशाह तो इको सानू शब्द दे के गए ने कि मानस की जात सब एक पहचान वो। सो तुसी किस नज़र दे नाल देखते हो? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਸੱਚੇ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਨਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਉਸ ਸੱਚੇ ਰੱਬ ਦਾ ਆਪਣੀ ਬਾਣੀ 'ਚ ਫਰਮਾਨ ਹੈ, ਯਾ ਅਯੁਹਨ ਨਾਸੁ ਇੰਨਾ ਖਲਕਨਾकुम ਮਿਨ ਜ਼ਾਕਰਿਨ व ਉਨਸਾ, ਪਵਿੱਤਰ ਕੁਰਾਨ ਅਧਿਆਇ ਅਲ ਹੁਜਰਾਤ ਆਇਤ ਨੰਬਰ 13। ਇਹ ਲੋਕੋ, ਹੈ ਇਨਸਾਨੋ, ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਹੈ। ਇਸ ਲਈ ਜਦੋਂ ਸਾਡਾ ਪੈਦਾ ਕਰਨ ਵਾਲਾ ਇੱਕ ਹੈ, ਸਾਡੇ ਮੁੱਢਲੇ ਮਾਂ-ਬਾਪ ਇੱਕ ਨੇ ਅਤੇ ਸਾਡੀ ਮਨੁੱਖੀ ਬਰਾਦਰੀ ਇੱਕ ਹੈ, ਤਾਂ ਫਿਰ ਸਾਨੂੰ ਇੱਕ ਹੋ ਕੇ ਹੀ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਤਾਂ ਹੀ ਸਾਡਾ ਸੱਚਾ ਮਾਲਕ ਸਾਡੇ ਤੋਂ ਖੁਸ਼ ਹੋਵੇਗਾ। ਇਸੇ ਸੰਬੰਧ ਵਿੱਚ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਸਮ ਗ੍ਰੰਥ ਅਕਾਲ ਉਸਤਤ ਅੰਗ 42 ਤੇ ਫਰਮਾਨ ਹੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜੇ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ ਹੋ, ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਉਸਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ। ਇਸੇ ਹੀ ਮਕਸੂਦ ਨੂੰ ਮੁੱਖ ਰੱਖ ਕੇ ਅਸੀਂ ਇਨਸਾਨੀ ਦੀ ਗੱਲ ਕਰਦੇ ਹਾਂ, ਹਮੇਸ਼ਾ ਜੋੜਨ ਦੀ ਗੱਲ ਕਰਦੇ ਹਾਂ, ਅਤੇ ਉਸੇ ਹੀ ਮਕਸਦ ਨਾਲ ਮੈਂ ਸਿੱਖ ਲਿਟਰੇਚਰ 'ਤੇ ਕੰਮ ਕੀਤਾ ਹੈ ਪਿਛਲੇ 20 ਸਾਲ ਤੋਂ, ਤਾਂ ਕਿ ਸਾਡੇ ਵਿਚਕਾਰ ਜਿਹੜੇ ਭੈੜੇ ਲੋਕਾਂ ਨੇ, ਉਹ ਭੈੜੇ ਲੋਕ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ, ਜਿਹੜੇ ਭਰਮ ਭੁਲੇਖੇ ਪਾਏ ਨੇ, ਉਹ ਦੂਰ ਹੋ ਜਾਣ ਅਤੇ ਸਾਡੇ ਵਿਚਕਾਰ ਫਿਰ ਤੋਂ ਉਹੀ ਪ੍ਰੇਮ, ਪਿਆਰ, ਏਕਤਾ, ਮੇਲ ਜੋਲ ਪੈਦਾ ਹੋ ਜਾਵੇ ਜਿਹੜੇ ਗੁਰੂ ਸਾਹਿਬਾਨ ਦੇ ਸਮੇਂ 'ਚ ਸੀਗਾ। ਕਹਿੰਦੇ ਕਿ ਜਿੱਥੇ ਸੰਗੀਤ ਚੱਲਦਾ ਹੋਵੇ ਉੱਥੇ ਕੁਦਰਤ ਮਿਲਦੀ ਹੈ, ਜਿੱਥੇ ਪਰਮਾਤਮਾ ਦੀ ਬੰਦਗੀ ਹੁੰਦੀ ਹੋਵੇ ਉੱਥੇ ਕੁਦਰਤ ਬੜੀ ਸੋਹਣੀ ਹੁੰਦੀ ਹੈ। ਅੱਜ ਵੀ ਮੌਸਮ ਬੜਾ ਸੋਹਣਾ ਹੋਇਆ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਤਾਂ ਪਰਮਾਤਮਾ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਜ਼ਿਕਰ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਮੁਸਲਮਾਨਾਂ ਨੂੰ ਦੇਖਦਾ ਹੈ ਤਾਂ ਉਹ ਹਮੇਸ਼ਾ ਇਹ ਕਹਿੰਦਾ ਕਿ ਇਹ ਉਹ ਲੋਕ ਹੈ, ਇਹ ਉਹ ਕੌਮ ਹੈ ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ। ਤਾਂ
ਇੱਕ ਦੀ ਗਲਤੀ ਸਾਰਿਆਂ ਨੂੰ ਭੁਗਤਣੀ ਪੈ ਰਹੀ ਹੈ। ਅੱਛਾ, ਤੁਸੀਂ ਤੇ ਬੜਾ ਲੰਬਾ ਕੰਮ ਕੀਤਾ, ਤਾਂ ਕਿਸ ਤਰੀਕੇ ਦੇ ਨਾਲ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਜਿਹੜੀ ਸਾਡੀ ਕੌਮ ਹੈ, ਇਹਨਾਂ ਨੂੰ ਡਿਫੈਂਡ ਕਰਨਾ ਚਾਹੀਦਾ ਹੈ, ਸਾਨੂੰ ਰੱਖਣਾ ਚਾਹੀਦਾ ਹੈ ਕਿ ਅਸੀਂ ਉਹ ਲੋਕ ਨਹੀਂ ਹਾਂ ਕਿ ਜੋ ਵਜ਼ੀਰ ਖਾਨ ਦੇ ਆਖੇ ਲਾ ਕੇ ਸ਼ਹੀਦ ਕਰ ਦੇਣ ਵਾਲੇ ਆ, ਜਾਂ ਮੈਰੀ ਅੱਖ ਨਾਲ ਸਿੱਖਾਂ ਨੂੰ ਦੇਖਦੇ ਹਾਂ, ਅਸੀਂ ਉਹ ਲੋਕ ਵੀ ਹਾਂ ਜੋ ਨਵਾਬ ਮਲੇਰਕੋਟਲਾ ਵਰਗੇ ਨੇ। ਦੇਖੋ, ਸਭ ਤੋਂ ਬੜੀ ਗੱਲ ਇਹ ਹੈ ਵੀ ਸਾਨੂੰ ਨਾ ਇਤਿਹਾਸ ਦਾ ਇੱਕ ਰੁਖ ਹੀ ਦਿਖਾਇਆ ਗਿਆ ਹੈ, ਜਿਹੜਾ ਮਿਥਿਹਾਸਿਕ ਰੁਖ ਸੀਗਾ। ਜਿਹੜਾ ਇਤਿਹਾਸਿਕ ਰੁਖ ਸੀ ਉਹ ਜਾਣ-ਬੁੱਝ ਕੇ ਇੱਕ ਪਲਾਨਿੰਗ ਦੇ ਤਹਿਤ ਸਾਡੀਆਂ ਅੱਖਾਂ ਤੋਂ ਉਹਲੇ ਰੱਖਿਆ ਗਿਆ। ਅਤੇ ਜੇ ਅਸੀਂ ਪਹਿਲੀ ਪਾਤਸ਼ਾਹੀ ਤੋਂ ਗੱਲ ਕਰੀਏ, ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ, ਤਾਂ ਤੁਸੀਂ ਇਹ ਦੇਖੋਗੇ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸਿਰਫ ਮੁਸਲਮਾਨਾਂ ਨਾਲ ਹੀ ਪਿਆਰ ਸੀ। ਅਤੇ ਕਿਉਂਕਿ ਉਹਨਾਂ ਨੇ ਤੌਹੀਦ ਦੀ ਗੱਲ ਕੀਤੀ ਹੈ, ਇੱਕ ਰੱਬ ਦੀ ਗੱਲ ਕੀਤੀ ਹੈ, ਬਲਕਿ ਤੇ ਸਿੱਖੀ ਦੀ ਜਿਹੜੀ ਨੀਂਹ ਹੈ ਉਹ ਵੀ ਤੌਹੀਦ ਹੈ, ਅਕਾਲ ਪੁਰਖ ਦੀ ਏਕਤਾ ਹੈ। ਸਿੱਖੀ ਦੀ ਜਿਹੜੀ ਸਥਾਪਨਾ ਕੀਤੀ ਸੀ ਪਹਿਲੀ ਪਾਤਸ਼ਾਹੀ ਨੇ, ਉਹ ਅਕਾਲ ਪੁਰਖ ਦੀ ਏਕਤਾ ਦੀ ਨੀਂਹ 'ਤੇ, ਤੌਹੀਦ ਦੀ, ਰੱਬ ਇੱਕੋ ਇੱਕ ਹੈ, ਕੇਵਲ ਉਹੀ ਪੂਜਾ ਦੇ ਯੋਗ ਹੈ, ਇਸੇ ਨੀਂਹ 'ਤੇ ਇਹ ਕੀਤੀ ਸੀ। ਅਤੇ ਸਿੱਖ ਵਿਚਾਰਧਾਰਾ ਦੇ ਅਨੁਸਾਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਹੀ ਜੋਤ ਮੰਨੇ ਜਾਂਦੇ ਨੇ ਬਾਕੀ ਦੇ ਗੁਰੂ ਸਾਹਿਬਾਨ। ਹੁਣ ਜਦ ਅਸੀਂ ਪਹਿਲੀ ਪਾਤਸ਼ਾਹੀ ਨੂੰ ਦੇਖਦੇ ਹਾਂ ਤਾਂ ਉਹਨਾਂ ਦਾ ਸੰਬੰਧ ਹੀ ਮੁਸਲਮਾਨਾਂ ਨਾਲ ਰਿਹਾ। ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹਨਾਂ ਦਾ ਆਗਮਨ ਹੁੰਦਾ ਹੈ ਤਾਂ ਇੱਕ ਮੁਸਲਮਾਨ ਦਾਈ ਦੌਲਤਾ ਵੱਲੋਂ ਗੁੜਤੀ ਦਿੱਤੀ ਜਾਂਦੀ ਹੈ। ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਇੱਕ ਉਸਤਾਦ ਜਿਹੜੇ ਸੀਗੇ ਸਈਦ ਮੀਰ ਹਸਨ ਤੋਂ ਵਿੱਦਿਆ ਪ੍ਰਾਪਤ ਕਰਦੇ ਨੇ, ਅਤੇ ਭਾਈ ਮਰਦਾਨਾ ਉਹਨਾਂ ਦਾ ਸਫਰਾਂ ਦਾ ਸਾਥੀ ਰਿਹਾ। ਅਤੇ ਸ਼ੇਖ ਫਰੀਦ ਸਾਨੀ ਨਾਲ ਉਹਨਾਂ ਦਾ ਬਹੁਤ ਪਿਆਰ ਰਿਹਾ। ਅਤੇ ਉਹਨਾਂ ਦੇ ਜਦੋਂ ਇੱਕ ਵਾਰੀ ਗਲੇ ਮਿਲੇ ਤਾਂ ਉਹਨਾਂ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਸੀ। ਸਿੱਖ ਇਤਿਹਾਸ ਦੱਸਦਾ ਹੈ ਕਿ ਉਹ ਜਿਹੜਾ ਸ਼ਬਦ ਸੀਗਾ ਉਹ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 17  'ਤੇ ਹੈ। ਅਤੇ ਜਦੋਂ ਹੁਣ ਸਵਾਲ ਇਹ ਉੱਠਦਾ ਵੀ ਜਦੋਂ ਪਹਿਲੀ ਪਾਤਸ਼ਾਹੀ ਦਾ ਮੁਸਲਮਾਨਾਂ ਨਾਲ ਇੰਨਾ ਪਿਆਰ ਸੀ, 10ਵੀਂ ਪਾਤਸ਼ਾਹੀ ਜਿਹੜੇ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਜੋਤ ਮੰਨੇ ਜਾਂਦੇ ਨੇ, ਉਹ ਮੁਸਲਮਾਨਾਂ ਦੇ ਵਿਰੋਧੀ ਕਿਵੇਂ ਹੋ ਸਕਦੇ ਨੇ? ਇਹ ਉਹ ਤੀਜੇ ਹੱਥ ਦਾ ਕਮਾਲ ਹੈ ਜਿਹਨੇ ਗੁਰੂ ਸਾਹਿਬਾਨ ਤੋਂ ਚੌਖਾ ਸੁਭਾਅ ਮਗਰੋਂ ਸਾਡੇ ਇਤਿਹਾਸ ਵਿੱਚ ਰਲਗੜ ਕਰਕੇ ਸਾਡੀ ਏਕਤਾ ਅਤੇ ਮਿਲਾਪ ਨੂੰ ਅਨੇਕਤਾ ਅਤੇ ਨਫ਼ਰਤ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਜਦੋਂ ਅਸੀਂ 10ਵੀਂ ਪਾਤਸ਼ਾਹ ਦੀ ਜੀਵਨੀ 'ਤੇ ਝਾਤ ਮਾਰਦੇ ਹਾਂ ਤਾਂ 10ਵੇਂ ਪਾਤਸ਼ਾਹ ਜਿਹੜੇ ਉਸਤਾਦ ਥੇ ਮੌਲਵੀ ਪੀਰ ਮੁਹੰਮਦ ਥੇ। ਜੇ ਮੁਸਲਮਾਨਾਂ ਨਾਲ ਟਕਰਾਓ ਹੁੰਦਾ ਤਾਂ 9ਵੀਂ ਪਾਤਸ਼ਾਹੀ ਕਦੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਉਸਤਾਦ ਇੱਕ ਮੁਸਲਮਾਨ ਨੂੰ ਨਾ ਰੱਖਦੇ। ਅਕਾਲੀ ਪੱਤਰਕਾਰ 12 ਜਨਵਰੀ 1967 'ਚ ਲਿਖਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਈਦ ਪੀਰ ਮੁਹੰਮਦ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਅਰਬੀ, ਫਾਰਸੀ ਅਤੇ ਉਰਦੂ ਭਾਸ਼ਾਵਾਂ ਪੜ੍ਹੀਆਂ ਸੀ। ਅਤੇ ਗੁਰੂ ਸਾਹਿਬ ਹਮੇਸ਼ਾ ਹੀ ਸਈਦ ਪੀਰ ਮੁਹੰਮਦ ਦੀ ਹੱਦ ਤੋਂ ਜ਼ਿਆਦਾ ਇੱਜ਼ਤ ਕਰਦੇ ਰਹੇ ਅਤੇ ਉਹ ਉਹਨਾਂ ਨੂੰ ਹਮੇਸ਼ਾ ਆਪਣਾ ਉਸਤਾਦ ਸਮਝਦੇ ਰਹੇ। ਅਤੇ ਉਹ ਇਹ ਚੀਜ਼ਾਂ ਦੱਸਦੀਆਂ ਨੇ ਵੀ ਅਗਰ ਇਹ ਟਕਰਾਓ ਹੁੰਦਾ ਤਾਂ ਗੁਰੂ ਸਾਹਿਬ ਕਦੇ ਵੀ ਉਹਨੂੰ ਉਸਤਾਦ ਨਾ ਧਾਰਨ ਕਰਦੇ। ਫਿਰ ਉਸ ਤੋਂ ਬਾਅਦ ਜਦੋਂ 9-10 ਸਾਲ ਦੀ ਉਮਰ 'ਚ ਗੁਰੂ ਸਾਹਿਬ ਗੁਰੂ ਗੱਦੀ 'ਤੇ ਬੈਠਦੇ ਨੇ ਤਾਂ 1675 ਤੋਂ ਲੈ ਕੇ 1682 ਤੱਕ ਕਿਸੇ ਮੁਸਲਮਾਨ ਨਾਲ ਕੋਈ ਲੜਾਈ ਨਹੀਂ ਹੁੰਦੀ, ਕੋਈ ਟਕਰਾਓ ਨਹੀਂ ਹੁੰਦਾ। ਜਿਹੜੀ ਗੁਰੂ ਸਾਹਿਬ ਦੀ ਪਹਿਲੀ ਲੜਾਈ ਹੁੰਦੀ ਹੈ ਉਹ ਸਤੰਬਰ 1688 'ਚ ਹੁੰਦੀ ਹੈ, ਉਹ ਵੀ ਹਿੰਦੂ ਪਹਾੜੀ ਰਾਜਿਆਂ ਨਾਲ ਹੁੰਦੀ ਹੈ। ਔਰ ਉਹ ਲੜਾਈ ਜਿਹੜੀ ਸੀ ਉਹ ਧਰਮ ਦੇ ਅਸੂਲ ਦੀ ਲੜਾਈ ਸੀ, ਸਿਆਸੀ ਲੜਾਈ ਨਹੀਂ ਸੀ। ਲੇਕਿਨ ਕਿਉਂਕਿ ਉਹ ਬੜੇ ਤੇਜ਼ ਥੇ, ਉਹਨਾਂ ਨੇ ਉਸ ਮਾਰ ਖਾਧੀ, ਉਹਨਾਂ ਨੂੰ ਹਾਰ ਹੋਈ। ਅਤੇ ਉਹ ਲੜਾਈ 'ਚ ਤੁਸੀਂ ਦੇਖੋ ਇੱਕ ਪਾਸੇ ਸ਼੍ਰੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ 'ਚ ਸਿੰਘਾਂ ਦੀ ਫੌਜ ਸੀ ਭੰਗੜੀ ਦੇ ਮੈਦਾਨ 'ਚ, ਅਤੇ ਦੂਸਰੇ ਪਾਸੇ ਹਿੰਦੂ ਪਹਾੜੀ ਰਾਜਿਆਂ ਦੀ ਫੌਜ ਸੀ, ਅਤੇ ਮੁਸਲਮਾਨ ਤਾਂ ਕਿਤੇ ਹੈ ਹੀ ਨਹੀਂ ਸੀ। ਜਦੋਂ 500 ਉਦਾਸੀ ਸਾਧੂ ਜਿਹੜੇ ਗੁਰੂ ਸਾਹਿਬ ਦੀਆਂ ਰੋਟੀਆਂ 'ਤੇ ਪਲ ਕੇ ਡਾਢੇ ਮੋਟੇ ਹੋਏ ਸੀ, ਸਮੇਂ ਸਿਰ ਮੈਦਾਨ 'ਚੋਂ ਨੱਸ ਗਏ, ਤਾਂ ਜਦੋਂ ਇਹ ਖਬਰ ਪਹੁੰਚਦੀ ਹੈ ਸੰਧੌਰਾ ਸ਼ਰੀਫ ਦੇ ਪੀਰ ਬੁੱਧੂ ਸ਼ਾਹ, ਜਿਨ੍ਹਾਂ ਦਾ ਅਸਲੀ ਨਾਮ ਸ਼ੇਖ ਬਦਰੁੱਦੀਨ ਸੀ, ਉਹ ਆਪਣੇ 2000 ਮੁਸਲਮਾਨਾਂ ਮੁਰੀਦਾਂ ਨੂੰ ਲੈ ਕੇ ਮੈਦਾਨ 'ਚ ਨਿੱਤਰਦੇ ਨੇ ਗੁਰੂ ਸਾਹਿਬ ਦੀ ਹਮਾਇਤ ਲਈ, ਅਤੇ ਗੁਰੂ ਸਾਹਿਬ ਦਾ ਜ਼ੋਰਦਾਰ ਸਾਥ ਦਿੰਦੇ ਨੇ। ਅਤੇ ਇਸ ਲੜਾਈ ਵਿੱਚ ਪੀਰ ਬੁੱਧੂ ਸ਼ਾਹ ਦੇ ਘਰ ਦੇ 8 ਜੀ ਸ਼ਹੀਦ ਹੁੰਦੇ ਨੇ ਅਤੇ 700 ਮੁਸਲਮਾਨ ਵੀ ਸ਼ਹੀਦ ਹੁੰਦੇ ਨੇ। ਹੁਣ ਸਵਾਲ ਇੱਥੇ ਉੱਠਦਾ ਹੈ ਵੀ ਲੜਾਈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਸੀ, ਤਾਂ ਫਿਰ ਮੁਸਲਮਾਨਾਂ ਨੇ ਇਸ ਲੜਾਈ 'ਚ ਗੁਰੂ ਸਾਹਿਬ ਦਾ ਸਾਥ ਕਿਉਂ ਦਿੱਤਾ ਔਰ ਐਡੀਆਂ ਬੜੀਆਂ ਕੁਰਬਾਨੀਆਂ ਕਿਉਂ ਪੇਸ਼ ਕੀਤੀਆਂ? ਜੇ ਦੁਸ਼ਮਣੀ ਸੀ ਤਾਂ ਦੁਸ਼ਮਣ ਵਾਸਤੇ ਤਾਂ ਲੜਾਈ ਨਹੀਂ ਕੀਤੀ ਜਾਂਦੀ, ਦੁਸ਼ਮਣ ਵਾਸਤੇ ਤਾਂ ਦੁਸ਼ਮਣੀ ਕੀਤੀ ਜਾਂਦੀ ਹੈ। ਕੁਰਬਾਨੀਆਂ ਤਾਂ ਉਹਨਾਂ ਵਾਸਤੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਾਂ। ਅਤੇ ਗੁਰੂ ਸਾਹਿਬ ਦੀ ਇਹ ਲੜਾਈ ਜਿਹੜੀ ਇਹ ਸਿੱਧ ਕਰਦੀ ਹੈ ਕਿ ਜਿਹੜੀ ਮੁਸਲਮਾਨਾਂ ਦੀ ਗੁਰੂ ਸਾਹਿਬ ਸਿੱਖ ਧਰਮ ਜਿਹੜੀ ਸਾਂਝ ਸੀ ਉਹ ਅਕੀਦੇ ਦੀ ਸਾਂਝ ਸੀ, ਕਿਉਂਕਿ ਮੁਸਲਮਾਨ ਵੀ ਇੱਕ ਰੱਬ ਦੀ ਗੱਲ ਕਰਦੇ ਨੇ ਅਤੇ ਗੁਰੂ ਸਾਹਿਬ ਦੀ ਇੱਕ ਰੱਬ ਦੀ
ਜਿਹੜੀ ਕਿ ਉਪਾਸਨਾ ਦੇ ਪੈਗਾਮ ਦੇ ਰਹੇ थे। लेकिन ਜਿਹੜੇ ਅਨੰਦਪੁਰ ਸਾਹਿਬ ਦੇ ਉੱਪਰਲੇ ਪਹਾੜੀ ਰਾਜੇ थे ਉਹ ਅਨੇਕਾਂ ਦੀ ਗੱਲ ਕਰਦੇ थे, ਉਹ ਮੂਰਤੀ ਪੂਜਦੇ। ਕਿਉਂਕਿ ਗੁਰੂ ਸਾਹਿਬ ਨੇ ਆਪਣੀ ਜਫਰਨਾਮੇ 'ਚ ਲਿਖਿਆ ਵੀ ਹੈ, ਮਨਮ ਕੁਸ਼ਤਨਮ ਕੋਹੀਆ ਪੁਰ ਫਿਤਨ ਕਿ ਉਹ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ। ਉਹ ਕਹਿੰਦੇ ਨੇ ਕਿ ਮੇਰੀ ਪਹਾੜੀ ਰਾਜਾ ਨਾਲ ਇਸ ਕਰਕੇ ਲੜਾਈਆਂ ਸੀ ਕਿ ਉਹ ਮੂਰਤੀ ਪੂਜਕ ਸੀ ਤੇ ਮੈਂ ਮੂਰਤੀਆਂ ਨੂੰ ਤੋੜਨ ਵਾਲਾ ਸੀ। ਭਾਵ ਇਹ ਕਿ ਮੈਂ ਮੂਰਤੀ ਪੂਜਾ ਦਾ ਖੰਡਨ ਕਰਦਾ ਸੀ। ਇਸੇ ਵਾਕ ਦੀ ਵਿਆਖਿਆ ਕਰਦੇ ਹੋਏ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਗੁਰਮੁਖ ਸੁਧਾਰਕ ਪੰਨਾ ਨੰਬਰ 153 ਤੇ ਲਿਖਦੇ ਨੇ, ਇਹ ਇਸ ਵਾਕ ਦੀ व्याख्या ਕਰਦੇ हो कि मैं फसाद से भरे हुए पहाड़ियों को मारने वाला हूँ क्योंकि वो मूर्ति पूजक है और मैं मूर्तियों का तोड़ने वाला हूँ। भाव ये कि मैं मूर्ति पूजा का खंडन करता हूँ। इस कथन से साफ मालूम होता है कि गुरु साहब का पहाड़ी राजाओं के साथ नीति संबंधी कोई विवाद नहीं था, केवल धर्म के असूल पर विरोध होकर जंग हुआ। ਇਹ ਧਰਮ ਦਾ ਇੱਕ ਅਸੂਲ ਸੀ ਕਿ ਗੁਰੂ ਸਾਹਿਬ ਇੱਕ ਰੱਬ ਦਾ ਉਪਦੇਸ਼ ਦਿੰਦੇ ਥੇ ਤੇ ਪਹਾੜੀ ਰਾਜੇ ਥੇ ਉਹ ਮੂਰਤੀ ਪੂਜਕ ਥੇ, ਉਹ ਅਨੇਕਾਂ ਦੀ ਪੂਜਾ ਕਰਨ ਵਾਲੇ ਥੇ। ਤੇ ਇਸੇ ਲੜਾਈ 'ਚ ਜਦੋਂ ਪਹਾੜੀ ਰਾਜਿਆਂ ਦੀ ਹਾਰ ਹੋਈ, ਰਾਜੇ ਲਈ ਹਾਰਨਾ ਬਹੁਤ ਬੜੀ ਇੱਕ ਬੇਇੱਜ਼ਤੀ ਹੁੰਦੀ ਹੈ, ਤਾਂ ਕੁਝ ਸਮੇਂ ਬਾਅਦ ਫਿਰ ਉਹ ਚੜ੍ਹ ਕੇ ਆਏ ਗੁਰੂ ਸਾਹਿਬ 'ਤੇ, ਫਿਰ ਉਹਨਾਂ ਨੂੰ ਹਾਰ ਹੋਈ, ਫਿਰ ਚੜ੍ਹ ਕੇ ਆਏ, ਫਿਰ ਉਹ ਹਾਰ ਹੋਈ। ਉਹ ਲੜਾਈਆਂ ਹਾਰਦੇ ਰਹੇ। ਥੱਕ ਹਾਰ ਕੇ ਉਹਨਾਂ ਨੇ ਉਸ ਵੇਲੇ ਦੇ ਸੂਬੇ ਸਰਹੰਦ ਜਿਹੜਾ ਨਾਮ ਵਜ਼ੀਰ ਖਾਂ ਸੀ ਉਹਦੇ ਕੋਲੇ ਮਦਦ ਦੀ ਗੁਹਾਰ ਲਗਾਈ ਤੇ ਉਸ ਨੂੰ 20,000 ਰੁਪਇਆ ਇੱਕ ਨੰਬਰ 'ਚ ਜਿਹੜਾ ਲਿਖਿਆ ਇਤਿਹਾਸ 'ਚ, ਬਾਕੀ ਅੰਡਰ ਟੇਬਲ ਵੀ ਦਿੱਤਾ। ਇਹ ਜਫਰਨਾਮਾ ਸਟ੍ਰੀਕ ਪੰਨਾ ਨੰਬਰ 6 ਤੇ ਤਵਾਰੀ ਗੁਰੂ ਖਾਲਸਾ ਪੰਨਾ ਨੰਬਰ 153 ਲਿਖਿਆ ਕਿ 20,000 ਰੁਪਇਆ ਸੂਬਾ ਸਰਹੰਦ ਨੂੰ ਦਿੱਤਾ ਤੇ ਆਪਣੀ ਮਦਦ ਲਈ ਲੋੜ ਦੀ ਫੌਜ ਲੈ ਆਂਦੀ। ਵਰਨਾ ਇਸ ਤੋਂ ਪਹਿਲਾਂ ਸਮੇਂ ਦੀ ਹਕੂਮਤ ਆ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਦਾ ਸਮੇਂ ਦੀ ਹਕੂਮਤ ਨਾਲ ਕੁਛ ਦਾ ਝਗੜਾ ਨਹੀਂ ਸੀ। ਤੇ ਇਹ ਲੜਾਈਆਂ ਹੀ ਅੱਗੇ ਜਾ ਕੇ ਟਕਰਾਅ ਬਣੀਆਂ ਕਿਉਂਕਿ ਬਾਈ ਚਾਂਸ ਉਸ ਵੇਲੇ ਮੁਸਲਮਾਨਾਂ ਦੀ ਹਕੂਮਤ ਸੀ, ਮੁਗਲਾਂ ਦੀ ਹਕੂਮਤ ਸੀ ਤੇ ਉਹ ਮੁਗਲ ਜਿਹੜੇ ਥੇ ਮੁਸਲਮਾਨ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਥੇ। ਇਸ ਤਰ੍ਹਾਂ ਜਿਹੜੀਆਂ ਲੜਾਈਆਂ ਪਹਾੜੀ ਰਾਜਿਆਂ ਨਾਲ ਸ਼ੁਰੂ ਹੋਈਆਂ ਧਰਮ ਦੇ ਅਸੂਲ 'ਤੇ, ਉਹ ਬੜੀ ਸ਼ਾਤਰਾਨਾ ਚਾਲ ਨਾਲ ਉਹਨਾਂ ਨੂੰ ਸਿਆਸੀ ਲੜਾਈਆਂ 'ਚ ਬਦਲ ਦਿੱਤਾ ਗਿਆ ਕਿਉਂਕਿ ਉਸ ਵੇਲੇ ਜਿਹੜੇ ਸ਼ਾਸਕ ਥੇ ਉਹ ਮੁਸਲਮਾਨ ਹਾਕਮ ਥੇ ਮੁਗਲ, ਤੇ ਇਸ ਤਰ੍ਹਾਂ ਇਹ ਲੜਾਈਆਂ ਮੁਗਲਾਂ ਨਾਲ ਜੋੜ ਕੇ ਮੁਸਲਮਾਨਾਂ ਨਾਲ ਜੋੜ ਦਿੱਤੀਆਂ ਗਈਆਂ। ਫਿਰ ਇਹ ਵੀ ਤਾਂ ਕਹਿੰਦੇ ਸੀ ਕਿ ਉਸ ਟਾਈਮ 'ਤੇ ਜਿਹੜੇ ਮੁਗਲ ਸ਼ਾਸਕ ਸੀਗੇ ਉਹ ਇਹ ਚਾਹੁੰਦੇ ਸੀ ਕਿ ਹਰ ਕੋਈ ਮੁਸਲਮਾਨ ਦਿਖੇ, ਹਰ ਬੰਦਾ ਹੀ ਸਾਨੂੰ ਮੁਸਲਮਾਨ ਚਾਹੀਦਾ ਹੈ, ਉਹ ਕਿਤੇ ਵੀ ਸਿੱਖ ਨਹੀਂ ਹੋਣਾ ਚਾਹੀਦਾ ਜਾਂ ਕੋਈ ਵੀ ਹਿੰਦੂ ਨਹੀਂ ਹੋਣਾ ਚਾਹੀਦਾ, ਤਾਂ ਉਹ ਸਾਨੂੰ ਮੁਸਲਮਾਨ ਦਿਖੇ। ਤਾਂ ਫਿਰ ਇਹ ਤਾਂ ਕਿਤੇ ਨਾ ਕਿਤੇ ਗਲਤ ਸੀ। ਨਹੀਂ, ਐਸਾ ਨਹੀਂ ਹੈ, ਇਸਲਾਮ 'ਚ ਕਦੇ ਐਸਾ ਹੋਇਆ ਹੀ ਨਹੀਂ ਹੈ। ਇਹ ਉਹ ਮਿਥਿਹਾਸ ਹੈ ਜਿਹੜਾ ਘੜਿਆ ਗਿਆ ਕਿਉਂਕਿ ਇਸਲਾਮ ਤਾਂ ਦੇਖੋ ਇੱਕ ਭਾਰਤ ਦਾ ਇੱਕ ਸੰਵਿਧਾਨ ਹੈ। ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਨੂੰ ਪਾਲਣਾ ਕਰਦਾ ਉਹ ਅੱਛਾ ਨਾਗਰਿਕ ਹੈ। ਜਿਹੜਾ ਭਾਰਤ ਦੇ ਸੰਵਿਧਾਨ ਦੇ ਕਾਨੂੰਨ ਨੂੰ ਤੋੜਦਾ ਉਹਨੂੰ ਮੁਜਰਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸਲਾਮ ਦਾ ਇੱਕ ਸੰਵਿਧਾਨ ਹੈ ਜਿਹਨੂੰ ਅਸੀਂ ਕੁਰਾਨ ਕਹਿੰਦੇ ਹਾਂ, ਪਵਿੱਤਰ ਕੁਰਾਨ ਤੇ ਹਦੀਸ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਕਥਨ ਨੇ। ਪਵਿੱਤਰ ਕੁਰਾਨ ਇੱਕ ਮੁਸਲਮਾਨ ਲਈ ਫਾਈਨਲ ਅਥਾਰਟੀ ਹੈ। ਇਹ ਸੰਵਿਧਾਨ ਹੈ, ਜਿਹੜਾ ਇਸ ਸੰਵਿਧਾਨ ਦੀ ਪਾਲਣਾ ਕਰਦਾ ਉਹ ਸੱਚਾ ਮੁਸਲਮਾਨ ਹੈ। ਜਿਹੜਾ ਇਸ ਨੂੰ ਤੋੜਦਾ ਹੈ, ਇਹਦੀ ਉਲੰਘਣਾ ਕਰਦਾ ਹੈ, ਉਹ ਮੁਜਰਮ ਹੈ, ਚਾਹੇ ਉਹ ਕਿਸੇ ਮੁਲਕ ਦਾ ਬਾਦਸ਼ਾਹ ਹੋਵੇ ਜਾਂ ਕੋਈ ਕਾਜ਼ੀ ਹੋਵੇ ਜਾਂ ਕੋਈ ਧਾਰਮਿਕ ਵਿਦਵਾਨ ਹੋਵੇ। ਕੁਰਾਨ ਸ਼ਰੀਫ ਸਪਸ਼ਟ ਵਰਣਨ ਕਰਦਾ ਹੈ ਅਧਿਆਏ ਅਲ ਬਕਰਾ ਕਾਨੂੰਨ ਨੰਬਰ 256 'ਚ, ਲਾ ਇਕਰਾਹ ਫਿੱਦੀਨ, ਇਸਲਾਮ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਅਤੇ ਇਸਲਾਮ ਵਿੱਚ ਜ਼ੋਰ ਜ਼ਬਰਦਸਤੀ ਕੋਈ ਲਈ ਜਗ੍ਹਾ ਹੀ ਨਹੀਂ ਹੈ। ਹੁਣ ਅਗਰ ਔਰੰਗਜ਼ੇਬ ਜਾਂ ਔਰੰਗਜ਼ੇਬ ਦੇ ਬਾਪ ਵੀ ਇਹ ਕੰਮ ਕਰਦਾ ਹੈ ਤਾਂ ਉਹਦਾ ਮੁਜਰਮ ਹੈ ਕਿਉਂਕਿ ਇਸਲਾਮ 'ਚ ਇਹ ਮੰਨਿਆ ਨਹੀਂ ਜਾ ਰਿਹਾ। ਧੱਕੇ ਨਾਲ ਤੁਸੀਂ ਮੁਸਲਮਾਨ ਕਿਸੇ ਨੂੰ ਬਣਾ ਹੀ ਨਹੀਂ ਸਕਦੇ ਹੈਗੇ। ਔਰ ਦੂਸਰੀ ਗੱਲ ਜਿਹੜੀ ਹੈ, ਮੁਸਲਮਾਨ ਬਣਨ ਲਈ ਇੱਕ ਪਰਨ ਕਰਨਾ ਜ਼ਰੂਰੀ ਹੁੰਦਾ ਹੈ ਜਿਹਦਾ ਅਰਥ ਇਹ ਹੈ, ਅਰਬੀ 'ਚ ਇਹੋ ਕਲਮਾ ਲਾ ਇਲਾਹਾ ਇਲੱਲਾ ਮੁਹੰਮਦੁਰ ਰਸੂਲullah, ਜਿਹਦਾ ਅਰਥ ਇਹ ਹੈ ਕਿ ਇੱਕ ਪਰਮਾਤਮਾ ਤੋਂ, ਇੱਕ ਪ੍ਰਭੂ ਤੋਂ ਇਲਾਵਾ, ਇੱਕ ਰੱਬ ਤੋਂ ਇਲਾਵਾ ਕੋਈ ਪੂਜਾ ਦੇ ਯੋਗ ਨਹੀਂ ਅਤੇ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਰੱਬ ਦੇ ਮੈਸੇਂਜਰ ਨੇ, ਉਹਨਾਂ ਦੇ ਆਖਰੀ ਪੈਗੰਬਰ ਨੇ। ਅਤੇ ਇਹ ਬੰਦੇ ਨੇ ਇਸ ਕਲਮੇ ਨੂੰ ਇਹਦੇ ਅਰਥ ਸਮਝਦੇ ਹੋਏ ਦਿਲ ਦੇ ਵਿਸ਼ਵਾਸ ਨਾਲ ਪੜ੍ਹਦਾ ਤਾਂ ਹੀ ਉਹ ਮੁਸਲਮਾਨ ਹੁੰਦਾ ਹੈ। ਅਗਰ ਕਿਸੇ ਨੇ ਇਸ ਕਲਮੇ ਨੂੰ ਇਹਦਾ ਬਿਨਾਂ ਅਰਥ ਸਮਝੇ ਅਤੇ ਬਿਨਾਂ ਦਿਲੋਂ ਵਿਸ਼ਵਾਸ ਕੀਤੇ, ਯਕੀਨ ਕੀਤੇ, ਕਲਮਾ ਇੱਕ ਵਾਰੀ ਨਹੀਂ 1000 ਵਾਰੀ 1 ਲੱਖ ਵਾਰੀ ਪੜ੍ਹਿਆ ਤਾਂ ਮੁਸਲਮਾਨ ਨਹੀਂ ਹੁੰਦਾ। ਅਤੇ ਹੁਣ ਤੁਸੀਂ ਦੇਖੋ, ਜੇ ਕੋਈ ਬਾਦਸ਼ਾਹ ਔਰੰਗਜ਼ੇਬ ਜਾਂ ਕੋਈ ਦੂਸਰਾ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਵੀ ਕਰਦਾ, ਤਲਵਾਰ ਰੱਖ ਕੇ ਉਹਦੀ ਗਰਦਨ 'ਤੇ ਜਾਂ ਗਨ ਪੁਆਇੰਟ 'ਤੇ, ਤਾਂ ਉਹ ਧੱਕੇ ਨਾਲ ਤਾਂ ਮੁਸਲਮਾਨ ਬਣ ਹੀ ਨਹੀਂ ਸਕਦਾ ਅਤੇ ਫਿਰ ਉਹ ਮੁਸਲਮਾਨ ਬਣਾਉਣ ਦਾ ਫਾਇਦਾ ਹੀ ਕੀ? ਠੀਕ ਹੈ ਨਹੀਂ। ਅਤੇ ਮੈਂ ਅਕਸਰ ਕਿਹਾ ਹੈ ਵੀ ਇਸ ਤਰ੍ਹਾਂ ਮੁਸਲਮਾਨ ਨਹੀਂ ਹੁੰਦਾ, ਇਸ ਤਰ੍ਹਾਂ ਮੁਸਲਮਾਨ ਬਣਾਇਆ ਵੀ ਨਹੀਂ ਜਾ ਸਕਦਾ ਔਰ ਨਾ ਹੀ ਇਹ ਇਸਲਾਮ ਦਾ ਕੋਈ ਸੰਵਿਧਾਨ ਹੈ। ਅਤੇ ਇਹ ਸਿਰਫ ਜੋੜੀ ਗਈ ਹੈ। ਅਸਲ 'ਚ ਇਹ ਅੰਗਰੇਜ਼ਾਂ ਵੱਲੋਂ ਇਤਿਹਾਸ ਤਿਆਰ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਨੂੰ ਸੇਵਾ ਜੀ ਮਰਹੱਟੇ ਦਿਖਾਏ ਕਿ ਤੁਹਾਡੀਆਂ ਮਸਜਿਦਾਂ ਢਾਉਂਦੇ ਨੇ, ਅਤੇ ਮੁਸਲਮਾਨਾਂ ਨੂੰ ਦਿਖਾਇਆ ਗਿਆ ਸੇਵਾ ਜੀ ਮਰਹੱਟੇ, ਅਤੇ ਹਿੰਦੂਆਂ ਨੂੰ ਦਿਖਾਇਆ ਗਿਆ ਮਹਿਮੂਦ ਗਜ਼ਨਵੀ ਕਿ ਤੁਹਾਡੇ ਮੰਦਰ ਢਾਉਂਦੇ ਨੇ, ਅਤੇ ਸਿੱਖਾਂ ਨੂੰ ਦਿਖਾਇਆ ਗਿਆ ਮੁਗਲ ਬਾਦਸ਼ਾਹ ਬਹੁਤ ਸਾਰੇ ਜਿਹੜੇ ਨੇ ਵੀ ਇਹ ਤੁਹਾਡੇ ਗੁਰੂ ਸਾਹਿਬਾਨ ਦੇ ਕਾਤਲ ਨੇ। ਹਾਲਾਂਕਿ ਦੇਖਿਆ ਜਾਵੇ ਕਿ ਇੱਕ ਸ਼ਾਸਕ ਦਾ, ਇੱਕ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ। ਅੱਜ ਵੀ ਇਹ ਦੇਖ ਲਓ ਤੁਸੀਂ, ਅੱਜ ਸਾਡੇ ਸਾਹਮਣੇ ਹੈ
ਇੱਕ ਹਾਕਮ ਲਈ ਪਹਿਲਾਂ ਉਸਦੀ ਹਕੂਮਤ ਹੁੰਦੀ ਹੈ, ਧਰਮ ਮਗਰੋਂ ਹੁੰਦਾ ਹੈ। ਉਹ ਤਾਂ ਆਪਣੇ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਾਜਾਇਜ਼ ਢੰਗ ਅਪਣਾਉਂਦੇ ਨੇ, ਬਲਕਿ ਇੱਕ ਹਾਕਮ ਤਾਂ ਆਪਣੇ ਮੁਫਾਦ ਲਈ, ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦਾ ਹੈ, ਤੇ ਅੱਜ ਵੀ ਕਰ ਰਹੇ ਨੇ। ਅੱਜ ਦਾ ਧਰਮ ਦੇ ਹੋਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਤੇ ਚਲਾਈਆਂ ਜਾ ਰਹੀਆਂ ਨੇ, ਤੇ ਉਸ ਵੇਲੇ ਵੀ ਉਹਨੂੰ ਕੋਈ ਧਰਮ ਨਾਲ ਕੋਈ ਸੰਬੰਧ ਨਹੀਂ ਥਾ, ਨਾ ਉਹ ਇਸਲਾਮੀ ਹਕੂਮਤਾਂ ਥੀਆਂ, ਨਾ ਐਸਾ ਹੋਇਆ ਹੈ। ਇਤਿਹਾਸ ਭਰਿਆ ਪਿਆ, ਲੇਕਿਨ ਐਸਾ ਹੋਇਆ ਨਹੀਂ ਹੈ ਬਿਲਕੁਲ ਵੀ, ਕਿਉਂਕਿ ਇਸਲਾਮ 'ਚ ਇਹਦੀ ਗੁੰਜਾਇਸ਼ ਹੀ ਨਹੀਂ ਹੈ। ਜਦ ਇਸਲਾਮ ਨੇ ਇੱਕ ਕਾਨੂੰਨ ਬਣਾ ਦਿੱਤਾ ਵੀ ਉਸ ਧੱਕੇ ਨਾਲ ਮੁਸਲਮਾਨ ਬਣਾ ਨਹੀਂ ਸਕਦੇ ਕਿਸੇ ਨੂੰ, ਤਾਂ ਫਿਰ ਧੱਕੇ ਨਾਲ ਮੁਸਲਮਾਨ ਬਣਨ ਦਾ ਫਾਇਦਾ ਕੀ ਹੋਇਆ। ਮੈਂ ਇੱਕ ਉਦਾਹਰਨ ਦਿੱਤੀ ਸੀ ਉਦੋਂ ਵੀ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਉਹ 18 ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਦੀ ਆਗਿਆ ਦਿੰਦਾ ਹੈ। ਜੇ ਹੁਣ ਕਿਸੇ 10 ਸਾਲ ਦੇ ਬੱਚੇ ਨੂੰ ਫੜ ਕੇ ਕੋਈ ਕਹੇ ਤੂੰ ਵੋਟ ਪਾ, ਉਹਦਾ ਵੋਟ ਪਾਉਣਾ ਨਾ ਪਾਉਣਾ ਇੱਕ ਬਰਾਬਰ ਹੈ। ਤੇ ਹੁਣ ਜਦ ਇਸਲਾਮ ਇਹ ਚੀਜ਼ ਨੂੰ ਮੰਨਦਾ ਹੀ ਨਹੀਂ, ਸਵੀਕਾਰ ਨਹੀਂ ਕਰਦਾ, ਤੁਸੀਂ ਧੱਕੇ ਨਾਲ ਮੁਸਲਮਾਨ ਬਣਾ ਨਹੀਂ ਸਕਦੇ, ਫਿਰ ਉਹ ਮੁਸਲਮਾਨ ਬਣਾਏ ਦਾ ਫਾਇਦਾ ਹੀ ਕੀ। ਕਿਉਂਕਿ ਬੰਦਾ ਜੋ ਕਰਦਾ ਉਹ ਰੱਬ ਲਈ ਕਰਦਾ, ਪਰਮਾਤਮਾ ਲਈ। ਜਦ ਪਰਮਾਤਮਾ ਦੀ ਆਦੇਸ਼ ਹੈ, ਉਸ ਅਕਾਲ ਪੁਰਖ ਦਾ, ਉਸ ਅੱਲਾ ਦਾ ਆਦੇਸ਼ ਹੈ ਕਿ ਤੁਸੀਂ ਧੱਕੇ ਨਾਲ ਕਿਸੇ ਨੂੰ ਮੁਸਲਮਾਨ ਬਣਾ ਨਹੀਂ ਸਕਦੇ, ਫਿਰ ਉਹ ਮੁਸਲਮਾਨ ਬਣਾਉਣ ਦਾ ਫਾਇਦਾ ਕੀ ਹੋਇਆ। ਪਰ ਵਜ਼ੀਰ ਖਾਨ ਨੇ ਇੰਨੀ ਵੱਡੀ ਗਲਤੀ ਕੀਤੀ ਹੈ ਜੋ ਅਸੀਂ ਕਦੇ ਮਾਫੀ ਦੇ ਯੋਗ ਨਹੀਂ ਕਹਿ ਸਕਦੇ। ਬਿਲਕੁਲ ਸਹੀ ਹੈ। ਦੇਖੋ, ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਹਰ ਕੌਮ ਦੇ ਵਿੱਚ ਜਿਹੜੇ ਨਾ ਚੰਗੇ ਬੁਰੇ ਲੋਕ ਹੋਏ, ਨੇਕ ਤੇ ਬੁਰੇ ਆਦਮੀ ਹੋਏ ਨੇ। ਕੋਈ ਵੀ ਕੌਮ ਸਾਰੀ ਚੰਗੀ ਨਹੀਂ ਹੁੰਦੀ, ਸਾਰੀ ਬੁਰੀ ਨਹੀਂ ਹੁੰਦੀ। ਹਰ ਇੱਕ ਕੌਮ ਵਿੱਚ ਚੰਗੇ ਮੰਦੇ, ਸਿਆਣੇ ਮੂਰਖ, ਵਿਦਵਾਨ ਤੇ ਅਨਪੜ੍ਹ, ਗਰੀਬ ਤੇ ਅਮੀਰ, ਨੇਕ ਤੇ ਬੁਰੇ ਆਦਮੀ ਹੁੰਦੇ ਨੇ। ਇੱਕ ਆਦਮੀ ਦੀ ਨੇਕੀ ਤੋਂ ਸਾਰੀ ਕੌਮ ਨੇਕ ਨਹੀਂ ਬਣ ਜਾਂਦੀ, ਤੇ ਇੱਕ ਆਦਮੀ ਦੀ ਬੁਰਾਈ ਤੋਂ ਸਾਰੀ ਕੌਮ ਬੁਰੀ ਨਹੀਂ ਹੋ ਸਕਦੀ। ਦੂਸਰੀ ਗੱਲ ਇਹ, ਗੁਰਬਾਣੀ ਵੀ ਕਹਿੰਦੀ ਹੈ ਵੀ ਤੁਸੀਂ ਇੱਕ ਬੰਦੇ ਦੀ ਕੀਤੇ ਜੁਰਮ ਦੀ ਸਜ਼ਾ ਦੂਸਰੇ ਨੂੰ ਨਹੀਂ ਦੇ ਸਕਦੇ। ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ 5ਵਾਂ ਅੰਗ 407 'ਤੇ ਗੁਰੂ ਸਾਹਿਬ ਦਾ ਫਰਮਾਨ ਹੈ, ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਕਿਸੇ ਇੱਕ ਦੇ ਕੀਤੇ ਜੁਰਮ 'ਚ, ਕਿਸੇ ਇੱਕ ਦੇ ਕੀਤੇ ਦੋਸ਼ 'ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਜਿਸ ਦਾ ਦੋਸ਼ ਹੋਵੇ, ਜਿਸ ਦਾ ਜੁਰਮ ਹੋਵੇ, ਉਸ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਤੇ ਜੇ ਹੁਣ ਅਸੀਂ ਗੱਲ ਕਰੀਏ ਵੀ ਵਜ਼ੀਰ ਖਾਨ ਨੇ ਗੱਲ ਕੀਤੀ ਹੈ, ਤਾਂ ਜੇ ਪੰਜਵੀਂ ਪਾਤਸ਼ਾਹੀ ਨੂੰ ਦੇਖੀਏ ਤਾਂ ਉਹਨਾਂ ਦੀ ਸ਼ਹੀਦੀ 'ਚ ਜਿਹੜਾ ਮੇਨ ਮੁਜਰਮ ਹੈ ਉਹਨਾਂ ਦਾ ਬੜਾ ਭਰਾ ਹੈ ਪ੍ਰਿਥੀ ਚੰਦ। ਗੁਰੂ ਸਾਹਿਬ ਦਾ ਭਰਾ ਹੈ, ਗੁਰੂ ਸਾਹਿਬ ਦਾ ਚੌਥੇ ਗੁਰੂ ਸਾਹਿਬ ਦਾ ਪੁੱਤਰ ਹੈ, ਤੇ 6ਵੀਂ ਪਾਤਸ਼ਾਹੀ ਦੇ ਤਾਇਆ ਜੀ ਨੇ, ਤਾਂ ਉਸ ਤੋਂ ਨੇੜੇ ਦਾ ਬੰਦਾ ਕੋਈ ਹੋ ਨਹੀਂ ਸਕਦਾ ਹੈਗਾ। ਤੇ ਹੁਣ ਗੱਲ ਕਰਦੇ ਹਾਂ ਅਸੀਂ ਪੰਜਾਬ ਦੀ, ਅੱਜ ਦੇ ਪੰਜਾਬ ਦੀ। 47 ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਦਾ ਆ ਰਿਹਾ ਹੈ, ਉਹ ਸਿੱਖ ਧਰਮ ਨਾਲ, ਸਿੱਖ ਕੌਮ ਨਾਲ ਸੰਬੰਧਿਤ ਹੁੰਦਾ ਹੈ। ਤੇ ਕਿੰਨੀ ਵਾਰੀ ਪੰਜਾਬ 'ਚ ਗੁਰਦੁਆਰਾ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ। ਤਾਂ ਹੁਣ ਉਸ ਬੇਅਦਬੀਆਂ ਨੂੰ ਉਹਨਾਂ ਗੁਰਦੁਆਰਾ ਸਾਹਿਬ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਨੂੰ ਅਸੀਂ ਸਿੱਖ ਧਰਮ ਨਾਲ ਨਹੀਂ ਜੋੜ ਸਕਦੇ, ਨਾ ਸਿੱਖ ਕੌਮ ਨਾਲ ਜੋੜ ਸਕਦੇ। ਹਾਲਾਂਕਿ ਸਟੇਟ ਦਾ ਮੁੱਖ ਮੰਤਰੀ ਸਿੱਖ ਧਰਮ ਨਾਲ ਸੰਬੰਧਿਤ ਹੁੰਦਾ ਹੈ। ਤਾਂ ਫਿਰ ਇਸ ਤਰ੍ਹਾਂ ਹੀ ਕਿਸੇ ਮੁਗਲ ਬਾਦਸ਼ਾਹ ਜਾਂ ਵਜ਼ੀਰ ਖਾਨ ਦੀ ਕੀਤੀ ਵਧੀਕੀ ਨੂੰ ਇਸਲਾਮ ਜਾਂ ਮੁਸਲਮਾਨ ਕੌਮ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਔਰ ਅਸੀਂ ਗੱਲ ਕਰਾਂਗੇ ਕਿ ਮੁਸਲਮਾਨਾਂ ਦਾ ਗੁਰੂ ਪਾਤਸ਼ਾਹ ਪ੍ਰਤੀ ਪ੍ਰੇਮ ਕਿਹੋ ਜਿਹਾ ਸੀਗਾ, ਕਿਉਂਕਿ ਅਸੀਂ ਪੜ੍ਹਦੇ ਆਏ ਹਾਂ ਕਿ ਜਿਸ ਤਰ੍ਹਾਂ ਗਨੀ ਖਾਨ, ਨਬੀ ਖਾਨ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਾਂ ਪੀਰ ਬੁੱਧੂ ਸ਼ਾਹ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤਾਂ ਜਿੱਦਾਂ ਬੀਬੀ ਮੁਮਤਾਜ਼ ਉਹਨਾਂ ਦੇ ਪਿਤਾ ਜੀ ਦਾ ਜ਼ਿਕਰ ਕਰਦੇ ਹਾਂ, ਤਾਂ ਉਹ ਮੁਸਲਮਾਨ ਸਾਨੂੰ ਨਿਗਾਹ ਦੇ ਵਿੱਚ ਹੈਗੇ ਨੇ। ਤਾਂ ਹੋਰ ਕਿਹੜੇ ਮੁਸਲਮਾਨ ਅਜਿਹੇ ਨੇ ਜੋ ਦਸਮ ਪਾਤਸ਼ਾਹ ਪ੍ਰਤੀ ਪ੍ਰੇਮ ਆਪਣਾ ਪ੍ਰਗਟ ਕਰਿਆ ਕਰਦੇ ਸੀ? ਦੇਖੋ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਪਹਿਲੀ ਪਾਤਸ਼ਾਹੀ ਮੈਂ ਦੱਸਿਆ ਵੀ ਜਿਹੜੀ ਸ਼ੁਰੂ ਕੀਤਾ ਸਿੱਖੀ, ਤਾਂ ਉਹਨਾਂ ਨੇ ਇੱਕ ਅਕਾਲ ਪੁਰਖ ਦੀ ਏਕਤਾ ਦਿੱਤੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ। ਯਾਨੀ ਕਿ ਮੈਂ ਅਕਸਰ ਕਹਿਣਾ ਹੁੰਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਮੂਲ ਮੰਤਰ ਦੀ ਵਿਆਖਿਆ ਹੈ, ਔਰ ਮੂਲ ਮੰਤਰ ਜਿਹੜਾ ਹੈ ਉਹ ਇੱਕ ਓਂਕਾਰ ਦੀ ਹੀ ਵਿਆਖਿਆ ਹੈ। ਦੂਜੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਦੀ ਵਿਆਖਿਆ ਹੈ, ਇਹੀ ਸਿੱਖੀ ਹੈ। ਤੇ ਉਹਦਾ ਮਕਾਲਫ ਹੋਏ ਨੇ ਪ੍ਰਸਿੱਧ ਵਿਦਵਾਨ, ਉਹਨਾਂ ਨੇ ਜਿਹੜਾ ਇਹਦਾ ਅਰਥ ਕੀਤਾ ਹੈ, ਇਹ ਸਰਦਾਰ ਸੁਭਨਾਮ ਸਿੰਘ ਜੀ ਨੇ ਲਿਖਿਆ ਜੀਵਨ ਪ੍ਰੀਤੀ ਚੰਡੀਗੜ੍ਹ ਨਵੰਬਰ 1977 'ਚ, ਕਿ ਉਹਨਾਂ ਨੇ ਜਿਹੜਾ ਟਰਾਂਸਲੇਟ ਕੀਤਾ, ਦੇਅਰ ਇਜ਼ ਨੋ ਅਦਰ ਬਟ ਵਨ ਗੋਡ। ਇਸ ਤਰ੍ਹਾਂ ਨਾਲ ਇਹ ਲਾ ਇਲਾਹਾ ਇਲੱਲਾ ਦਾ ਹੀ ਸ਼ਬਦੀ ਅਰਥ ਹੈ, ਇੱਕ ਰੱਬ ਦੀ ਗੱਲ ਕੀਤੀ ਗਈ ਹੈ। ਤੇ 10ਵੇਂ ਪਾਤਸ਼ਾਹ ਵੀ ਇਹੀ ਕਹਿੰਦੇ ਨੇ, ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰ ਕੁੰਡ ਮੇ ਪਰ ਹੈ। ਇੱਕ ਰੱਬ ਦੀ ਗੱਲ ਕੀਤੀ ਹੈ। ਤੇ ਇਸਲਾਮ ਦੀ ਜਿਹੜੀ ਬੁਨਿਆਦ ਹੈ, ਮੁੱਢਲਾ ਵਿਸ਼ਵਾਸ ਹੈ, ਉਹ ਵੀ ਇੱਕ ਰੱਬ ਦੀ ਗੱਲ ਹੈ। ਤੇ ਇਸ ਕਰਕੇ ਟਕਰਾਓ ਦਾ ਮਤਲਬ ਨਹੀਂ ਹੋ ਸਕਦਾ ਧਰਮ ਦੇ ਆਧਾਰ 'ਤੇ। ਤੇ ਜਿਹੜਾ ਬੰਦਾ ਖੁਦ ਇਹ ਗੱਲ ਕਹਿੰਦਾ ਮੈਂ ਇੱਕ ਰੱਬ ਦਾ ਉਪਾਸਨਾ ਕਰਦਾ, ਇੱਕ ਰੱਬ ਦਾ ਮੰਨਣ ਵਾਲਾ, ਉਹਨੂੰ ਮੁਸਲਮਾਨ ਬਣਾਉਣ ਦੀ ਲੋੜ ਹੀ ਨਹੀਂ। ਤੁਸੀਂ ਮੈਨੂੰ ਦੱਸੋ, ਇੱਕ ਬੰਦਾ ਇੱਕ LLB ਵਕੀਲ ਕੀਤੀ ਹੋਈ ਹੈ, ਉਹਨੂੰ ਕਹੇ ਤੂੰ ਵਕੀਲ ਬਣ, ਉਹ ਤਾਂ ਵਕੀਲ ਬਣਿਆ ਹੋਇਆ, ਉਹ ਤਾਂ ਬੇਵਕੂਫ ਜਿਹੜਾ ਕਹਿ ਰਿਹਾ ਨਾ। ਹਾਂ, ਉਹਨੂੰ ਇਹ ਕਹਿ ਸਕਦਾ ਭਾਈ ਤੂੰ ਪ੍ਰੈਕਟਿਸ ਕਰ, ਜਾਂ ਇਹਨੂੰ ਆਪਣੀ ਉਹ 'ਚ ਲੈ ਕੇ ਆ, ਇਹਦੇ ਪਰ ਯਾਨੀ ਕਿ ਆਪਣੀ ਉਹ ਨਹੀਂ ਕਿ ਪਾਲਣਾ ਕਰ ਇਹਦੀ,
ਤੇ ਹੁਣ ਜਿਹੜੇ ਸਿੱਖੀ ਤਾਂ ਪਹਿਲਾਂ ਹੀ ਕਿਹਾ ਗਿਆ ਹੈ, ਉਹ ਇੱਕ ਰੱਬ ਨੂੰ ਮੰਨਦੇ ਨੇ, ਇੱਕ ਰੱਬ ਦੀ ਗੱਲ ਕਰਦੇ ਨੇ, ਔਰ ਇੱਕ ਰੱਬ ਤੋਂ ਇਲਾਵਾ ਕਿਸੇ ਦੀ ਪੂਜਾ ਨੂੰ ਉਹ ਪਾਪ ਕਹਿੰਦੇ ਨੇ। ਤਾਂ ਉੱਥੇ ਤਾਂ ਇਸਲਾਮ ਦੀ ਗੱਲ ਹੀ ਨਹੀਂ ਕੀਤੀ ਜਾ ਸਕਦੀ ਨਾ। ਇਹ ਸਾਰਾ ਇਤਿਹਾਸ ਦੀ ਗੱਲ ਹੈ। ਬਾਕੀ ਤੁਸੀਂ ਜਿਹੜੀ ਗੱਲ ਕੀਤੀ ਹੈ ਉਹਦੀ ਪਹਿਲੀ ਹੋਈ ਉਦਾਹਰਨ ਇਹ ਹੈ ਵੀ ਜਦੋਂ 1688 'ਚ ਗੁਰੂ ਸਾਹਿਬ ਪਰ ਭੀੜੀ ਪਈ ਤਾਂ ਪੀਰ ਬੁੱਧੂ ਸ਼ਾਹ ਇਸੇ ਸਾਂਝ ਦੇ ਬਦੌਲਤ, ਜਿਹੜੀ ਇੱਕ ਰੱਬ ਦੀ ਗੱਲ ਦੀ ਸਾਂਝ ਸੀ, ਮੁੱਢਲੇ ਵਿਸ਼ਵਾਸ ਦੀ ਸਾਂਝ ਸੀ, ਆਪਣੇ 2000 ਮੁਸਲਮਾਨ ਮੁਰੀਦਾਂ ਨੂੰ ਲੈ ਕੇ ਆਉਂਦਾ। ਦੇਖੋ, ਦੁਸ਼ਮਣ ਲਈ ਜਾਨ ਨਹੀਂ ਦਿੱਤੀ ਜਾਂਦੀ, ਮੈਂ ਪਹਿਲਾਂ ਵੀ ਕਿਹਾ, ਜਾਨ ਉਹਦੇ ਲਈ ਦਿੱਤੀ ਜਾਂਦੀ ਜਿਹੜਾ ਆਪਾਂ ਨੂੰ ਜਾਨ ਤੋਂ ਵੱਧ ਕੇ ਪਿਆਰਾ ਹੁੰਦਾ। ਅਤੇ ਇਹ ਉਹ ਪਿਆਰ ਦਾ ਨਤੀਜਾ ਸੀ। ਜਿਵੇਂ ਸਿੱਖ ਸੇਵਕ 3 ਜਨਵਰੀ 1933 'ਚ ਲਿਖਦਾ ਇੱਕ ਵਿਦਵਾਨ, ਇਸੇ ਪਿਆਰ ਦੀ ਬਦੌਲਤ ਪੀਰ ਬੁੱਧੂ ਸ਼ਾਹ ਚਾਹੇ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ, ਬੇਟੇ ਪੁੱਤਰ ਜਿਗਰ ਦੇ ਟੁਕੜੇ ਹੁੰਦੇ ਨੇ, ਪੀਰ ਬੁੱਧੂ ਸ਼ਾਹ ਚਾਹੇ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਅਤੇ ਸੈਂਕੜੇ ਮੁਸਲਮਾਨ ਮੁਰੀਦਾਂ ਨੂੰ ਗੁਰੂ ਸਾਹਿਬ ਦੇ ਬਦਲੇ ਕੁਰਬਾਨ ਕਰਕੇ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਸਨ ਅਤੇ ਨਬੀ ਗਨੀ ਖਾਂ ਚਾਹੇ ਸ਼ਰਦੀ ਆਪ ਤੋਂ ਘੁੱਲੀ ਜਾਂਦੇ ਸਨ। ਇਹੋ ਹੀ ਗੱਲ ਹੈ ਨਾ। ਅਤੇ ਇਹਦੇ ਬਾਰੇ ਜਿਹੜੀ ਅੱਗੇ ਜਾ ਕੇ ਜਦੋਂ ਗੁਰੂ ਸਾਹਿਬ, ਮੈਂ ਤੁਸੀਂ ਗੱਲ ਕੀਤੀ ਹੈ ਵੀ ਕਿਹੜੇ ਕਿਹੜੇ ਹੋਣੇ, ਇਹ ਪੀਰ ਬੁੱਧੂ ਸ਼ਾਹ ਦੀ ਹੈ। ਉਸ ਤੋਂ ਪਹਿਲਾਂ ਜਦੋਂ ਵੀ ਗੁਰੂ ਸਾਹਿਬ ਕਿਤੋਂ ਬਾਹਰੋਂ ਆਉਂਦੇ ਥੇ ਤਾਂ ਕੋਟਲਾ ਨਿਹੰਗ ਖਾਂ ਦੇ ਕੋਲ ਰੁਕਦੇ ਥੇ। ਜਦੋਂ ਪਹਿਲੀ ਵਾਰ ਗੁਰੂ ਸਾਹਿਬ ਭੰਗਾਣੀ ਦਾ ਜੰਗ ਜਿੱਤ ਕੇ ਆਏ ਨੇ 1688 'ਚ, ਤਾਂ ਉਹ ਵਾਪਸ ਆਉਂਦੇ ਹੋਏ ਕੋਟਲਾ ਨਿਹੰਗ ਖਾਂ ਦੇ ਕੋਲ ਠਹਿਰੇ ਨੇ। ਇਹ 1688 ਦੀ ਗੱਲ ਹੈ। ਦੂਸਰੀ ਵਾਰੀ 1694 'ਚ ਜਦੋਂ ਕੋਟਲਾ ਨਿਹੰਗ ਖਾਂ ਦੇ ਵੱਡੇ ਪੁੱਤਰ ਆਲਮ ਖਾਂ ਦੀ ਸ਼ਾਦੀ ਸੀ ਤਾਂ ਗੁਰੂ ਸਾਹਿਬ ਨੂੰ ਨਿਯੁਤਾ ਗਿਆ ਇਸ ਦਾ, ਤਾਂ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਸਮੇਤ ਕੋਟਲਾ ਨਿਹੰਗ ਖਾਂ ਪਹੁੰਚਦੇ ਨੇ ਅਤੇ 3 ਦਿਨ ਗੁਰੂ ਸਾਹਿਬ ਉਹਨੇ ਕੋਟਲਾ ਨਿਹੰਗ ਖਾਂ ਦੇ ਮਹਿਮਾਨ ਰਹਿੰਦੇ ਨੇ। ਅਤੇ 1702 'ਚ ਫਿਰ ਗੁਰੂ ਸਾਹਿਬ ਕੁਰੂਕਸ਼ੇਤਰ ਤੋਂ ਵਾਪਸ ਆ ਰਹੇ ਤੇ ਸ਼੍ਰੀ ਅਨੰਦਪੁਰ ਸਾਹਿਬ, ਅਤੇ ਉਸ ਵੇਲੇ ਕੋਟਲਾ ਨਿਹੰਗ ਖਾਂ ਕੋਲ ਰੁਕਦੇ ਨੇ। 1704 'ਚ ਫਿਰ ਜਦੋਂ ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਪੈਂਦਾ, ਤਾਂ ਦੇਖੋ ਤੁਸੀਂ, ਅਗਰ ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਇਸਲਾਮ ਨਾਲ, ਤਾਂ ਐਸੇ ਖਤਰੇ ਦੇ ਸਮੇਂ ਗੁਰੂ ਸਾਹਿਬ ਨੂੰ ਮੁਸਲਮਾਨ ਕੋਲ ਨਹੀਂ ਰੁਕਣਾ ਚਾਹੀਦਾ ਸੀ, ਕਿਸੇ ਹਿੰਦੂ ਕੋਲ ਜਾਂ ਕਿਸੇ ਪੰਡਤ ਕੋਲ ਜਾਂ ਕਿਸੇ ਸਿੱਖ ਕੋਲ ਰੁਕਣਾ ਚਾਹੀਦਾ ਸੀ। ਲੇਕਿਨ ਉਸ ਖਤਰੇ ਦੀ ਘੜੀ ਦੇ ਸਮੇਂ ਜਦੋਂ ਚਾਰੋਂ ਪਾਸੋਂ ਫੌਜਾਂ ਘੇਰ ਰਹੀਆਂ ਸੀ, ਤਲਾਸ਼ ਕਰ ਰਹੀਆਂ, ਗੁਰੂ ਸਾਹਿਬ ਕੋਟਲਾ ਨਿਹੰਗ ਖਾਂ ਇੱਕ ਮੁਸਲਮਾਨ ਦੇ ਘਰ ਠਹਿਰਦੇ ਨੇ। ਇਹ ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਦਾ ਮੁਸਲਮਾਨਾਂ ਨਾਲ, ਇਸਲਾਮ ਨਾਲ ਕੋਈ ਟਕਰਾਓ ਹੀ ਨਹੀਂ ਸੀ। ਅਤੇ ਉਸ ਤੋਂ ਬਾਅਦ ਜਦੋਂ ਉੱਥੇ ਰੁਕਦੇ ਨੇ, ਉਹ ਸਾਰਾ ਵਾਕਿਆ ਹੈ ਕਿਵੇਂ ਉਹਨਾਂ ਨੇ ਆਪਣੀ ਬੇਟੀ ਨੂੰ ਗੁਰੂ ਸਾਹਿਬ ਦੇ ਉਹਨਾਂ ਦੇ ਬਚਿੱਤਰ ਸਿੰਘ ਦੇ ਕਮਰੇ 'ਚ ਭੇਜ ਕੇ ਫੌਜ ਤੋਂ ਗ੍ਰਿਫਤਾਰ ਹੋਣ ਤੋਂ ਬਚਾ ਲਿਆ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਕੋਟਲਾ ਨਿਹੰਗ ਖਾਂ ਤੋਂ ਨਿਕਲ ਕੇ ਮਾਛੀਵਾੜੇ ਜੰਗਲਾਂ ਜਾਂਦੇ ਨੇ। ਮਾਛੀਵਾੜੇ ਜੰਗਲਾਂ 'ਚ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਅਤੇ ਸਿੰਘ ਵੀ 37 ਦੇ ਕਰੀਬ ਸ਼ਹੀਦ ਹੋ ਜਾਂਦੇ ਨੇ। ਤਾਂ ਗੁਰੂ ਸਾਹਿਬ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਚਮਕੌਰ ਦੀ ਗੜੀ 'ਚੋਂ ਜਦੋਂ ਸ਼ਹੀਦ ਹੋ ਜਾਂਦੇ ਨੇ 37 ਸਿੰਘ ਅਤੇ 2 ਵੱਡੇ ਸਾਹਿਬਜ਼ਾਦੇ, ਤਾਂ ਗੁਰੂ ਸਾਹਿਬ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਮਾਛੀਵਾੜੇ ਜੰਗਲਾਂ 'ਚ ਜਾਂਦੇ ਨੇ। ਤਾਂ ਰਸਤੇ ਜਾਂਦੇ ਹੋਏ ਉਹ ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਇੱਕ ਮੁਸਲਮਾਨ ਮੌਲਵੀ ਪੀਰ ਮੁਹੰਮਦ ਦੇ ਘਰ ਠਹਿਰਦੇ ਨੇ, ਅਤੇ ਗੁਰੂ ਸਾਹਿਬ ਦੇ ਨਾਲ ਸਿੰਘ ਵੀ ਨੇ 2, ਅਤੇ ਗੁਰੂ ਸਾਹਿਬ ਉੱਥੇ ਭੋਜਨ ਛਕਦੇ ਨੇ ਅਤੇ ਸਿੰਘਾਂ ਨੂੰ ਆਖਦੇ ਨੇ ਕਿ ਸਿੰਘੋ, ਮੁਸਲਮਾਨਾਂ ਨਾਲ ਆਪਣੀ ਰੋਟੀ ਦੀ ਸਾਂਝ ਬਣਾਈ ਰੱਖਿਓ। ਦੇਖੋ ਗੁਰੂ ਸਾਹਿਬ ਦਾ ਕਿੰਨਾ ਨੁਕਸਾਨ ਹੋ ਚੁੱਕਿਆ, ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਨੇ। ਅਗਰ ਇਹ ਲੜਾਈਆਂ ਮੁਸਲਮਾਨਾਂ ਨਾਲ ਹੁੰਦੀਆਂ ਤਾਂ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਸੀ, ਕਿਉਂਕਿ ਗੁਰੂ ਸਾਹਿਬ ਸਿੱਖ ਧਰਮ ਅਨੁਸਾਰ ਜਿਹੜੇ ਗੁਰੂ ਸਾਹਿਬਾਨ ਹੁੰਦੇ ਨੇ ਉਹ ਸਰਬ ਗਿਆਤਾ ਅਤੇ ਜਾਨੀ ਜਾਨ ਹੁੰਦੇ ਨੇ। ਉਹ ਜਾਣਦੇ ਸੀ ਕਿ ਸਾਡੀਆਂ ਇਸ ਲੜਾਈਆਂ ਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੇ ਸ਼ਰਾਰਤੀ ਅੰਸਰ ਨੇ ਇਸਲਾਮ ਅਤੇ ਸਿੱਖੀ ਦੀਆਂ ਲੜਾਈਆਂ ਬਣਾ ਕੇ ਪੇਸ਼ ਕਰਨਗੇ ਜਾਂ ਮੁਸਲਮਾਨਾਂ ਅਤੇ ਸਿੱਖਾਂ ਦੀਆਂ ਲੜਾਈਆਂ ਬਣਾ ਕੇ ਪੇਸ਼ ਕਰਨਗੇ। ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਿੱਖਾਂ ਨੂੰ ਇਹ ਉਪਦੇਸ਼ ਕਰ ਦਿੱਤਾ ਸੀ। ਭਾਈ ਹਰਿੰਦਰ ਸਿੰਘ UK ਤੋਂ ਆਪਣੀ ਕਿਤਾਬ 'ਚ ਲਿਖਦੇ ਨੇ, ਮੈਨੇ ਆਪਣੀ ਕਿਤਾਬ 'ਚ ਇਹ ਵਰਣਨ ਵੀ ਕੀਤਾ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਬਹਿਲੋਲਪੁਰ ਤੋਂ ਮਾਛੀਵਾੜੇ ਜੰਗਲਾਂ ਜਾਂਦੇ ਨੇ ਤਾਂ ਉਹ 2 ਸਿੱਖ ਭਰਾ ਨੇ, ਭਾਈ ਪੰਜਾਬਾ ਅਤੇ ਗੁਲਾਬਾ ਦੇ ਘਰ ਰੁਕਦੇ ਨੇ। ਅਤੇ ਦੂਸਰੇ ਦਿਨ ਫੌਜ ਦਾ ਐਲਾਨ ਹੁੰਦਾ ਵੀ ਸਾਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਮਾਛੀਵਾੜੇ ਜੰਗਲਾਂ 'ਚ ਠਹਿਰੇ ਹੋਏ ਨੇ, ਵੀ ਜਿਸਦੇ ਵੀ ਘਰੇ ਹੈਗੇ ਉਹ ਸਾਡੇ ਹਵਾਲੇ ਕਰ ਦੇਣ, ਨਹੀਂ ਅਸੀਂ ਉਹਦਾ ਬੁਰਾ ਹਾਲ ਕਰਾਂਗੇ। ਇਹ ਸੁਣ ਕੇ ਭਾਈ ਪੰਜਾਬਾ ਗੁਰੂ ਸਾਹਿਬ ਦੇ ਅੱਗੇ ਹੱਥ ਜੋੜਦੇ ਨੇ ਔਰ ਬੇਨਤੀ ਕਰਦੇ ਨੇ ਉਹਨੂੰ ਜਾਣ ਲਈ। ਤਦੋਂ ਇਹ ਖਬਰ ਪਹੁੰਚਦੀ ਹੈ ਮਾਛੀਵਾੜੇ ਦੇ ਜੰਗਲਾਂ 'ਚ ਰਹਿਣ ਵਾਲੇ ਨਬੀ ਖਾਂ ਅਤੇ ਗਨੀ ਖਾਂ ਕੋਲ, 2 ਭਰਾਵਾਂ ਕੋਲੇ, ਤਾਂ ਫੌਰਨ ਗੁਰੂ ਸਾਹਿਬ ਦੀ ਸੇਵਾ 'ਚ ਹਾਜ਼ਰ ਹੁੰਦੇ ਨੇ। ਜਿਸ ਮੁਸੀਬਤ ਤੋਂ ਗੁਰੂ ਸਾਹਿਬ ਦਾ ਸਿੱਖ ਯਾਨੀ ਕਿ ਭਾਈ ਪੰਜਾਬਾ ਅਤੇ ਗੁਲਾਬਾ ਪਿੱਛੇ ਛੁਡਾਉਣਾ ਚਾਹੁੰਦੇ ਨੇ, ਉਸੇ ਮੁਸੀਬਤ ਨੂੰ 2 ਮੁਸਲਮਾਨ ਭਰਾ ਨਬੀ ਖਾਂ ਅਤੇ ਗਨੀ ਖਾਂ ਆਪਣੀ ਛਾਤੀ ਨਾਲ ਲੈ ਕੇ ਆਪਣੇ ਘਰ ਲੈ ਜਾਂਦੇ ਨੇ ਅਤੇ ਗੁਰੂ ਸਾਹਿਬ ਦੀ ਉੱਥੇ ਠਹਿਰ ਸੇਵਾ ਕਰਦੇ ਨੇ। ਪਰ ਜਦੋਂ ਮਾਛੀਵਾੜੇ ਜੰਗਲ ਦੀ ਘਰਾਂ ਦੀ ਘਰ ਦੀ ਤਲਾਸ਼ੀ ਸ਼ੁਰੂ ਹੁੰਦੀ ਹੈ ਤਾਂ ਦੋਵੇਂ ਭਰਾ ਇਹ ਬੇਨਤੀ ਕਰਦੇ ਨੇ 10ਵੇਂ ਪਾਤਸ਼ਾਹ ਅੱਗੇ ਕਿ ਗੁਰੂ ਸਾਹਿਬ, ਸਾਡੀ ਜਾਨ ਦੀ ਤਾਂ ਕੋਈ ਗੱਲ ਨਹੀਂ ਹੈ, ਲੇਕਿਨ ਸਾਡੇ ਵਰਗੇ ਤਾਂ ਨਬੀ ਖਾਂ ਗਨੀ ਖਾਂ ਬਹੁਤ ਪੈਦਾ ਹੋ ਜਾਣਗੇ, ਲੇਕਿਨ ਤੁਹਾਡੇ ਵਰਗੇ ਗੁਰੂ ਨਹੀਂ ਹੋਣੇ, ਇਸ ਲਈ ਤੁਹਾਡੀ ਸੁਰੱਖਿਆ ਬਹੁਤ ਜ਼ਰੂਰੀ ਹੈ। ਤਾਂ ਗੁਰੂ ਸਾਹਿਬ ਨਾਲ ਮਸ਼ਵਰਾ ਕਰਕੇ ਉਹ ਦੋਵੇਂ ਭਰਾ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਬਾਹਰ ਲੈ ਜਾਂਦੇ ਨੇ ਅਤੇ
ਲੁਧਿਆਣਾ ਰੋਡ ਤੇ ਜਦੋਂ ਆਲਮਗੀਰ ਆ ਕੇ ਗੁਰੂ ਸਾਹਿਬ ਨੂੰ ਉੱਥੋਂ ਗੁਰੂ ਸਾਹਿਬ ਉਹਨਾਂ ਨੂੰ ਵਿਦਾ ਕਰਦੇ ਨੇ, ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਦੇ ਨੇ, ਜਿਹਦੇ 'ਚ ਲਿਖਿਆ ਕਿ ਨਬੀ ਖਾਂ ਤੇ ਗਨੀ ਖਾਂ ਸਾਨੂੰ ਪੁੱਤਰਾਂ ਨੂੰ ਵੱਧ ਕੇ ਪਿਆਰੇ ਨੇ, ਸਾਡਾ ਸਿੱਖ ਇਹਨਾਂ ਨੂੰ ਖਾਲੀ ਹੱਥ ਦਰਸ਼ਨ ਨਾ ਦੇਵੇ। ਸਿੱਖ ਇਤਿਹਾਸ ਪੰਨਾ ਨੰਬਰ 426, ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਤੇ ਲਿਖਿਆ। ਜਦੋਂ ਉਹ ਹੁਕਮਨਾਮਾ ਲੈ ਕੇ ਨਬੀ ਖਾਂ ਤੇ ਗਨੀ ਖਾਂ ਆਪਣੇ ਘਰ ਪਹੁੰਚਦੇ ਨੇ, ਤਾਂ ਨਬੀ ਖਾਂ ਦੀ ਜਿਹੜੀ ਬੇਟੀ ਹੈ 5-6 ਸਾਲ ਦੀ ਹੈ, ਉਹ ਪੁੱਛਦੀ ਹੈ ਅੱਬਾ ਜਾਨ ਇਹ ਤੁਹਾਡੇ ਹੱਥ 'ਚ ਕੀ ਹੈ? ਤਾਂ ਨਬੀ ਖਾਂ ਤੇ ਗਨੀ ਖਾਂ ਕਹਿੰਦੇ ਨੇ ਵੀ ਇਹ ਸਾਨੂੰ ਗੁਰੂ ਸਾਹਿਬ ਨੇ ਆਪਣਾ ਪੁੱਤਰ ਕਿਹਾ, ਪੁੱਤਰਾਂ ਨਾਲੋਂ ਵੱਧ ਪਿਆਰੇ ਕਿਹਾ, ਵੀ ਇਹ ਸਾਨੂੰ ਉਹਨਾਂ ਨੇ ਹੁਕਮਨਾਮਾ ਬਖਸ਼ਿਆ। ਤਾਂ ਉਹ ਬੱਚੀ ਆਪਣੇ ਪਿਤਾ ਦੇ ਹੱਥ 'ਚੋਂ ਹੁਕਮਨਾਮਾ ਲੈ ਕੇ ਕਹਿੰਦੀ ਹੈ ਵੀ ਜੇ ਤੁਸੀਂ ਗੁਰੂ ਸਾਹਿਬ ਦੇ ਪੁੱਤਰ ਹੋਏ ਤਾਂ ਮੈਂ ਪੁੱਤਰ ਹੀ ਹੋਈ ਨਾ। ਉਹ ਕਹਿੰਦੇ ਹਾਂ ਬੇਟਾ ਐਸੀ ਗੱਲ ਹੈ। ਤਾਂ ਉਹ ਬੱਚੀ ਉਹ ਹੁਕਮਨਾਮਾ ਗੁਰੂ ਸਾਹਿਬ ਦਾ ਬਖਸ਼ਿਆ ਉਹਨੂੰ ਆਪਣੇ ਚੁੰਮਦੀ ਹੈ, ਅੱਖਾਂ ਨਾਲ ਲਾਉਂਦੀ ਹੈ ਅਤੇ ਘੁੰਮਦੀ ਹੈ ਅਤੇ ਨੱਚਦੀ ਹੋਈ ਗਾਉਂਦੀ ਹੈ, ਮੈਂ ਪੋਤੀ ਮੈਂ ਆਬਦਾਰ ਮੋਤੀ, ਮੈਂ ਪ੍ਰੀਤ ਸੰਗ ਪਰੋਤੀ, ਮੈਂ ਜੋਤ ਸੰਗ ਜੋਤੀ, ਮੈਂ ਪੋਤੀ। ਤੁਸੀਂ ਕਲਪਨਾ ਕਰੋ ਪਿਆਰ ਦੀ ਇਸ ਮਿਸਾਲ ਦੀ। ਇਹ ਕਿਤਾਬ ਹੈ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਪਿਛਲੇ ਦਿਨਾਂ 'ਚ, ਅਤੇ ਇਹ ਇੱਕ ਖੱਤ ਭਾਈ ਤਾਰੂ ਸਿੰਘ ਦੇ ਵਾਰਸਾਂ ਦੇ ਨਾਮ। ਇਹ ਸਾਰੀਆਂ ਘਟਨਾਵਾਂ ਦੱਸਦੀਆਂ ਨੇ ਕਿ ਦੇਖੋ ਤੁਸੀਂ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਨਿਕਲਦੇ ਨੇ ਅਤੇ ਰਹਿ ਕਲਾਂ ਤੱਕ ਪਹੁੰਚਦੇ ਨੇ, ਤਾਂ ਉਹਨਾਂ ਦਾ ਸਾਰਾ ਜਿਹੜਾ ਠਹਿਰਾਓ ਹੋਇਆ ਉਹ ਮੁਸਲਮਾਨਾਂ ਦੇ ਘਰ ਹੀ ਹੋਇਆ। ਅਤੇ ਜਦੋਂ ਜੇ ਲੜਾਈ ਮੁਸਲਮਾਨਾਂ ਨਾਲ ਹੁੰਦੀ ਜਾਂ ਇਸਲਾਮ ਨਾਲ ਹੁੰਦੀ, ਤਾਂ ਉਹ ਮੁਸਲਮਾਨ ਇਸਲਾਮ ਦੇ ਕਿਵੇਂ ਵਿਰੋਧੀ ਹੋ ਸਕਦੇ ਸੀ, ਇਸਲਾਮ ਨਾਲ ਕਿਵੇਂ ਬਗਾਵਤ ਕਰ ਸਕਦੇ ਸੀ, ਠੀਕ ਹੈ ਨਾ। ਜੇ ਮੁਸਲਮਾਨ ਕੌਮ ਨਾਲ ਹੁੰਦੀ ਤਾਂ ਕਦੇ ਵੀ ਨਹੀਂ ਠਹਿਰਾਉਂਦੇ ਸੀਗੇ। ਉਹ ਜਾਣਦੇ ਸੀ ਇਹ ਨਾ ਇਸਲਾਮ ਨਾਲ ਲੜਾਈ ਹੈ ਤਾਂ ਮੁਸਲਮਾਨਾਂ ਨਾਲ ਲੜਾਈ ਹੈ, ਅਤੇ ਇੱਕ ਜ਼ਾਲਮ ਹਾਕਮ ਨਾਲ ਲੜਾਈ ਹੈ। ਔਰ ਹਾਕਮ ਵੀ ਉਹ ਜਿਹੜਾ ਪਹਾੜੀ ਰਾਜੇ ਨੂੰ ਧੱਕੇ ਚੜਿਆ ਹੋਇਆ, ਜਿਹਨੇ ਰਿਸ਼ਵਤ ਖਾਧੀ ਹੋਈ ਹੈ। ਔਰ ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਤੁਸੀਂ ਕਿਸੇ ਵੀ ਬਦਮਾਸ਼ ਨੂੰ ਪੈਸਾ ਦਿਓ 5-4 ਲੱਖ ਰੁਪਈਆ, ਕਿਸੇ ਦਾ ਵੀ ਕਤਲ ਕਰਾ ਲਓ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਨਾਂ ਲੋਕਾਂ ਦੀ ਲੜਾਈ ਕੋਈ ਨਹੀਂ ਹੋਣੀ ਜਿਹਨਾਂ ਨੇ ਮਾਰਿਆ ਉਹਨਾਂ ਨੂੰ, ਉਹਦੇ ਪਿੱਛੇ ਤਾਂ ਕੋਈ ਹੋਰ ਹੱਥ ਹੋਣਾ ਨਾ। ਅਤੇ ਅਸੀਂ ਉਹ ਪਿਛਲੇ ਹੱਥ ਨੂੰ ਨਹੀਂ ਤਲਾਸ਼ ਕਰਦੇ, ਸਾਹਮਣੇ ਨੂੰ ਸਜ਼ਾ ਦਿੰਦੇ ਹਾਂ। ਇਸ ਤਰ੍ਹਾਂ ਇਨਸਾਫ ਨਹੀਂ ਹੁੰਦਾ। ਮੇਰੀ ਕੋਸ਼ਿਸ਼ ਇਹ ਸੀ ਵਜ਼ੀਰ ਖਾਂ ਕਾਤਲ ਹੈ, ਮੈਨੇ ਕਿਹਾ, ਕਿਉਂਕਿ ਮੈਂ ਉਹਨੂੰ ਬਹੁਤ ਬੜਾ ਕਾਤਲ ਸਮਝਦਾ। ਵਜ਼ੀਰ ਖਾਂ ਨੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮੁਜਰਮ ਮਗਰੋਂ ਹੈ, ਮੈਂ ਅਕਸਰ ਕਿਹਾ। ਲੇਕਿਨ ਸਵਾਲ ਇਹ ਉੱਠਦਾ ਵੀ ਵਜ਼ੀਰ ਖਾਂ ਦੀ ਗੁਰੂ ਸਾਹਿਬ ਨਾਲ ਕੀ ਲੜਾਈ ਸੀ? ਸਾਨੂੰ ਲੋੜ ਹੈ ਉਹ ਹੱਥ ਨੂੰ ਤਲਾਸ਼ ਕਰਨ ਦੀ ਜਿਹੜਾ ਪਿੱਛੇ ਹੱਥ ਛੁਪਿਆ ਹੋਇਆ, ਜਿਹਨੇ ਇਹ ਸਾਰਾ ਕਾਰਾ ਕਰਵਾਇਆ ਹੈ, ਤਾਂ ਕਿ ਲੋਕਾਂ ਸਾਹਮਣੇ ਸੱਚਾਈ ਆ ਸਕੇ। ਬਿਲਕੁਲ ਜੀ। ਇਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਸਲਮਾਨਾਂ ਦੇ ਨਾਲ ਪਿਆਰ। ਔਰ ਬਹੁਤ ਸਾਰੇ ਮੁਸਲਿਮ ਵੀ ਅਜਿਹੇ ਹੋਏ ਨੇ। ਇਹ ਮੁਸਲਮਾਨਾਂ ਤੁਸੀਂ ਹੁਣ ਜ਼ਿਕਰ ਕੀਤਾ ਸੀ ਪਿਆਰ, ਤਾਂ ਕਈਆਂ ਨੂੰ ਗੁਰੂ ਪਾਤਸ਼ਾਹ ਨੇ ਆਪਣੀਆਂ ਕੁਝ ਚੀਜ਼ਾਂ ਵੀ ਭੇਂਟ ਕੀਤੀਆਂ, ਬਹੁਤ ਸਾਰੇ ਮੁਸਲਮਾਨਾਂ ਨੂੰ ਦਿੱਤੀਆਂ। ਮੈਂ ਉਹਨਾਂ ਦਾ ਜ਼ਿਕਰ ਜਾਣਨਾ ਚਾਹਾਂਗੇ, ਉਹ ਕਿਹੜੇ ਮੁਸਲਮਾਨ ਨੇ? ਕਈਆਂ ਨੂੰ ਤਲਵਾਰ ਭੇਂਟ ਕੀਤੀ, ਕਈਆਂ ਨੂੰ ਆਪਣੀ ਚੋਲਾ ਬਖਸ਼ਿਸ਼ ਕੀਤਾ। ਪਹਿਲਾਂ ਤਾਂ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਸੀ, ਕਟਾਰ ਵੀ ਦਿੱਤੀ ਸੀ ਅਤੇ ਆਪਣੀ ਦਸਤਾਰ ਵੀ ਦਿੱਤੀ ਸੀ। ਇਸ ਤੋਂ ਬੜੀ ਤਾਂ ਕੋਈ ਚੀਜ਼ ਹੁੰਦੀ ਨਹੀਂ ਹੈ। ਅੱਧੀ ਦਸਤਾਰ ਇੱਕ ਪਿਆਰ ਦੀ ਨਿਸ਼ਾਨੀ ਸੀ, ਪਿਆਰ ਦੀ ਅੰਤ ਦੀ ਨਿਸ਼ਾਨੀ ਸੀ। ਜਦੋਂ ਲੋਕ ਗੁਰੂ ਸਾਹਿਬ ਜਦੋਂ ਜਿੱਤ ਕੇ ਭੰਗਾਣੀ ਦੇ ਦਿਨ 'ਚ ਫਰੀ ਹੋਏ ਨੇ, ਵਿਹਲੇ ਹੋਏ ਨੇ, ਤਾਂ ਲੋਕਾਂ ਨੂੰ ਬਖਸ਼ਿਸ਼ਾਂ ਕਰ ਰਹੇ ਤੇ ਪੀਰ ਬੁੱਧੂ ਸ਼ਾਹ ਹਾਜ਼ਰ ਹੋਏ ਨੇ। ਤਾਂ ਉਹਨਾਂ ਨੇ ਵੀ ਪੁੱਛਿਆ ਪੀਰ ਬੁੱਧੂ ਸ਼ਾਹ ਨੂੰ, ਤਾਂ ਉਹਨਾਂ ਨੇ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਤੁਹਾਡੇ ਦਸਤਾਰ ਕੰਘੀ ਜਿਹੜੀ ਹੈ ਨਾ ਉਹੀ ਦੇ ਦਿਓ ਜਿਹਦੇ ਬਾਏ ਹੋਏ ਬਾਲ ਨੇ ਨਾ। ਅਤੇ ਗੁਰੂ ਸਾਹਿਬ ਨੇ ਫਿਰ ਉਹਨੂੰ ਦਸਤਾਰ ਵੀ ਦਿੱਤੀ। ਉਸ ਤੋਂ ਬਾਅਦ ਜਦੋਂ ਕੋਟਲਾ ਨਿਹੰਗ ਖਾਂ ਗਏ ਨੇ, ਕੋਟਲਾ ਨਿਹੰਗ ਖਾਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੀ ਭੇਟਾਂ ਹੁਣ ਤੱਕ ਉੱਥੇ ਪਈਆਂ ਨੇ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਪਹੁੰਚਦੇ ਨੇ ਆਪਣੇ ਰਾਏਕੋਟ ਕੋਲੇ, ਤਾਂ ਉੱਥੇ ਵੀ ਗੁਰੂ ਸਾਹਿਬ ਨੇ ਇੱਕ ਗੰਗਾ ਸਾਗਰ ਦਿੱਤੀ, ਅਤੇ ਉਹ ਰਾਏਕੱਲਾ ਦੇ ਖਾਨਦਾਨ 'ਚੋਂ ਰਾਏ ਅਜ਼ੀਜ਼ੁੱਲਾ ਜਿਹੜੇ ਅੱਜ ਕੱਲ੍ਹ ਪਾਕਿਸਤਾਨ ਚਲੇ ਗਏ ਅਤੇ ਫਿਰ ਕੈਨੇਡਾ ਨੇ, ਉਹ ਕਿੰਨੀ ਵਾਰੀ ਆ ਕੇ ਇੰਡੀਆ 'ਚ ਸੰਗਤਾਂ ਨੂੰ ਉਹਨਾਂ ਦੇ ਗੰਗਾ ਸਾਗਰ ਦੇ ਦਰਸ਼ਨ ਕਰਾ ਚੁੱਕੇ ਨੇ। ਅਤੇ ਇੱਕ ਵੀ ਉਸ ਵੇਲੇ ਜਦੋਂ ਰਾਏਕੋਟ ਤੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਉਸ ਜਿਹੜੀ ਕੋਡ ਲੱਗੀ ਹੋਈ ਸੀ ਵੀ ਸਾਹਿਬਜ਼ਾਦਿਆਂ ਦੇ ਹੱਕ 'ਚ ਕਿਸੇ ਨੇ ਆਵਾਜ਼ ਨਹੀਂ ਉਠਾਈ, ਤਾਂ ਨੂਰੇ ਵਾਹੀ ਨੇ ਕਿਹਾ ਵੀ ਨਹੀਂ, ਮਲੇਰਕੋਟਲਾ ਦਾ ਇੱਕ ਨਵਾਬ ਸ਼ੇਰ ਮੁਹੰਮਦ ਖਾਨ ਸੀ ਜਿਹਨੇ ਉਸ ਵੇਲੇ ਭਰੀ ਅਦਾਲਤ 'ਚ ਸੂਬੇ ਸਰਹੰਦ ਦੇ ਖਿਲਾਫ ਆਵਾਜ਼ ਉਠਾਈ ਸੀ, ਔਰ ਉਸ ਤੋਂ ਬਾਅਦ ਉਹ ਵਾਕ ਆਊਟ ਕਰ ਗਿਆ ਸੀ। ਅਤੇ ਗੁਰੂ ਸਾਹਿਬ ਨੇ ਫਿਰ ਮਲੇਰਕੋਟਲਾ ਨੂੰ ਵਰ ਵੀ ਦਿੱਤਾ ਸੀ ਸਦਾ ਬਸੇ ਰਹਿਣ ਦਾ। ਅਤੇ ਇੱਕ ਸ਼੍ਰੀ ਸਾਹਿਬ ਕਿਰਪਾਨ ਜਿਹੜੀ ਸੀ ਤਲਵਾਰ, ਉਹ ਰਾਏਕਲਾ ਦੇ ਹੱਥੀਂ ਮਲੇਰਕੋਟਲੇ ਭੇਜੀ ਸੀ, ਅਤੇ ਅੱਜ ਤੱਕ ਵੀ ਉਹ ਨਵਾਬ ਸਾਹਿਬ ਦੇ ਘਰਾਣੇ ਚਲੀ ਆ ਰਹੀ ਹੈ ਅਤੇ ਮਲੇਰਕੋਟਲੇ ਮੌਜੂਦ ਹੈ। ਅਤੇ ਰਾਏਕੱਲਾ ਕੋਲੇ ਵੀ ਗੰਗਾ ਸਾਗਰ ਵੀ ਹੈ। ਹੋਰ ਵੀ ਬਹੁਤ ਸਾਰੇ ਮੁਸਲਮਾਨ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀਆਂ ਜਿਹੜੀਆਂ ਕੀਮਤੀ ਦਾਤਾਂ ਦਿੱਤੀਆਂ ਨੇ, ਜਿਹੜੀਆਂ ਅੱਜ ਵੀ ਅਜਾਇਬ ਘਰ 'ਚ ਮੌਜੂਦ ਨੇ। ਬਿਲਕੁਲ ਜੀ। ਵੈਸੇ ਮੈਂ ਜ਼ਿਕਰ ਕਰਾਂ ਤਾਂ ਕਾਫੀ ਦਿਨ ਹੋ ਗਏ ਮਲੇਰਕੋਟਲਾ ਦੇ ਨਾਲ ਅਸੀਂ ਘੁੰਮ ਫਿਰ ਰਹੇ ਹਾਂ, ਬੜੀਆਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ, ਇਤਿਹਾਸ ਵੀ ਫਰੋਲਦੇ ਪਏ ਹਾਂ ਕਿ ਕੀ ਇਤਿਹਾਸ ਹੈਗਾ, ਹੈ ਨਾ। ਮੈਂ ਇੱਕ ਚੀਜ਼ ਮੁਸਲਮਾਨ ਵੀਰਾਂ 'ਚ ਨੋਟ ਕੀਤੀ ਕਿ ਜਦੋਂ ਵੀ
5 ਸਮੇਂ ਦੀ ਨਮਾਜ਼ ਤਾਂ ਅਦਾ ਕਰਦੇ ਹੀ ਨੇ ਉਹ, ਪਰ ਉਹ ਕਿਸੇ ਦੇ ਅੱਗੇ ਸੀਸ ਨਹੀਂ ਝੁਕਾ ਰਹੇ ਸੀ। ਉਹ ਆਪਣੀ ਦਰਗਾਹ 'ਤੇ ਵੀ ਜਾ ਕੇ, ਹੈਦਰ ਸ਼ੇਖ ਹੋਣਾ ਦੀ ਦਰਗਾਹ ਸੀ, ਉੱਥੇ ਵੀ ਮਤਲਬ ਮੱਥਾ ਨਹੀਂ ਟੇਕਦੇ ਸੀ। ਤੇ ਮੈਂ ਸਵਾਲ ਕੀਤਾ ਉਹਨਾਂ ਨੂੰ ਕਿ ਮੈਂ ਕਿਹਾ ਬਾਕੀ ਸਾਰੇ ਆ ਕੇ ਇੱਥੇ ਮੱਥਾ ਟੇਕਦੇ, ਤੁਸੀਂ ਮੱਥਾ ਕਿਉਂ ਨਹੀਂ ਟੇਕਦੇ? ਉਹ ਕਹਿੰਦੇ ਅਸੀਂ ਉਹਨੂੰ ਮੱਥਾ ਟੇਕਦੇ ਹਾਂ ਜਿਹਨੂੰ ਇਹ ਮੱਥਾ ਟੇਕਦੇ ਸੀ। ਨਹੀਂ, ਇਹ ਵੈਸੇ ਤਾਂ ਜੇ ਦੇਖਿਆ ਜਾਵੇ ਸਿੱਖੀ ਦਾ ਵੀ ਇਹੀ ਅਸੂਲ ਹੈ। ਗੁਰੂ ਸਾਹਿਬ ਨੇ ਤਾਂ ਇੱਕ ਲਾ ਕੇ ਓਂਕਾਰ ਤੋਂ ਪਹਿਲਾਂ ਇਹ ਸਿੱਧ ਕਰ ਦਿੱਤਾ ਜੀ ਵੀ ਕੋਈ ਵੀ ਪੂਜਾ ਦੇ ਯੋਗ ਨਹੀਂ। ਗੁਰੂ ਸਾਹਿਬ ਨੇ ਆਪਣੇ ਲਈ ਨਹੀਂ ਕਿਹਾ, ਤੇ ਇਸਲਾਮ 'ਚ ਵੀ ਇਹੀ ਹੈ। ਲੇਕਿਨ ਇਹ ਹੈ ਵੀ ਬਹੁਤ ਸਾਰੀ ਘੁਸਪੈਠ ਹੋ ਚੁੱਕੀ ਹੈ ਨਾ, ਬਹੁਤ ਸਾਰੇ ਕੇਸਾਧਾਰੀ ਸਿੱਖੀ 'ਚ ਘੁਸਪੈਠ ਕਰਕੇ ਉਹਨਾਂ ਨੇ ਸਿੱਖੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਇਸਲਾਮ 'ਚ ਵੀ ਹੁੰਦਾ ਐਸਾ, ਲੇਕਿਨ ਇਹ ਹੈ ਵੀ ਇਸਲਾਮ ਦੀ ਜਿਹੜੀ ਨੀਂਹ ਰੱਖੀ ਗਈ ਸੀ ਉਹ ਅਕਾਲ ਪੁਰਖ ਦੀ ਏਕਤਾ 'ਤੇ ਰੱਖੀ ਗਈ ਸੀ, ਔਰ ਇਹ ਧਰਮ ਸਿੱਧ ਵੀ ਕਰਦੇ ਨੇ। ਤਾਂ ਅਸੀਂ ਪਿੱਛੇ ਚਲੇ ਜਾਈਏ, ਕਰੋੜਾਂ ਸਾਲ ਪਹਿਲਾਂ ਸਾਇੰਸ ਦੱਸਦੀ ਹੈ ਕਿ ਇਸ ਸੰਸਾਰ 'ਚ ਨਹੀਂ ਥਾ, ਸੰਸਾਰ ਨਹੀਂ ਥਾ, ਇੱਥੇ ਵੈਕਿਊਮ ਸੀ, ਖਾਲੀ ਜਗ੍ਹਾ ਸੀ, ਧੂੰਆਂ ਤਾਂ ਸੀ, ਅਤੇ ਉਸ ਵੇਲੇ ਵੀ ਰੱਬ ਦਾ ਥਾ, ਅਤੇ ਉਸ ਵੇਲੇ ਰੱਬ ਦੀ ਉਪਾਸਨਾ ਕੌਣ ਕਰਦਾ ਸੀ? ਅਤੇ ਫਿਰ ਇੱਕ ਬਹੁਤ ਬੜਾ ਧਮਾਕਾ ਹੁੰਦਾ ਜਿਹਨੂੰ ਸਾਇੰਸ ਦੀ ਭਾਸ਼ਾ ਬਿਗ ਬੈਂਗ ਕਿਹਾ ਜਾਂਦਾ, ਜਿਹਦੇ ਸਿੱਟੇ ਵਜੋਂ ਸਾਰਾ ਸੰਸਾਰ ਆਇਆ ਨਾ। ਅਤੇ ਰੱਬ ਦੇ ਅਸਲ ਇਹ ਵੀ ਰੱਬ ਦੇ ਕੰਮਾਂ 'ਚ ਕੋਈ ਉਹਦਾ ਸਾਝੀਦਾਰ ਨਹੀਂ ਹੈਗਾ। ਅਤੇ ਜਦ ਇੱਕ ਉਹ ਵਰਸ਼ਿਪ ਕ੍ਰੀਏਟਰ ਨਾਟ ਕ੍ਰੀਏਸ਼ਨਸ, ਅਸੀਂ ਸਾਰੀਆਂ ਕ੍ਰੀਏਸ਼ਨਸ ਆ। ਕੋਈ ਪੀਰ ਪੈਗੰਬਰ, ਕੋਈ ਗੁਰੂ, ਕੋਈ ਨਬੀ, ਉਹ ਸਭ ਉਹਦੀਆਂ ਕ੍ਰੀਏਸ਼ਨਸ ਨੇ। ਅਤੇ ਕ੍ਰੀਏਸ਼ਨ ਨੂੰ ਮੱਥਾ ਨਹੀਂ ਟੇਕਿਆ ਜਾਂਦਾ। ਭਗਤੀ, ਇਬਾਦਤ, ਉਪਾਸਨਾ ਕੀਤੀ ਜਾਂਦੀ ਹੁੰਦੀ ਹੈ ਅਕਾਲ ਪੁਰਖ ਦੀ, ਜਿਹੜਾ ਕ੍ਰੀਏਟਰ ਹੈ। ਔਰ ਗੁਰਬਾਣੀ 'ਚ ਵੀ ਕਿਹਾ ਗਿਆ, ਤੁਧ, ਗੁਰੂ ਸਾਹਿਬ ਫਰਮਾਉਂਦੇ ਤੁਧ ਆਗੇ ਅਰਦਾਸ ਹਮਾਰੀ। ਹੁਣ ਗੁਰੂ ਸਾਹਿਬ ਕਿਹਨੂੰ ਕਹਿ ਰਹੇ ਨੇ? ਜੇ ਗੁਰੂ ਸਾਹਿਬ ਆਪਣੇ ਆਪ ਨੂੰ ਕਹਿੰਦੇ ਤਾਂ ਫਿਰ ਕਿਉਂ ਕਹਿੰਦੇ ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਅਰਦਾਸ ਦਾ 2 ਸ਼ਬਦਾਂ ਤੋਂ ਬਣਿਆ ਹੈ, ਅਰਜ਼ ਅਤੇ ਦਾਸ ਤੋਂ। ਇਹ ਮੇਰਾ ਖਿਆਲ ਸਰੋਤੇ ਪਹਿਲੀ ਵਾਰੀ ਸੁਣਨਗੇ। ਅਰਜ਼ ਮਤਲਬ ਹੁੰਦਾ ਬੇਨਤੀ, ਬੇਨਤੀ, ਅਤੇ ਦਾਸ ਦਾ ਪੇਸ਼ ਕਰਨਾ। ਗੁਰੂ ਸਾਹਿਬ ਕਹਿੰਦੇ ਨੇ ਮੈਂ ਅਕਾਲ ਪੁਰਖ ਤੇਰੇ ਅੱਗੇ ਆਪਣੀ ਬੇਨਤੀ ਪੇਸ਼ ਕਰਦਾ, ਅਰਦਾਸ ਕਰਦਾ ਕਿ ਇਹ ਜਾਨ, ਜੀਓ ਜਾਨ, ਪਿੰਡ ਸਰੀਰ ਨੂੰ ਕਿਹਾ ਇਹ ਜਾਨ ਔਰ ਸਰੀਰ ਤੇਰਾ ਹੈ, ਸਭ ਕੁਛ ਤੇਰਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਉਹ ਅਕਾਲ ਪੁਰਖ ਸਭ ਤੇਰੀ ਵਡਿਆਈ ਹੈ। ਮੈਂ ਤਾਂ ਕੁਛ ਨਹੀਂ, ਮੈਨੂੰ ਤਾਂ ਕੁਝ ਜਾਣਦਾ ਵੀ ਨਹੀਂ ਹੈ, ਤੇਰੇ ਨਾਲ ਜੁੜਿਆ ਹੋਇਆ, ਇਸ ਕਰਕੇ ਮੈਨੂੰ ਲੋਕ ਜਾਣਦੇ ਨੇ। ਔਰ ਹਕੀਕਤ ਵੀ ਹੈ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੁਨੀਆ 'ਚ ਕੋਈ ਨਿਸ਼ਾਨ ਨਹੀਂ ਸੀ ਕਿਸੇ ਦਾ ਵੀ। ਔਰ ਇੱਕ ਸਮਾਂ ਆਊਗਾ ਜੋ ਸਾਇੰਸ ਦੱਸਦੀ ਹੈ ਫਿਰ ਇਹ ਖਤਮ ਹੋ ਜਾਊਗਾ, ਫਿਰ ਉਹ ਇੱਕੋ ਰੱਬ ਸਦਾ ਸਲਾਮਤ ਨਿਰੰਕਾਰ ਹੀ ਬਾਕੀ ਰਹਿਣਾ ਹੈਗਾ। ਅਤੇ ਫਿਰ ਪੂਜਾ ਵੀ ਉਹਦੀ ਕੀਤੀ ਜਾਵੇ, ਅਤੇ ਪੂਜਾ ਉਪਾਸਨਾ ਵੀ ਉਹਦੀ ਕੀਤੀ ਜਾਵੇ। ਔਰ ਇਹ ਰੱਬ ਦੇ ਨੇੜੇ ਸਭ ਤੋਂ ਵੱਡੀ ਨੇਕੀ ਹੈ, ਸਭ ਤੋਂ ਅੱਛਾ ਪਵਿੱਤਰ ਕਰਮ ਹੈ। ਔਰ ਰੱਬ ਦੇ ਨੇੜੇ, ਅਕਾਲ ਪੁਰਖ ਦੇ ਨੇੜੇ ਸਭ ਤੋਂ ਬੜਾ ਜਿਹੜਾ ਅਪਵਿੱਤਰ ਕਰਮ, ਗੰਦਾ ਕਰਮ, ਮੰਦਾ ਕਰਮ ਉਹ ਹੈ ਉਸ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਉਪਾਸਨਾ ਕੀਤੀ ਜਾਵੇ। ਕਿਉਂਕਿ ਇਹ ਅਕਲ 'ਚ ਵੀ ਆਉਂਦੀ ਹੈ, ਇਨਸਾਨ ਜਿਹੜਾ ਹੈ ਇੱਕ ਵਿਅਕਤੀ ਹੈ ਜਿਹਦੇ ਅੰਦਰ ਅਣਖ ਹੈ, ਗੈਰਤ ਹੈ, ਉਹ ਕਦੇ ਵੀ ਇਹ ਸਹਿਣ ਨਹੀਂ ਕਰੂਗਾ ਕਿ ਉਹਦੀ ਪਤਨੀ ਦੇ ਕਿਸੇ ਹੋਰ ਦੂਸਰੇ ਆਦਮੀ ਨਾਲ ਸੰਬੰਧ ਹੋਣ, ਚਾਹੇ ਉਹਦਾ ਵੱਡਾ ਭਰਾ ਹੀ ਹੋਵੇ, ਚਾਹੇ ਉਹਦਾ ਪਿਤਾ ਹੀ ਹੋਵੇ। ਇਸ ਤੋਂ ਨੇੜੇ ਦਾ ਕੋਈ ਰਿਸ਼ਤਾ ਨਹੀਂ ਹੈਗਾ। ਹਾਲਾਂਕਿ ਉਹ ਪਤਨੀ ਨੂੰ ਉਹਨੇ ਬਣਾਇਆ ਨਹੀਂ ਹੁੰਦਾ, ਇੱਕ ਐਗਰੀਮੈਂਟ ਦੇ ਤਹਿਤ ਉਹਦਾ ਵਿਆਹ ਹੋਇਆ ਹੁੰਦਾ, ਤਾਂ ਉਹ ਸੱਚਾ ਮਾਲਿਕ ਅਕਾਲ ਪੁਰਖ ਜਿਹੜਾ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਇਸ ਸੰਸਾਰ ਨੂੰ ਵੀ ਪੈਦਾ ਕਰਦਾ ਹੈ, ਤਾਂ ਉਹ ਕਿਵੇਂ ਸਹਿਣ ਕਰੇ ਕਿ ਉਹਦਾ ਬਣਾਇਆ ਹੋਇਆ ਬੰਦਾ ਉਹਨੂੰ ਛੱਡ ਕੇ ਕਿਸੇ ਹੋਰ ਦੀ ਉਪਾਸਨਾ ਕਰੇ, ਕਿਸੇ ਹੋਰ ਦੀ ਪੂਜਾ ਕਰੇ, ਕਿਸੇ ਹੋਰ ਦੇ ਮੱਥਾ ਟੇਕੇ। ਇਸ ਕਰਕੇ ਤੁਸੀਂ ਅਗਰ ਇਮਾਨਦਾਰੀ ਨਾਲ ਦੇਖੋ, ਜਿੰਨੇ ਵੀ ਗੁਰੂ ਪੀਰ ਪੈਗੰਬਰ ਆਏ ਨੇ, ਇਹਨਾਂ ਸਾਰਿਆਂ ਨੇ ਇੱਕ ਰੱਬ ਦੀ ਗੱਲ ਕੀਤੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਜਿਹੜੇ ਉਸ ਰੱਬ ਦਾ ਰਸਤਾ ਦੱਸਣ ਆਏ ਥੇ, ਅਸੀਂ ਉਹਨਾਂ ਨੂੰ ਰੱਬ ਬਣ ਬੈਠੇ, ਉਹਨਾਂ ਅੱਗੇ ਸਿੱਧਾ ਝੁਕਾਉਣ ਕਰਨ ਲੱਗੇ। ਇਹ ਤੁਸੀਂ ਮੰਨਦੇ ਹੋ ਕਿ ਅੱਜ ਹਰ ਧਰਮ ਦਾ, ਚਾਹੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ, ਚਾਹੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ, ਚਾਹੇ ਅਸੀਂ ਮੁਸਲਮਾਨ ਧਰਮ ਦੀ ਗੱਲ ਕਰੀਏ, ਇਸ ਧਰਮ ਦੇ ਠੇਕੇਦਾਰ ਸਾਰੇ ਬਣਦੇ ਨੇ, ਪਰ ਇਹਨੂੰ ਮੰਨਦਾ ਕੋਈ ਨਹੀਂ ਹੈ, ਆਪਣੇ ਸਿਧਾਂਤਾਂ ਤੋਂ ਭਟਕ ਚੁੱਕੇ ਨੇ। ਦੇਖੋ, ਮੈਂ ਆਪਣੀ ਕਿਤਾਬ 'ਚ ਵੀ ਲਿਖਿਆ, ਬਾਬਾ ਹਦਰ ਸ਼ੇਖ ਦੀ 'ਚ ਵੀ, ਔਰ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਪੈਗਾਮ, ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਅਤੇ ਇਸਲਾਮ 'ਚ ਲਿਖਿਆ ਵੀ ਆਪਾਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ। ਇੱਕ ਉਦਾਹਰਨ ਦਿੱਤੀ ਹੈ ਮੈਨੇ ਵੀ ਇੱਕ ਪਿਤਾ ਹੈ, ਉਹਦਾ ਬੇਟਾ ਉਹਨੂੰ 100 ਵਾਰੀ ਆਪਣੇ ਪਿਤਾ ਨੂੰ ਪਿਤਾ ਜੀ ਕਹਿੰਦਾ, ਲੇਕਿਨ ਪਿਤਾ ਕੋਈ ਗੱਲ ਕਹਿੰਦਾ, ਕੋਈ ਕੰਮ ਕਹਿੰਦਾ, ਉਹ ਮੰਨਦਾ ਨਹੀਂ ਹੈਗਾ, ਸੁਣਦਾ ਹੀ ਨਹੀਂ ਹੈਗਾ। ਅਤੇ ਉਹ 100 ਵਾਰੀ ਪਿਤਾ ਜੀ ਕਹਿੰਦਾ, ਤਾਂ ਅਜਿਹਾ ਬੇਟੇ ਨੂੰ ਉਹਦਾ ਪਿਤਾ ਇੱਕ ਦਿਨ ਦੁਖੀ ਹੋ ਕੇ ਆਪਣੀ ਜਾਇਦਾਦ 'ਚ ਵੀ ਦਖਲ ਕਰ ਦਿੰਦਾ। ਅਤੇ ਹੁਣ ਇਹ ਕੈਸਾ ਗੁਰੂ ਸਾਹਿਬ ਨੂੰ ਮੰਨਣਾ ਹੋਇਆ? ਗੁਰੂ ਸਾਹਿਬ ਨੂੰ ਅਸੀਂ ਮੰਨਦੇ ਹਾਂ, ਗੁਰੂ ਸਾਹਿਬ ਦੇ ਉਪਦੇਸ਼ ਨੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਅਸੀਂ ਦੂਰ ਚਲੇ ਜਾ ਰਹੇ ਹਾਂ, ਅਤੇ ਇਹ ਗੁਰੂ ਸਾਹਿਬ ਨੂੰ ਮੰਨਣਾ ਨਹੀਂ ਹੋਇਆ। ਅੱਜ ਇਹੀ ਹੈ, ਕੁਛ ਧਰਮ ਦੇ ਠੇਕੇਦਾਰ ਐਸੇ ਨੇ ਜਿਹੜੇ ਆਪਣੀਆਂ ਦੁਕਾਨਦਾਰੀਆਂ ਵਾਸਤੇ ਸਾਨੂੰ ਮਿਸਗਾਈਡ ਕਰਦੇ ਨੇ। ਅਤੇ ਅਸੀਂ ਜ਼ਰੂਰਤ ਇਹ ਹੈ, ਮੈਂ ਅਕਸਰ ਕਹਿਣਾ ਸਾਡਿਆਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਸਿੱਖ ਭਰਾਵਾਂ ਨੂੰ ਵੀ ਸਾਨੂੰ ਸਿੱਖਾਂ ਨੂੰ ਗੁਰਬਾਣੀ ਨਾਲ ਡਾਇਰੈਕਟ ਜੁੜਨਾ ਚਾਹੀਦਾ ਹੈ। ਸਾਡੇ ਕੋਲ ਸਰੋਤ ਪਏ ਨੇ, ਅਸੀਂ ਡਾਇਰੈਕਟ ਜੁੜੀਏ, ਅਤੇ ਮੁਸਲਮਾਨਾਂ ਨੂੰ ਕੁਰਾਨ ਨਾਲ ਜੁੜਨਾ ਚਾਹੀਦਾ। ਜਿਹੜੀ ਗੱਲ ਇੱਕ ਸਿੱਖ ਲਈ ਜ਼ਰੂਰੀ, ਮੈਂ ਕਹਿਣਾ ਵੀ ਇਤਿਹਾਸ ਦੀ ਗੱਲ ਜਾਂ ਕੋਈ ਵੀ ਗੱਲ ਜਿਹੜੀ ਗੁਰਬਾਣੀ ਨਾਲ ਮੇਲ ਖਾਂਦੀ ਹੈ, ਗੁਰਬਾਣੀ ਦੀ ਕਸਵੱਟੀ 'ਤੇ ਖਰੀ ਉਤਰਦੀ ਹੈ, ਉਹ ਮੰਨਣ ਨੂੰ ਯੋਗ ਹੈ। ਪਰ ਜਿਹੜੀ ਗੱਲ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਜਾਂ ਗੁਰਬਾਣੀ ਦੇ ਉਲਟ ਹੈ,
ਜਾਂ ਗੁਰਬਾਣੀ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ, ਚਾਹੇ ਉਸ ਨੂੰ ਵਰਣਨ ਕਰਨ ਵਾਲੇ 100 ਸਿੱਖ ਇਤਿਹਾਸਕਾਰ ਹੋਣ, ਉਹ ਕਦੇ ਵੀ ਇੱਕ ਸੱਚੇ ਸਿੱਖ ਲਈ ਮੰਨਣ ਯੋਗ ਨਹੀਂ ਹੋ ਸਕਦੀ, ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਗੁਰਬਾਣੀ ਅੱਗੇ ਸਿਰ ਨਿਭਾਉਣਾ ਜ਼ਰੂਰੀ ਹੈ। ਇਸ ਲਈ ਇੱਕ ਮੁਸਲਮਾਨ ਲਈ ਕੋਈ ਪੀਰ ਕੋਈ ਧਾਰਮਿਕ ਵਿਦਵਾਨ ਕੁਛ ਕਹਿੰਦਾ, ਅਗਰ ਉਹ ਗੱਲ ਕੁਰਾਨ ਨਾਲ ਟਕਰਾਉਂਦੀ ਹੈ, ਕੁਰਾਨ ਸ਼ਰੀਫ ਨਾਲ, ਹਦੀਸ ਨਾਲ, ਤਾਂ ਉਹ ਸਾਡੇ ਲਈ ਮੰਨਣ ਯੋਗ ਨਹੀਂ, ਚਾਹੇ ਇੱਕ ਨਹੀਂ 1000 ਮੌਲਵੀ ਹੋ ਕੇ ਗੱਲ ਕਹੇ। ਅਗਰ ਉਹ ਇਸਲਾਮ ਯਾਨੀ ਕਿ ਕੁਰਾਨ ਦੇ ਸੰਵਿਧਾਨ, ਕੁਰਾਨ ਔਰ ਹਦੀਸ ਨਾਲ ਟਕਰਾਉਂਦੀ ਹੈ ਤਾਂ ਮੰਨਣ ਯੋਗ ਨਹੀਂ ਹੋਣੀ ਚਾਹੀਦੀ। ਇਸ ਲਈ ਸਾਨੂੰ ਡਾਇਰੈਕਟ ਯਾਨੀ ਕਿ ਕੁਰਾਨ ਤੋਂ ਔਰ ਉੱਧਰੋਂ ਸਿੱਖ ਭਰਾਵਾਂ ਨੂੰ ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਜੁੜ ਕੇ ਉਹ ਸਿੱਖਿਆਵਾਂ ਲੈਣੀ ਚਾਹੀਦੀਆਂ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ। ਇਸਲਾਮ ਧਰਮ ਇਹੀ ਸਿਖਾਉਂਦਾ ਹੈ ਕਿ ਕਦੇ ਕਿਸੇ ਦੇ ਜ਼ੁਲਮ ਨਾ ਕਰੋ, ਜ਼ਾਲਮ ਨਾ ਬਣੋ। ਤਾਂ ਹੋਰ ਕੀ ਕੁਝ ਸਿਖਾਉਂਦਾ ਆ ਕਿ ਕਿਉਂਕਿ ਅਸੀਂ ਨਾ ਜਦੋਂ ਵੀ, ਮੈਂ ਪਹਿਲਾਂ ਵੀ ਕਿਹਾ ਆ ਕਿ ਜਦੋਂ ਵੀ ਅਸੀਂ ਕਿਸੇ ਨੂੰ ਦੇਖਦੇ ਹਾਂ ਤਾਂ ਸਾਡੇ ਇਸ ਸਮਾਜ ਦੇ ਰਹਿਣ ਵਾਲੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਸ ਵੇਲੇ ਮੁਸਲਮਾਨਾਂ ਦੀ ਛਵੀ ਕਿਸੇ ਹੋਰ ਨਜ਼ਰ ਦੇ ਨਾਲ, ਕਿਸੇ ਹੋਰ ਅਕਸ ਨਾਲ ਦੇਖਦੇ ਉਹਨਾਂ ਨੂੰ। ਇਸਲਾਮ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਅਰਬੀ ਦੇ ਇੱਕ ਹੋਰ ਸ਼ਬਦ ਸਲਾਮ ਤੋਂ ਬਣਿਆ, ਜਿਸ ਦਾ ਅਰਥ ਹੈ ਸਲਾਮਤੀ, ਅਮਨ, ਸ਼ਾਂਤੀ। ਤਾਂ ਇਸਲਾਮ ਦਾ ਅਰਥ ਹੋਇਆ, ਇਸਲਾਮ ਦਾ ਅਰਥ ਇਹ ਹੈ ਵੀ ਸ਼ਾਂਤੀ, ਅਮਨ ਦਾ ਪੈਗਾਮ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਸ ਧਰਮ ਦੀ ਨੀਂਹ ਹੀ ਅਮਨ, ਸ਼ਾਂਤੀ ਅਤੇ ਸਲਾਮਤੀ 'ਤੇ ਰੱਖੀ ਗਈ ਹੋਵੇ, ਭਲਾ ਉਹ ਜ਼ੁਲਮ ਦੀ, ਅੱਤਵਾਦ ਦੀ ਸਿੱਖਿਆ ਕਿਵੇਂ ਦੇ ਸਕਦਾ ਹੈ? ਇਹ ਤਾਂ ਅਜੀਬ ਜਿਹੀ ਗੱਲ ਲੱਗਦੀ ਹੈ ਨਾ। ਤਾਂ ਉਹ ਇਸਲਾਮ ਦਾ ਪਾਰਟ ਨਹੀਂ ਹੈ। ਇਸਲਾਮ ਜਦੋਂ ਇੱਕ ਰੱਬ ਦੀ ਗੱਲ ਕਰਦਾ ਹੈ ਤਾਂ ਉਹ ਕਹਿੰਦਾ ਵੀ ਜਿੰਨੇ ਵੀ ਦੁਨੀਆ 'ਚ ਬਸਣ ਵਾਲੇ ਇਨਸਾਨ ਨੇ ਉਹਦੇ ਪਰਿਵਾਰ ਦੇ ਮੈਂਬਰ ਨੇ। ਤਾਂ ਫਿਰ ਉਹ ਇੱਕ ਮੁਸਲਮਾਨ, ਸੱਚਾ ਮੁਸਲਮਾਨ ਜਿਹੜਾ ਉਸ ਰੱਬ ਦੀ ਭਗਤੀ ਉਪਾਸਨਾ ਕਰਦਾ, ਉਸੇ ਰੱਬ ਦੇ ਪਰਿਵਾਰ ਦੇ ਮੈਂਬਰਾਂ 'ਤੇ ਜ਼ੁਲਮ ਕਿਵੇਂ ਕਰ ਸਕਦਾ ਸੱਚਾ ਮੁਸਲਮਾਨ? ਬਾਕੀ ਬਨਾਵਟੀ ਤਾਂ ਹਰ ਜਗ੍ਹਾ ਹੀ ਮੌਜੂਦ ਨੇ ਨਾ, ਅਤੇ ਉਹ ਕਦੇ ਵੀ ਜ਼ੁਲਮ ਨਹੀਂ ਕਰ ਸਕਦਾ। ਔਰ ਦੂਸਰੀ ਗੱਲ ਜਿਹੜੀ ਹੈਗੀ ਇਸਲਾਮ ਦੀ ਜਿਹੜੀ ਸੈਕੰਡ ਚੀਜ਼ ਹੈ, ਉਹ ਰੱਬ ਨੇ ਲੋਕਾਂ ਨੂੰ ਸੱਚਾ ਰਸਤਾ ਦਿਖਾਉਣ ਲਈ ਆਪਣੇ ਪੈਗੰਬਰ ਭੇਜੇ। ਅਤੇ ਤੀਸਰਾ ਜਿਹੜਾ ਬੁਨਿਆਦੀ ਅਕੀਦਾ ਉਹ ਹੈ ਵੀ ਜੋ ਤੁਸੀਂ ਕਰ ਰਹੇ ਹੋ ਸੰਸਾਰ 'ਚ, ਇਹਦਾ ਤੁਹਾਨੂੰ ਇੱਕ ਦਿਨ ਲੇਖਾ ਜੋਖਾ ਦੇਣਾ ਹੈ। ਅਤੇ ਮੈਨੂੰ ਪਤਾ ਹੈ ਵੀ ਅਗਰ ਮੈਂ ਕਿਸੇ ਪਰ ਜ਼ੁਲਮ ਕਰਦਾ, ਕਿਸੇ ਨਾਲ ਜ਼ਿਆਦਤੀ ਕਰਦਾ, ਕਿਸੇ ਨਾਲ ਮੰਦਾ ਚੰਗਾ ਬੋਲਦਾ ਜਾਂ ਬੇਈਮਾਨੀ ਕਰਦਾ ਜਾਂ ਝੂਠ ਬੋਲਦਾ, ਤਾਂ ਮੈਨੂੰ ਇਹਦਾ ਹਿਸਾਬ ਕਿਤਾਬ ਦੇਣਾ ਹੈ। ਅਤੇ ਮੈਂ ਕਿਵੇਂ ਕਰ ਸਕਦਾ? ਔਰ ਸਾਨੂੰ ਇੱਕ ਮੁਸਲਮਾਨ ਨੂੰ ਯਕੀਨ ਹੈ ਵੀ ਉਹ ਜੋ ਵੀ ਕਰਦਾ, ਜਿਹਨਾਂ ਨੂੰ ਚਿੱਤਰਗੁਪਤ ਕਿਹਾ ਗਿਆ ਹੈ ਗੁਰਬਾਣੀ 'ਚ, ਉਹਨੂੰ ਕਰਾਮਨ ਕਾਤਿਬੀਨ ਕਿਹਾ ਗਿਆ ਹੈ ਇਸਲਾਮੀ ਪੁਸਤਕਾਂ 'ਚ, ਉਹ ਸਾਡੇ ਨਾਲ ਨੇ ਹਰ ਵਕਤ, ਰੱਬ ਦੇ ਧਰਮ ਰਾਜ ਦੇ ਮੁਨਸ਼ੀ, ਜਿਹੜੇ ਹਰ ਇਨਸਾਨ ਦੇ ਚੰਗਾ ਮੰਦਾ ਨੋਟ ਕਰੀ ਜਾਂਦੇ ਨੇ। ਤੁਸੀਂ ਦੇਖੋ ਵੀ ਤੁਸੀਂ ਆਪਾਂ ਬੈਂਕ 'ਚ ਜਾਂਦੇ ਹਾਂ ਜਾਂ ਕਿਸੇ ਮਾਲ 'ਚ ਜਾਂਦੇ ਹਾਂ, ਉੱਥੇ ਲਿਖਿਆ ਹੁੰਦਾ ਖਬਰਦਾਰ ਤੁਸੀਂ ਕੈਮਰੇ ਦੀ ਨਿਗਰਾਨੀ 'ਚੋਂ, CCTV, ਤਾਂ ਅਸੀਂ ਫੌਰਨ ਭੱਜ ਜਾਂਦੇ, ਗਲਤ ਕੰਮ ਕਰਨ ਲੱਗੇ ਯਾਰ ਵੀ ਸਾਨੂੰ ਕੋਈ ਨੋਟ ਕਰ ਰਿਹਾ। ਤਾਂ ਹੁਣ ਜਿਸ ਮੁਸਲਮਾਨ ਨੂੰ, ਸੱਚੇ ਮੁਸਲਮਾਨ ਨੂੰ ਯਕੀਨ ਹੈ ਕਿ ਹਰ ਵਕਤ ਉਹਨੂੰ ਦੋ ਧਰਮ ਰਾਜ ਦੇ ਮੁਨਸ਼ੀ ਉਹਦੀ ਰਿਕਾਰਡਿੰਗ ਕਰ ਰਹੇ ਨੇ, ਔਰ ਉਹਦੇ ਲਈ ਇਹ ਧਰਤੀ CCTV ਕੈਮਰਾ ਹੈ ਔਰ ਇਹ ਆਕਾਸ਼ CCTV ਕੈਮਰਾ ਹੈ, ਉਹ ਇੰਨੇ ਨਿਗਰਾਨੀਆਂ ਦੇ ਵਿਚਕਾਰ ਹੋ ਕੇ ਕਿਸੇ ਦੇ ਜ਼ੁਲਮ ਕਿਵੇਂ ਕਰ ਸਕਦਾ? ਫਿਰ ਉਹਨੂੰ ਇਹ ਯਕੀਨ ਹੈ 100% ਵੀ ਜੋ ਵੀ ਮੈਂ ਕਰਦਾ, ਮੈਨੇ ਕੰਨ ਜਿੰਨਾ ਵੀ ਭਲਾ ਕਰਮ ਕੀਤਾ ਉਹਦਾ ਮੈਨੂੰ ਫਲ ਮਿਲੂਗਾ, ਕੰਨ ਜਿੰਨਾ ਵੀ ਬੁਰਾ ਕੀਤਾ, ਕਿਸੇ ਨਾਲ ਜ਼ਿਆਦਤੀ ਕੀਤੀ ਹੈ ਉਹਦਾ ਵੀ ਫਲ ਮਿਲੂਗਾ, ਸਜ਼ਾ ਮਿਲੂਗੀ। ਤਾਂ ਕਿਸ ਤਰ੍ਹਾਂ ਕਰ ਸਕਦਾ? ਔਰ ਸਿੱਖੀ ਵੀ ਇਹ ਕਹਿੰਦੀ ਹੈ, ਉਹ ਯਾਨੀ ਕਿ ਇਸ ਚੀਜ਼ ਨੂੰ ਅਸੀਂ ਚਾਹੇ ਨਜ਼ਰਅੰਦਾਜ਼ ਕਰ ਦਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਮਕਲੀ ਸ਼ਲੋਕ ਮਹੱਲਾ ਪਹਿਲਾ ਅੰਗ 952 ਤੇ ਹੈ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋ ਤਰੇ ਨਾ ਕੋਏ। ਇਹ ਸੰਸਾਰ 'ਚ ਬਸਣ ਵਾਲੇ ਲੋਕੋ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਤੁਹਾਡੇ ਸਾਰਿਆਂ ਦਾ ਉਸ ਰੱਬ ਦੇ ਦਰ 'ਤੇ ਇੱਕ ਦਿਨ ਲੇਖਾ ਜੋਖਾ ਹੋਣਾ ਜੋ ਤੁਸੀਂ ਕਰਕੇ ਆਏ ਹੋ। ਸ਼ੁਭ ਕਰਨੀ ਤੋਂ ਬਗੈਰ ਕੋਈ ਤਰ ਨਹੀਂ ਸਕੂਗਾ। ਉਸ ਮਾਲਕ ਦੇ ਨਜ਼ਦੀਕ ਸਭ ਤੋਂ ਬੜੀ ਸ਼ੁਭ ਕਰਨੀ ਇਹ ਹੈ ਕਿ ਉਸ ਇੱਕ ਰੱਬ ਦੀ ਪੂਜਾ ਕੀਤੀ ਜਾਵੇ, ਔਰ ਉਸ ਰੱਬ ਦੇ ਨਜ਼ਦੀਕ ਸਭ ਤੋਂ ਬੜੀ ਅਸ਼ੁਭ ਕਰਨੀ ਇਹ ਹੈ ਕਿ ਉਸ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕੀਤੀ ਜਾਵੇ। ਕਿਉਂਕਿ ਅਸੀਂ ਜਦ ਕਿਸੇ ਮੁਲਕ 'ਚ ਜਾਣਾ ਹੁੰਦਾ ਤਾਂ ਉੱਥੇ ਦੇ ਵੀਜ਼ਾ ਲੱਗਣਾ ਜ਼ਰੂਰੀ ਹੁੰਦਾ, ਚਾਹੇ ਉਹ MLA ਹੈ। ਅਗਰ ਉਹਦੇ ਕੋਲ ਵੀਜ਼ਾ ਨਹੀਂ ਲੱਗਿਆ ਹੋਇਆ ਤਾਂ ਉੱਥੇ ਦੀ ਪੁਲਿਸ ਉਹਨੂੰ ਅਰੈਸਟ ਕਰਕੇ ਜੇਲ੍ਹ ਛੱਡ ਦਿੰਦੀ ਹੈ। ਅਗਰ ਉਹਦੇ ਕੋਲ ਵੀਜ਼ਾ ਲੱਗਿਆ ਹੈ, ਚਾਹੇ ਉਹ ਇੱਕ ਰੇਹੜੀ ਲਾਉਂਦਾ ਤਾਂ ਉਹਨੂੰ ਜੀਓ ਆਖਦੇ ਆ। ਇਸੇ ਤਰ੍ਹਾਂ ਹੀ ਰੱਬ ਦੇ ਦਰਬਾਰ 'ਚ ਅਸੀਂ ਪੇਸ਼ ਹੋਵਾਂਗੇ, ਅਗਰ ਇੱਕ ਰੱਬ ਨੂੰ ਮੰਨ ਕੇ ਗਏ ਹੋਵਾਂਗੇ ਤਾਂ ਉਹ ਰੱਬ ਦੀ ਪੁਲਿਸ ਜਿਹੜੀ ਫਰਿਸ਼ਤੇ ਨੇ ਉਹਨੂੰ ਜੀਆਂ ਆਖਣਗੇ। ਅਗਰ ਉਸ ਰੱਬ ਦੇ ਨਾਲ ਕਿਸੇ ਹੋਰ ਦੀ ਪੂਜਾ ਕਰਕੇ ਗਏ ਹੋਵਾਂਗੇ ਤਾਂ ਉਹ ਰੱਬ ਦੇ ਜਿਹੜੇ ਫਰਿਸ਼ਤੇ ਨੇ, ਜਿਹੜੀ ਪੁਲਿਸ, ਉਹਨੂੰ ਅਰੈਸਟ ਕਰਕੇ ਉਹਦੀ ਜੇਲ੍ਹ ਜਿਹੜੀ ਨਰਕ ਸੁੱਟ ਦਿੱਤਾ ਜਾਊਗਾ। ਜੇਕਰ ਅਸੀਂ ਗੱਲ ਕਰੀਏ ਮਲੇਰਕੋਟਲਾ, ਤੇ ਕਹਿੰਦੇ ਨੇ ਕਿ ਦਸਮ ਪਾਤਸ਼ਾਹ ਦਾ ਆਸ਼ੀਰਵਾਦ ਹੈ, ਇਹਨੂੰ ਕਦੇ ਵੀ ਤੱਤੀ ਵਾਰ ਨਹੀਂ ਲੱਗੇਗੀ ਮਲੇਰਕੋਟਲਾ ਵਾਲਿਆਂ ਨੂੰ। ਔਰ ਪਾਕਿਸਤਾਨ ਦੇ ਲੋਕਾਂ ਨਾਲ ਇਹੋ ਜਿਹਾ ਕਿਉਂ ਆ, ਇਹੋ ਜਿਹਾ ਖਾਰ ਕਿਉਂ ਆ? ਅੱਜ ਵੀ ਜਦੋਂ ਵੀ ਕਿਤੇ ਕੋਈ ਭੀੜ ਪੈਂਦੀ ਹੈ ਤਾਂ ਕਹਿੰਦੇ ਪਾਕਿਸਤਾਨ ਤੋਂ ਬੰਬ ਆ ਗਏ, ਪਾਕਿਸਤਾਨ ਤੋਂ ਇਹ ਹੋਇਆ। ਇਹ ਕੌਣ, ਕਿਹੜੀਆਂ ਤਾਕਤਾਂ ਪਿੱਛੇ ਲੱਗੀਆਂ ਹੋਈਆਂ ਨੇ ਜੋ ਦੋ ਦੇਸ਼ਾਂ ਦੇ ਆਪਸੀ ਮੁਹੱਬਤ ਨੂੰ, ਰਿਸ਼ਤੇ ਨੂੰ ਖਰਾਬ ਕਰਦੀਆਂ ਨੇ? ਦੇਖੋ, ਮੈਂ ਕਿਹਾ ਵੀ ਇਸਲਾਮੀ ਸਿੱਖਿਆਵਾਂ ਅਨੁਸਾਰ ਇੰਡੀਆ ਦੇ ਨਹੀਂ, ਪੂਰੀ ਦੁਨੀਆ ਦੇ ਜਿਹੜੇ ਲੋਕ ਨੇ, ਇਨਸਾਨ ਨੇ, ਚਾਹੇ ਉਹ ਕਿਸੇ ਵੀ ਧਰਮ, ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਰੱਬ ਦਾ ਪਰਿਵਾਰ ਕਿਹਾ ਗਿਆ। ਹਦੀਸ ਦਾ ਮਫਹੂਮ ਇਹ ਹੈ ਵੀ ਸਾਰੀ ਲੁਕਾਈ ਰੱਬ ਦਾ ਪਰਿਵਾਰ ਹੈ। ਸਾਰੀ ਲੁਕਾਈ 'ਚੋਂ ਰੱਬ ਨੂੰ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਉਹਦੇ ਪਰਿਵਾਰ ਨਾਲ ਭਲਾ ਸਲੂਕ ਕਰੇ, ਜਾਣੀ ਕਿ ਇਨਸਾਨੀਅਤ ਨਾਲ ਭਲਾ ਸਲੂਕ ਕਰੇ। ਇਸ ਕਰਕੇ ਸਾਡੇ ਲਈ ਤਾਂ ਕੋਈ ਬੰਦਾ, ਕੋਈ ਹੱਦਾਂ ਹੈ ਹੀ ਨਹੀਂ, ਹੈ ਨਾ। ਅਤੇ ਜਿਹੜੀਆਂ ਇਹ ਚੀਜ਼ਾਂ ਨੇ, ਇਹ ਜਿਹੜੇ ਸਿਆਸੀ ਲੋਕ ਨੇ, ਉਹਨਾਂ ਦੀਆਂ ਇਹ ਆਪਣੀ ਸਿਆਸਤ ਨੂੰ ਚਮਕਾਉਣ ਲਈ, ਆਪਣੀ ਕੁਰਸੀ ਨੂੰ
ਚਮਕਾਉਣ ਲਈ ਇਹ ਚਾਲਾਂ ਹੁੰਦੀਆਂ ਨੇ। ਔਰ ਮੈਂ ਉਹਦੇ ਲਈ ਅਕਸਰ ਇੱਕ ਸ਼ੇਰ ਕਹਿਣਾ ਹੁੰਦਾ, ਮੇਰਾ ਜਵਾਬ ਹੀ ਹੈ, ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਸਿਆਸੀ ਲੋਕਾਂ ਦਾ ਕੰਮ ਹੈ ਧਰਮ ਦੇ ਨਾਮ 'ਤੇ, ਕੌਮਾਂ ਦੇ ਨਾਮ 'ਤੇ, ਭਾਸ਼ਾ ਦੇ ਨਾਮ 'ਤੇ, ਇਲਾਕੇ ਦੇ ਨਾਮ 'ਤੇ ਵੰਡੀਆਂ ਪਾ ਕੇ ਆਪਣੀ ਕੁਰਸੀ ਨੂੰ ਚਮਕਾਉਣਾ। ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਅਸੀਂ ਤਾਂ ਇਨਸਾਨੀ ਦੀ ਗੱਲ ਕਰਦੇ ਹਾਂ, ਮੁਹੱਬਤ ਦੀ ਗੱਲ ਕਰਦੇ ਹਾਂ, ਇਹ ਨਫ਼ਰਤ ਦੇ ਹਨੇਰੇ 'ਚ ਪਿਆਰ ਦਾ ਦੀਪ ਜਲਾਉਣ ਦੀ ਗੱਲ ਕਰਦੇ ਹਾਂ। ਗੱਲ ਕਰੀਏ ਤੁਹਾਡੀ ਰਿਸਰਚ ਦੀ, ਤੁਸੀਂ ਕਦੋਂ ਇਹ ਸ਼ੁਰੂ ਕੀਤਾ ਕਾਰਜ ਕਰਨਾ ਕਿ ਅਸੀਂ ਇਹਨੂੰ ਪਹਿਲਾਂ ਸਾਰਿਆਂ ਸਾਹਮਣੇ ਲੈ ਕੇ ਆਈਏ? ਸਭ ਤੋਂ ਪਹਿਲਾਂ ਤਾਂ ਨਵਾਬ ਮਲੇਰਕੋਟਲਾ ਬਾਰੇ, ਵਜ਼ੀਰ ਖਾਂ ਬਾਰੇ, ਫਿਰ ਤੁਸੀਂ ਉਸ ਤੋਂ ਬਾਅਦ ਬੜਾ ਸੋਹਣਾ ਉਪਰਾਲਾ ਕੀਤਾ ਸਿੱਖ ਮੁਸਲਿਮ ਸਾਂਝਾ, ਜੋ ਕਿ ਅਸੀਂ ਦੇਖਦੇ ਹਾਂ ਅਨੰਦਪੁਰ ਸਾਹਿਬ ਧਰਤੀ 'ਤੇ, ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੁਸੀਂ ਜਾਂਦੇ ਹੋ ਉੱਥੇ ਮਿੱਠੇ ਚਾਵਲਾਂ ਦਾ ਲੰਗਰ ਲਗਾਉਂਦੇ ਹੋ। ਤਾਂ ਇਹ ਰਿਸਰਚ ਕਦੋਂ ਸ਼ੁਰੂ ਹੁੰਦੀ ਹੈ, ਕਦ ਮਨ 'ਚ ਫੁਰਨਾ ਉੱਠਦਾ? ਕਿਉਂਕਿ ਤੁਹਾਡੇ ਬਹੁਤ ਸਾਰੇ ਹੋਰ ਵੀ ਮੁਸਲਮਾਨ ਵੀਰ ਨੇ, ਤੁਹਾਡੇ ਭਾਈਚਾਰੇ ਨਾਲ ਸੰਬੰਧਿਤ ਹੋਰ ਵੀ ਲੋਕ ਨੇ, ਪਰ ਉਹ ਐ ਵੀ ਇਸ ਤਰੀਕੇ ਨਾਲ ਖੁੱਲ੍ਹ ਕੇ ਅੱਗੇ ਨਹੀਂ ਆਉਂਦੇ, ਵਜ਼ੀਰ ਖਾਂ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ ਹੈਗੇ। ਦੇਖੋ ਪਤਾ ਕੀ ਗੱਲ ਹੈ, ਇਨਸਾਨ ਇਸਲਾਮ ਇਹ ਕਹਿੰਦਾ ਹੈ ਵੀ ਜ਼ਾਲਮ ਹਾਕਮ ਦੇ ਸਾਹਮਣੇ ਸੱਚੀ ਬਾਤ ਕਹਿਣਾ ਜਹਾਦ ਹੈ। ਮੈਂ ਆਪਣੀ ਇੰਟਰਵਿਊ 'ਚ ਕਿਹਾ ਸੀ ਵੀ ਜਦੋਂ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਲਾਉਣ ਦਾ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ, ਇਸ ਲਈ ਕਿਉਂਕਿ ਜ਼ਾਲਮ ਹਾਕਮ ਦੇ ਸਾਹਮਣੇ ਸੱਚੀ ਬਾਤ ਕਰਨਾ ਜਹਾਦ ਹੈ। ਅਗਰ ਉਹ ਨਾ ਮਾਰਦਾ ਹਾ ਦਾ ਨਾਰਾ ਤਾਂ ਮੁਜਰਮ ਸੀ, ਉਹਨੇ ਸਾਹਿਬਜ਼ਾਦਿਆਂ ਪਰ ਸਿੱਖੀ ਪਰ ਕੋਈ ਅਹਿਸਾਨ ਨਹੀਂ ਕੀਤਾ, ਇਹ ਉਹਦਾ ਧਰਮ ਸੀ, ਠੀਕ ਹੈ ਨੀ। ਅਤੇ ਇਸੇ ਤਰ੍ਹਾਂ ਹੀ ਜਦੋਂ ਮੈਂ ਬਚਪਨ ਸੀ, ਸਾਨੂੰ ਕਹਾਣੀਆਂ ਸੁਣੀਆਂ ਸੀ 47 'ਚ ਐਂ ਹੋਇਆ, ਮਲੇਰਕੋਟਲੇ ਨਹੀਂ ਹੋਇਆ, ਰੱਬ ਦਾ ਸ਼ੁਕਰ ਹੈ, ਬਹੁਤ ਸਾਰੇ ਲੋਕ ਮਾਰੇ ਗਏ, ਕਤਲ ਹੋਇਆ। ਫਿਰ ਥੋੜ੍ਹਾ ਬੜਾ ਹੋਇਆ ਤਾਂ ਪਤਾ ਲੱਗਿਆ ਵੀ ਇਸ ਜਿਹੜੀ ਸਿੱਖੀ ਦੀ ਗੱਲ ਹੈ ਉਹ ਵੀ ਇੱਕ ਰੱਬ ਦੀ ਗੱਲ ਕੀਤੀ ਗਈ ਹੈ ਅਤੇ ਇਸਲਾਮ ਦੀ ਵੀ ਇੱਕ ਰੱਬ ਦੀ ਗੱਲ ਕੀਤੀ ਹੈ। ਫਿਰ ਦੋਵਾਂ ਦਾ ਟਕਰਾਓ ਤਾਂ ਹੋ ਨਹੀਂ ਸਕਦਾ, ਧਰਮ ਦੇ ਆਧਾਰ 'ਤੇ ਟਕਰਾਓ ਨਹੀਂ ਹੋ ਸਕਦਾ। ਸਿਆਸੀ ਟਕਰਾਓ ਤਾਂ ਦੁਨੀਆ ਦੇ ਤਾਂ ਟਕਰਾਓ ਤਾਂ ਦੋ ਸਕੇ ਭਰਾਵਾਂ 'ਚ ਵੀ ਹੋ ਜਾਂਦਾ। ਅਤੇ ਫਿਰ ਮੈਨੂੰ ਸੋਚਿਆ ਵੀ ਇਹਦੇ ਬਾਰੇ ਕੁਝ ਜਾਣਨਾ ਚਾਹੀਦਾ। ਫਿਰ ਜਦੋਂ ਮੈਂ +1 'ਚ ਗਿਆ, 11ਵੀਂ 'ਚ, ਉਸ ਵੇਲੇ 11ਵੀਂ ਹੁੰਦੀ ਸੀ, ਤਾਂ ਮਲੇਰਕੋਟਲੇ ਦੇ ਗਵਰਨਮੈਂਟ ਕਾਲਜ ਖੜ੍ਹੇ ਸੀ, ਮੈਂ ਆਪਣੀ ਕਲਾਸ 'ਚ ਇਕੱਲਾ ਮੁਸਲਿਮ ਸੀ ਅਤੇ ਮੇਰੇ ਨਾਲ 5-6 ਸਟੂਡੈਂਟ ਸੀ, ਜਿਹਦੇ ਵਿੱਚੋਂ ਕੁਛ ਹਿੰਦੂ ਭਰਾ ਥੇ ਅਤੇ ਕੁਛ ਸਿੱਖ ਭਰਾ ਥੇ, ਅਤੇ ਮੈਂ ਇਕੱਲਾ ਮੁਸਲਿਮ ਖੜ੍ਹਾ ਸੀ ਫੁੱਟਬਾਲ ਗਰਾਊਂਡ 'ਚ। ਤਾਂ ਸਾਡੇ ਇੱਕ ਉਸ ਵੇਲੇ ਬੱਚਾ ਪੜ੍ਹਦਾ ਸੀ ਮੇਰੇ ਨਾਲ, ਸਟੂਡੈਂਟ ਨਿਰਮਲ ਸਿੰਘ, ਕੁੱਪ ਕਲਾਂ ਦਾ, ਸਾਡੇ ਨੇੜੇ ਹੀ ਇੱਥੋਂ 8-10 ਕਿਲੋਮੀਟਰ। ਉਹ ਅਸੀਂ ਖੜ੍ਹੇ ਗੱਲ ਕਰ ਰਹੇ ਸੀ, ਪਤਾ ਨਹੀਂ ਕਿਸ ਗੱਲ 'ਤੇ ਟੌਪਿਕ 'ਤੇ ਗੱਲ ਹੋ ਰਹੀ ਸੀ, ਤਾਂ ਉਹ ਦੱਸ ਰਿਹਾ ਸੀ ਆਹ ਕੌਣ ਹੈ ਫਲਾਨਾ, ਆਹ ਕੌਣ ਹੈ ਫਲਾਨਾ, ਆਹ ਕੌਣ ਹੈ ਫਲਾਨਾ। ਜੇ ਉਹਨੇ ਮੇਰੇ ਕਨੇ ਆ ਕੇ ਕਿਹਾ ਆਹ ਕੌਣ ਹੈ, ਮੁਸਲਮਾਨ ਮੇਰੇ ਗੁਰੂ ਦਾ ਬੈਰੀ। ਅਤੇ ਇਹ ਗੱਲ ਮੇਰੇ ਕੰਨਾਂ 'ਚ ਗੂੰਜ, ਮੇਰਾ ਨਾਮ ਨਹੀਂ ਲਿੱਤਾ ਉਹਨੇ। ਇਹਦਾ ਮਤਲਬ ਮੈਨੂੰ ਲੱਗਿਆ ਵੀ ਘਰਾਂ 'ਚ, ਉਸ ਵੇਲੇ ਮੈਂ ਬੱਚਾ ਸੀਗਾ, ਕਿੰਨਾ ਕੁ ਹੁੰਦਾ ਬੰਦਾ 10 ਕਰਕੇ ਜਾਂਦਾ, 15-16 ਸਾਲ ਦਾ ਹੁੰਦਾ ਨਾ। ਆਹਿਸਤਾ ਆਹਿਸਤਾ ਮੇਰੇ ਇਹ ਗੱਲ ਕੰਨਾਂ 'ਚ ਗੂੰਜਦੀ ਰਹੀ, ਮੈਂ ਸੋਚਦਾ ਰਿਹਾ। ਅਤੇ ਫਿਰ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਇਹਦਾ ਮਤਲਬ ਵੀ ਘਰਾਂ 'ਚ ਗੱਲਾਂ ਕਹੀਆਂ ਜਾਂਦੀਆਂ ਨੇ, ਹੈ ਨਾ, ਨਾ ਉਹਨਾਂ ਨੇ ਦੇਖਿਆ ਗੁਰੂ ਸਾਹਿਬ ਨੂੰ, ਨਾ ਮੈਨੇ ਦੇਖਿਆ 300 ਸਾਲ ਪਹਿਲਾਂ ਗੱਲਾਂ ਹੋਈਆਂ ਨੇ, ਅਤੇ ਅੱਜ ਬੱਚਿਆਂ ਨੂੰ ਇਹ ਦੱਸਿਆ ਜਾ ਰਿਹਾ ਘਰਾਂ 'ਚ ਜਾਂ ਸਾਡੇ ਸਥਾਨਾਂ 'ਚ, ਅਤੇ ਇਹ ਨਫ਼ਰਤ ਫੈਲਾਈ ਗਈ ਹੈ ਕਿਸੇ ਤਰ੍ਹਾਂ। ਅਤੇ ਮੈਂ ਬੜਾ ਹੋਇਆ ਤਾਂ ਫਿਰ ਮੈਨੂੰ ਚਾਹਨਾ ਹੋਈ ਵੀ ਮੈਂ ਸਿੱਖੀ ਬਾਰੇ ਜਾਣਾ, ਇਤਿਹਾਸ ਬਾਰੇ ਜਾਣਾ, ਹੈ ਨਾ। ਬਹੁਤ ਸਾਰੀ ਮੈਨੂੰ ਚੀਜ਼ਾਂ ਐਸੀਆਂ ਦਿਖੀਆਂ ਜਿਹਦਾ ਕੋਈ ਲੌਜਿਕ ਹੀ ਨਹੀਂ ਥਾ, ਹੈ ਨਾ। ਅਤੇ ਉਹ ਇੱਕ ਸਿੱਖ ਵਿਦਵਾਨ ਹੋਏ, ਉਹਨਾਂ ਨੇ ਕਿਤਾਬ ਲਿਖੀ ਹੈ ਮੁਸਲਮਾਨ ਕਹਾਵਨ ਮੁਸ਼ਕਿਲ, ਉਹਦੇ ਵਿੱਚ ਉਹਨਾਂ ਨੇ ਬਹਿਲੋਲ ਦਾ ਨਾਂ ਨੂੰ ਗੁਰੂ ਨਾਨਕ ਸਾਹਿਬ ਨਾਲ ਸਮੇਂ ਨਾਲ ਜੋੜਤਾ, ਜਦ ਕਿ ਬਹਿਲੋਲ ਦਾ ਨਾਂ ਗੁਰੂ ਨਾਨਕ ਸਾਹਿਬ ਤੋਂ 400-500 ਸਾਲ ਪਹਿਲਾਂ ਹੋਇਆ। ਅਤੇ ਉਹ ਕਿਤਾਬਾਂ ਲਿਖਦੇ। ਫਿਰ ਮੈਨੂੰ ਲੱਗਾ ਵੀ ਇਤਿਹਾਸ 'ਚ ਬਹੁਤ ਸਾਰੀ ਛੇੜਛਾੜ ਹੋਈ ਹੈ, ਦੇਖੀ ਨਹੀਂ ਗਿਆ, ਜਿੱਥੇ ਦੇਖਿਆ ਕੁਛ ਲਾਤਾ, ਕਿਸੇ ਟੰਗ ਖਿੱਚ ਕੇ, ਕਿਸੇ ਬਾਂਹ ਖਿੱਚ ਕੇ ਲਾਤਾ ਗਿਆ। ਅਤੇ ਮੈਨੇ ਫਿਰ ਇਤਿਹਾਸ ਨੂੰ ਜਿਹੜਾ ਬਣਾਇਆ, ਉਹਦੀ ਕਸਵੱਟੀ ਗੁਰਬਾਣੀ ਨੂੰ ਬਣਾਇਆ, ਠੀਕ ਹੈ ਨਹੀਂ, ਕੁਰਾਨ ਸ਼ਰੀਫ ਨੂੰ ਬਣਾਇਆ, ਅਤੇ ਜਿਹੜੀਆਂ ਚੀਜ਼ਾਂ ਉਹਨਾਂ ਪਰ ਸਹੀ ਉਤਰੀਆਂ। ਫਿਰ ਮੈਨੇ ਇੱਕ ਵਿਦਵਾਨ ਦੇ ਮੁਕਾਬਲੇ 10 ਸਬੂਤ ਇਕੱਠੇ ਕੀਤੇ। ਦੇਖੋ ਦੁਨੀਆ ਦੇ ਦਸਤੂਰ ਹੈ, ਜਿੱਥੇ ਮੈਜੋਰਟੀ ਹੁੰਦੀ ਉਹਦੇ ਬਾਰੇ ਉਹ ਕੀਤਾ ਜਾਂਦਾ ਹੈ ਨਾ, ਅਤੇ ਅਥੈਂਟਿਕ ਨਹੀਂ ਹੈ। ਕਿਸੇ ਨੇ ਕੋਈ ਲਿਖਤਾ, ਕਿਸੇ ਨੇ 2+2=5 ਲਿਖਤੇ, ਅਸੀਂ ਉਹਦੇ ਪਰ ਚੱਲੀ ਜਾ ਰਹੇ ਹਾਂ। ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ 2+2 4 ਹੁੰਦੇ ਨੇ। ਅਤੇ ਇਸੇ ਤਰ੍ਹਾਂ ਮੈਂ ਇਤਿਹਾਸ ਵਿੱਚ ਦੇਖਿਆ ਤਾਂ ਉਹਦੇ ਵਿੱਚ ਤਾਂ ਕਿਤੇ ਵੀ ਇਸਲਾਮ ਦਾ ਔਰ ਸਿੱਖੀ ਦਾ ਟਕਰਾਓ ਨਹੀਂ ਥਾ। ਜੇ ਇਹ ਟਕਰਾਓ ਹੁੰਦਾ ਤਾਂ ਗੁਰੂ ਸਾਹਿਬਾਨ ਦੇ ਜਿਹੜੇ ਮੁਸਲਮਾਨ ਮਰੀਦ ਇੰਨੇ ਕਿਉਂ ਸਾਥੀ ਕਿਉਂ ਹੁੰਦੇ। ਇੱਕ ਪਿੱਛੇ ਜਿਹੀ ਕਿਤਾਬ ਆਈ ਹੈ ਗੱਜਣਵਾਲਾ ਸੁਖਵਿੰਦਰ ਸਿੰਘ ਜੀ ਵੱਲੋਂ, ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ, ਉਹ ਭਰੀ ਪਈ ਹੈ। ਜੇ 5-4, ਮੈਂ ਇੱਕ ਤੁਹਾਨੂੰ ਸਵਾਲ ਕਰਦਾ, ਜੇ 5-4 ਮੁਸਲਮਾਨ ਮਾੜੇ ਹੋਏ ਵੀ ਨੇ ਤਾਂ ਜਿਹੜੇ ਸੈਂਕੜੇ ਤਾਦਾਦ ਮੁਸਲਮਾਨ ਨੇ ਉਹ ਕਿੱਧਰ ਗਏ? ਜੇ 5 ਮੁਸਲਮਾਨ ਨੂੰ ਉਦਾਹਰਨ ਬਣਾ ਕੇ ਅਸੀਂ ਮੁਸਲਮਾਨ ਕੌਣ ਬੁਰਾ ਕਹਿ ਸਕਦੇ ਹਾਂ, ਤਾਂ ਮੈਂ ਸਿੱਖਾਂ ਨੂੰ ਸਵਾਲ ਕਰਦਾ, ਮੈਨੂੰ ਦੱਸਣ ਪ੍ਰਿਥੀ ਚੰਦ ਕੌਣ ਸੀ, ਮੈਨੂੰ ਦੱਸਣ ਸਾਡੇ ਸਾਹਮਣੇ ਜਿਹੜਾ ਹੋਇਆ ਬੇਅੰਤ ਸਿੰਘ ਕੌਣ ਸੀ, ਮੈਨੂੰ ਦੱਸਣ ਚੰਦੂ ਲਾਲ ਕੌਣ ਸੀ, ਮੈਨੂੰ ਦੱਸਣ ਅੱਜ ਦੇ ਦੌਰ 'ਚ KPS ਗਿੱਲ ਕੌਣ ਸੀ, ਮੈਨੂੰ ਦੱਸਣ ਜਿਹਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ, ਸਾਡੇ ਸਾਹਮਣੇ ਦੀ ਗੱਲ ਹੈ, ਉਹ ਤਾਂ ਪੁਰਾਣੀਆਂ ਗੱਲਾਂ ਪਤਾ ਨਹੀਂ ਕੀ ਹੋਈਆਂ ਨੇ, ਹਰਿਮੰਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਢਾਟੇ ਨਹੀਂ ਕੀਤਾ। ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਉਸ ਫੌਜ ਦੀ ਲੀਡ ਕਰ ਰਿਹਾ ਸੀ, ਅਤੇ ਉਹ ਕੌਣ ਸੀ? ਕਿਆ ਇਹਨਾਂ 5-7 ਬੰਦਿਆਂ ਕਰਕੇ ਪੂਰੀ ਸਿੱਖ ਕੌਮ ਨੂੰ ਬੁਰਾ ਕਿਹਾ ਜਾ ਸਕਦਾ ਹੈ?
ਤੇ ਇੱਕ ਸਿੱਖ ਧਰਮ ਨੂੰ ਨਹੀਂ ਕਿਹਾ ਜਾ ਸਕਦਾ ਨਾ, ਤੇ ਫਿਰ ਉਹ ਪੰਜ ਸੱਤ ਮੁਸਲਮਾਨਾਂ ਕਰਕੇ ਪੂਰੇ ਮੁਸਲਮਾਨਾਂ ਨੂੰ ਪੂਰੇ ਇਸਲਾਮ ਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ? ਸਵਾਲ ਦੀ ਉੱਠਦਾ ਨਾ। ਜਦੋਂ ਤੁਹਾਨੂੰ ਉਹਨਾਂ ਨੇ ਇਹ ਤੁਹਾਡੇ ਸਾਥੀ ਨੇ ਗੱਲ ਬੋਲੀ ਉਦੋਂ ਤੁਸੀਂ ਕੁਝ ਨਹੀਂ ਕਿਹਾ, ਤਾਂ ਹੁਣ ਤੁਸੀਂ ਵੱਡੇ ਹੋਏ ਤੁਸੀਂ ਉਹਨਾਂ ਦਾ ਨਾਮ ਦਾ ਜ਼ਿਕਰ ਕੀਤਾ ਕਿ ਉਹ ਨਿਰਮਲ ਸਿੰਘ ਸੀ, ਤਾਂ ਹੁਣ ਕੀ ਉਹਨਾਂ ਦੇ ਮਨ 'ਚ ਸਵਾਲ ਸ਼ੰਕਾ ਦੂਰ ਹੋਇਆ? ਨਹੀਂ, ਮੈਂ ਉਹਨੂੰ ਮੁਲਾਕਾਤ ਨਹੀਂ ਹੋਈ, ਮੈਂ ਸੋਚ ਰਿਹਾ, ਮੈਨੂੰ ਪਤਾ ਲੱਗਿਆ ਪਿੱਛੇ ਜੋ ਕੋਆਪਰੇਟ ਸਿਟੀ ਜੋ ਜਨਰਲ ਮੈਨੇਜਰ ਰਿਟਾਇਰ ਹੋਣੇ, ਮੈਂ ਸੋਚਿਆ ਮੈਂ ਜ਼ਰੂਰ ਜਾ ਕੇ ਮਿਲਣਾ ਚਾਹੀਦਾ, ਸ਼ਾਇਦ ਉਹਦੇ ਯਾਦ ਵੀ ਨਾ ਹੋਵੇ ਇਹ ਗੱਲ ਇਹ, ਲੇਕਿਨ ਮੈਨੂੰ ਲੇਕਿਨ ਇਹ ਵੀ ਹੁਣ ਮੇਰੇ ਬਗੈਰ ਗਏ ਬਹੁਤ ਸਾਰੇ ਲੋਕਾਂ ਨੂੰ ਇਹ ਸੱਚਾਈ ਦਾ ਪਤਾ ਲੱਗ ਗਿਆ, ਉਹ ਸਮਝ ਗਏ ਵੀ ਪਿੱਛੇ ਸ਼ਾਤਰ ਕੌਣ ਹੈ। ਬਹੁਤ ਸਾਰੇ ਲੋਕ ਮੈਨੂੰ ਦੱਸਦੇ ਨੇ, ਉਹ ਸਮਝਦੇ ਨੇ ਵੀ ਸਾਡੀ ਕੋਈ ਲੜਾਈ ਨਹੀਂ ਸੀ। ਜੇ ਲੜਾਈਆਂ ਹੁੰਦੀਆਂ, ਤੁਸੀਂ ਮੈਨੂੰ ਇਹ ਗੱਲ ਦੇਖੋ, ਜੇ ਲੜਾਈਆਂ ਹੁੰਦੀਆਂ ਤਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 7 ਮੁਸਲਮਾਨਾਂ ਦੀ ਬਾਣੀ ਦਰਜ ਕਰਕੇ ਉਹਨੂੰ ਰਹਿੰਦੀ ਦੁਨੀਆ ਤੱਕ ਕਿਉਂ ਲਾਗੂ ਕਰਦੇ? ਕਿਉਂ ਇੱਕ ਸੱਚਾ ਸਿੱਖ ਜਾ ਉੱਠ ਕੇ ਨਤਮਸਤਕ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਕਿਉਂ ਨਤਮਸਤਕ ਹੁੰਦਾ? ਉਹ ਵਿੱਚ ਪਈ ਹੈ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਪੰਜਵੀਂ ਪਾਤਸ਼ਾਹੀ ਇੱਕ ਮੁਸਲਮਾਨ ਸਾਈਂ ਮੀਆਂ ਮੀਰ ਤੋਂ ਕਿਉਂ ਰਖਾਉਂਦੇ? ਤਾਂ ਇੱਕ ਮੁਸਲਮਾਨ ਰਾਏ ਬਲਾਲ ਮੁਹੰਮਦ ਪੱਟੀ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ 93,750 ਵਿਗੇ ਜ਼ਮੀਨ ਕਿਉਂ ਨਾਮ ਅਰਪਣ ਕਰਦਾ? ਅੱਜ ਤੱਕ ਉਹਦੇ ਨਾਮ ਚਲੀ ਆ ਰਹੀ ਹੈ। ਤਾਂ ਇਹ ਕੁਦਰਤ ਵੱਲੋਂ ਹੀ ਸਾਡੀ, ਮੇਰੀ ਕਿਤਾਬ ਜਿਹੜੀ ਸਿੱਖ ਮੂਲ ਸਾਂਝਾ ਉਹਨੂੰ ਅਪਡੇਟ ਹੋ ਕੇ ਆ ਰਹੀ ਹੈ, ਉਹ 'ਚ ਮੈਂ ਲਿਖਿਆ ਵੀ ਸੰਸਾਰ 'ਚ 2 ਕੌਮਾਂ ਅਜਿਹੀਆਂ ਨੇ ਜਿਨ੍ਹਾਂ ਵਿਚਕਾਰ ਇੰਨੀਆਂ ਸਾਂਝਾਂ ਨੇ ਕਿ ਸੰਸਾਰ ਦੀਆਂ ਬਾਕੀ ਕੌਮਾਂ ਦੇ ਵਿਚਕਾਰ ਹੈ ਹੀ ਨਹੀਂ। ਉਹਦੇ ਵਿੱਚ ਮੈंने ਰੂਹਾਨੀ ਸਾਂਝਾਂ ਦੀ ਗੱਲ ਕੀਤੀ ਹੈ, ਹਾਂਜੀ, ਸਰੀਰਕ ਸਾਂਝਾਂ ਦੀ ਗੱਲ ਕੀਤੀ ਹੈ, ਸਿਧਾਂਤਕ ਸਾਂਝਾਂ ਦੀ ਗੱਲ ਕੀਤੀ ਹੈ, ਇਤਿਹਾਸਕ ਸਾਂਝਾਂ ਦੀ ਗੱਲ ਕੀਤੀ ਹੈ। ਤੁਸੀਂ ਦੇਖੋ ਵੀ ਗੁਰੂ ਨਾਨਕ ਸਾਹਿਬ ਵਾਲੇ ਇਸ ਸੰਸਾਰ 'ਚ ਉਹਨਾਂ ਦਾ ਆਗਮਨ ਨਹੀਂ ਹੋਇਆ, ਸਿੱਖੀ ਦੀ ਹੋਂਦ ਹੀ ਨਹੀਂ ਹੋਈ, ਤਾਂ ਸਾਡੇ ਸਾਂਝਾਂ ਸ਼ੁਰੂ ਹੋ ਗਈਆਂ ਨੇ। ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਨੂੰ ਗੁਰੂ ਸਾਹਿਬ ਦੀ ਬਸ਼ਾਰਤ ਦਿੰਦਾ, ਖੁਸ਼ਖਬਰੀ ਦਿੰਦਾ ਉਹਨਾਂ ਦੇ ਆਉਣ ਦੀ ਵੀ ਤੁਹਾਡੇ ਘਰ ਐਸਾ ਬਾਲਕ ਪੈਦਾ ਹੋਊਗਾ। ਇਸ ਤੋਂ ਬੜੀ ਕੀ ਚੀਜ਼ ਹੋ ਸਕਦੀ ਹੈ? ਸਿੱਖੀ ਦੀ ਹੋਂਦ ਨਹੀਂ ਹੋਈ, ਗੁਰੂ ਨਾਨਕ ਸਾਹਿਬ ਦੁਨੀਆ 'ਚ ਆਏ ਨਹੀਂ ਹੈ, ਤੇ ਮੁਸਲਮਾਨਾਂ ਵੱਲੋਂ, ਕਿਉਂਕਿ ਕੁਦਰਤ ਵੱਲੋਂ ਸਾਂਝਾਂ ਸਾਡੀਆਂ ਤੈਅ ਕਰ ਦਿੱਤੀਆਂ ਗਈਆਂ ਸੀਆਂ, ਅਤੇ ਕੁਦਰਤ ਦੇ ਬਣਾਏ ਨੂੰ ਕੋਈ ਮਿਟਾ ਨਹੀਂ ਸਕਦਾ। ਹਾਂ, ਤੁਸੀਂ ਝੂਠ ਨਾਲ, ਧੋਖੇ ਨਾਲ ਸੱਚ ਨੂੰ ਕੁਝ ਦੇਰ ਵਾਸਤੇ ਛੁਪਾ ਤਾਂ ਸਕਦੇ ਹੋ, ਪਰ ਮਿਟਾ ਨਹੀਂ ਸਕਦੇ। ਸੱਚ ਨੇ ਹਮੇਸ਼ਾ ਜਿੱਤ ਸੱਚ ਦੀ ਹੁੰਦੀ ਹੈ। ਕੂੜ ਨਿਖੱਟੇ ਨਾਨਕਾ ਓੜਕ ਸੱਚ ਰਹੀ, ਅਖੀਰ ਨੂੰ ਜਿੱਤ ਸੱਚ ਦੀ ਹੁੰਦੀ ਹੈ। ਆ ਦੇਖੋ, ਸੱਚ ਦੀ ਜਿੱਤ ਹੋ ਰਹੀ ਹੈ, ਅਤੇ ਸਾਡੇ ਸਿੱਖਾਂ ਦੇ ਮੁਸਲਮਾਨਾਂ ਦੇ ਫਿਰ ਗਲਪੱਕੀਆਂ ਪੈ ਰਹੀਆਂ ਨੇ, ਫਿਰ ਅਸੀਂ ਮਿਲ ਰਹੇ ਹਾਂ। ਉਹ ਦੇਖੋ, ਜਦੋਂ ਪੰਜਾਬ ਪਾਕਿਸਤਾਨ 'ਚ ਔਰ ਇੰਡੀਆ 'ਚ ਪੰਜਾਬ ਮਿਲਦੇ ਲੋਕ, ਉਹ ਕਿਵੇਂ ਭੁੱਬਾਂ ਮਾਰ ਕੇ ਰੋਂਦੇ ਨੇ। ਇਹ ਉਹ ਪਿਆਰ ਸੀ ਜਿਹੜਾ ਗੁਰੂ ਸਾਹਿਬਾਨ ਨੇ ਕਾਇਮ ਕੀਤਾ ਸੀਗਾ। ਉਹ ਇੱਕ ਝੂਠ ਸੀ ਜਿਹੜਾ ਵਕਤੀ ਤੌਰ 'ਤੇ ਆਇਆ ਦੌਰ ਐਸਾ, ਅਤੇ ਉਹ ਖਤਮ ਹੋ ਗਿਆ। ਪਰ ਮੈਂ ਤੁਹਾਡੀ ਰਿਸਰਚ ਦੀ ਗੱਲ ਕਰਾਂ, ਅਸੀਂ ਬਹੁਤ ਪੜ੍ਹਦੇ ਹਾਂ, ਰਿਸਰਚਾਂ ਕਰਕੇ ਜਾਂਦੇ ਹਾਂ, ਪਰ ਨਾ ਕਈ ਵਾਰ ਫੰਬਲ ਮਾਰ ਜਾਈਦਾ ਜਾਂ ਸਾਨੂੰ ਨਹੀਂ ਯਾਦ ਹੁੰਦਾ। ਅਸੀਂ ਬਾਣੀ ਪੜ੍ਹਦੇ ਹਾਂ ਤਾਂ ਠੀਕ, ਉਹ 'ਤੇ ਅਮਲ ਕਰਨਾ ਬੜਾ ਜ਼ਰੂਰੀ ਹੋ ਜਾਂਦਾ, ਪਰ ਸਾਨੂੰ ਨਾ ਸ਼ਬਦ ਨਹੀਂ ਪਤਾ ਹੁੰਦਾ ਕਿ ਇਹ ਸ਼ਬਦ ਇਸ ਅੰਗ 'ਤੇ ਮੌਜੂਦ ਹੋਏਗਾ। ਅਸੀਂ ਨਾ ਸ਼ਾਇਦ ਕਦੇ ਗੌਰ ਨਹੀਂ ਕਰਦੇ ਹੈਗੇ, ਜਾਂ ਪੜ੍ਹਦੇ ਹਾਂ ਤਾਂ ਠੀਕ, ਅਸੀਂ ਉਹਨੂੰ ਆਪਣੀ ਕੁਛ ਜਵਾਬ ਚਾਹੀਦੇ ਹੁੰਦੇ ਤਾਂ ਜਵਾਬ ਲੈ ਲੈਂਦੇ ਮਹਾਰਾਜ ਤੋਂ, ਹੈ ਨਾ, ਕਿ ਸਾਨੂੰ ਜਵਾਬ ਚਾਹੀਦੇ ਆ। ਪਰ ਜਦੋਂ ਤੁਹਾਨੂੰ ਨਿੱਕੀ ਨਿੱਕੀ ਗੱਲ, ਤੁਸੀਂ ਪਤਾ ਨਹੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਤੁਹਾਨੂੰ ਫਲਾਣੀ ਕਿਤਾਬ ਦਾ ਪੰਨਾ ਨੰਬਰ ਵੀ ਪਤਾ ਹੁੰਦਾ ਹੈ, ਅਤੇ ਇੰਨਾ ਯਾਦ ਰੱਖਣਾ ਸੌਖਾ ਹੁੰਦਾ? ਇਹ ਸੌਖਾ ਤਾਂ ਨਹੀਂ ਹੁੰਦਾ, ਇਹਦੇ 'ਚ ਮੇਰਾ ਕੋਈ ਕਮਾਲ ਨਹੀਂ, ਉਹ ਸੱਚੇ ਸਾਹਿਬ ਦਾ, ਉਸ ਰੱਬ ਦਾ ਇਹ ਮਿਹਰ ਹੈ ਮੇਰੇ ਪਰ। ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਵੀ ਪਹਿਲਾਂ ਕਿਸੇ ਮੁਸਲਮਾਨ ਨੇ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ, ਇਹ ਰੱਬ ਨੇ ਮੇਰੀ ਕਿਸਮਤ 'ਚ ਲਿਖਿਆ ਹੋਇਆ ਸੀ, ਅਤੇ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ, ਖੁਸ਼ਨਸੀਬ ਸਮਝਦਾ ਕਿ ਰੱਬ ਨੇ ਮੈਨੂੰ ਇਹ ਬਲ ਬਖਸ਼ਿਆ, ਅਤੇ ਮੈਂ ਉਹਦੇ ਬੰਦਿਆਂ 'ਚ ਜੋੜਨ ਦਾ ਕੰਮ ਕਰ ਰਿਹਾ, ਹੈ ਨਾ, ਸਾਡੀ ਸੰਸਥਾ ਕਰ ਰਹੀ ਹੈ, ਅਤੇ ਇਹ ਉਹਦੀ ਉਹ ਮਿਹਰ ਹੈ। ਬਾਕੀ ਸਹੀ ਗੱਲ ਨਹੀਂ ਯਾਦ ਰਹਿੰਦਾ ਹੈਗਾ, ਇਹ ਉਹਦੀ ਬਖਸ਼ਿਸ਼ ਹੈ। ਪਰ ਜਿਹਦੇ ਪਰ ਉਹਦੀ ਬਖਸ਼ਿਸ਼ ਹੋ ਜਾਏ, ਉਹ ਤਾਂ ਫਿਰ ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ। ਇਹ ਉਹਦੀ ਬਖਸ਼ਿਸ਼ ਸੀ ਕਿ ਅਸੀਂ ਜਾ ਕੇ 1 ਸਾਲ ਲੰਗਰ ਲਾਇਆ ਬਾਰਡਰ 'ਤੇ ਕਿਸਾਨਾਂ ਲਈ, ਅਤੇ ਹੁਣ ਵੀ ਜਦੋਂ ਸ਼ਹੀਦੀ ਜੋੜ ਮੇਲ ਹੁੰਦਾ ਹੈ ਜਾਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੁੰਦਾ, ਅਸੀਂ ਲੰਗਰ ਲਾਉਂਦੇ ਹਾਂ। ਇਹ ਉਸੇ ਕੜੀ ਦਾ ਇੱਕ ਸਿੱਟਾ ਹੈ ਜਿਹੜੀ ਰੱਬ ਨੇ ਸਾਨੂੰ ਬਖਸ਼ੀ ਹੈ, ਤਾਂ ਕਿ ਅਸੀਂ ਇਸ ਨੂੰ ਜੋੜ ਨੂੰ ਵਧਾ ਸਕੀਏ ਔਰ ਪਿਆਰ ਵੰਡ ਕੇ ਜਾਈਏ ਦੁਨੀਆ 'ਚੋਂ। ਨਫ਼ਰਤਾਂ ਵੰਡਣ ਵਾਲੇ ਤਾਂ ਬਹੁਤ ਨੇ, ਨਫ਼ਰਤਾਂ ਦੇ ਹਨੇਰੇ ਦਾ ਫੈਲਾਉਣ ਵਾਲੇ ਨਫ਼ਰਤ ਦੇ ਹਨੇਰੀਆਂ ਬਹੁਤ ਚਲਾ ਰਹੇ ਨੇ, ਲੇਕਿਨ ਕੋਈ ਤਾਂ ਹੋਵੇ, ਜਿਵੇਂ ਪਹਿਲਾਂ ਕਿਹਾ, ਜਿਹੜਾ ਪਿਆਰ ਦੀ ਗੱਲ ਕਰੇ, ਪਿਆਰ ਦਾ ਦੀਪ ਜਲਾਵੇ। ਅਤੇ ਅਸੀਂ ਉਸ ਰੱਬ ਦੇ, ਸੱਚੇ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਕਿ ਰੱਬ ਨੇ ਸਾਨੂੰ ਇਸ ਕੰਮ ਲਈ ਚੁਣਿਆ ਹੈ। ਬਿਲਕੁਲ ਜੀ, ਆਖਰੀ ਸਵਾਲ ਹੋਏਗਾ ਕਿ ਹੁਣ ਅਸੀਂ ਇੰਤਜ਼ਾਰ ਕਰਾਂਗੇ ਪੰਚਮ ਪਾਤਸ਼ਾਹ ਜਿਹੜੀ ਤੁਸੀਂ ਬੁੱਕ ਲਿਖ ਰਹੇ ਹੈਗੇ ਹੋ, ਔਰ ਪਹਿਲਾਂ ਵੀ ਇਹਨਾਂ ਦੀਆਂ ਬੁੱਕਸ ਆ ਚੁੱਕੀਆਂ ਨੇ, ਤਾਂ ਹੁਣ ਇੱਕ ਖਾਸ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ। ਪਹਿਲੇ ਮੁਸਲਮਾਨ ਹੋਣਗੇ ਜਿਸ ਤਰੀਕੇ ਨਾਲ ਕਿਤਾਬਾਂ ਐਵੇਂ ਲਿਖਦੇ ਨੇ, ਪੂਰਾ ਖੋਜ ਕੇ ਕਿ ਤੁਸੀਂ ਕਿੰਨਾ ਗਲਤ ਇਤਿਹਾਸ ਪੜ੍ਹ ਰਹੇ ਹੋ, ਪਰ ਆਹ ਚੀਜ਼ਾਂ ਤੁਹਾਨੂੰ ਜਿਹੜੇ ਗਲਤ ਦਿੱਤੀਆਂ ਗਈਆਂ ਨੇ, ਇਹਨੂੰ ਪੜ੍ਹ ਕੇ ਦੇਖੋ ਇੱਕ ਵਾਰ। ਤਾਂ ਹੁਣ ਪੰਚਮ ਪਾਤਸ਼ਾਹ ਤੁਹਾਡੀ ਬੁੱਕ ਆ ਰਹੀ ਹੈ, ਤਾਂ ਕਦ ਤੱਕ ਰਿਲੀਜ਼ ਤੁਸੀਂ ਕਰੋਗੇ? ਦੇਖੋ, ਗੱਲ ਇਹ ਹੈ ਨਾ, ਮੈਨੂੰ ਉਹਦੇ 'ਚ ਸ਼ੁਰੂ 'ਚ ਲਿਖਿਆ ਹੈ ਵੀ ਮੈਂ ਨਾ ਤਾਂ ਕਿਸੇ ਦੀ ਬੇਜਾ ਹਮਾਇਤ ਕਰ ਰਿਹਾ, ਨਾ ਕਿਸੇ ਨੂੰ ਨਿਰਦੋਸ਼ ਸਿੱਧ ਕਰ ਰਿਹਾ, ਬਲਕਿ ਸਿੱਖ ਲਿਟਰੇਚਰ ਦੇ ਆਧਾਰ 'ਤੇ ਹੀ ਉਹ ਇਤਿਹਾਸਿਕ ਘਟਨਾਵਾਂ ਪੇਸ਼ ਕਰ ਰਹੇ ਹਾਂ ਜੋ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਵਰਣਨ ਕੀਤੀਆਂ ਨੇ, ਤਾਂ ਕਿ ਸਾਨੂੰ ਤਸਵੀਰ ਦਾ ਦੂਸਰਾ ਕੋਈ ਸਾਡੇ ਸਾਹਮਣੇ ਆ ਜਾਵੇ, ਫਿਰ ਜਿਸ ਦੀ ਅਸੀਂ ਰੋਸ਼ਨੀ 'ਚ ਸੱਚ ਆਪਣਾ ਫੈਸਲਾ ਕਰ ਸਕੀਏ। ਉਹ ਮੇਰੀ ਕਿਤਾਬ ਦਾ ਨਾਮ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ, ਇਸੇ ਕਰਕੇ ਰੱਖਿਆ। ਔਰ ਮੁਸਲਮਾਨਾਂ ਦੇ ਵਿੱਚ ਕੀ ਰੋ ਰਿਹਾ, ਉਹ ਮੇਰੀ ਕਿਤਾਬ ਛਪ ਚੁੱਕੀ ਹੈ, ਕਈ ਮਹੀਨੇ ਹੋ ਗਏ,
ਮੈਂ ਜੱਥੇ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਉਹ ਇਸ ਕਿਤਾਬ ਨੂੰ ਰਿਲੀਜ਼ ਕਰ ਦੇਣ। ਬਸ ਰਿਲੀਜ਼ ਹੀ ਹੋਣੀ ਹੈ ਅਤੇ ਉਹਦੇ ਵਿੱਚ ਉਹ ਖੁਲਾਸੇ ਨੇ ਜਿਹੜੇ ਹੁਣ ਤੱਕ ਸਾਡੇ ਸਮਝ ਨਹੀਂ ਆਏ ਹੈਗੇ, ਔਰ ਉਹ ਸੱਚਾਈਆਂ ਨੇ ਜਿਹੜੀਆਂ ਸਿੱਖ ਇਤਿਹਾਸਕਾਰਾਂ ਨੇ, ਸਿੱਖ ਵਿਦਵਾਨਾਂ ਨੇ ਆਪ ਹੀ ਵਰਣਨ ਕੀਤੀਆਂ ਨੇ। ਲੇਕਿਨ ਇਹ ਹੈ ਵੀ ਵਕਤ ਦੇ ਹਾਕਮਾਂ ਨੇ ਜਾਂ ਸਮੇਂ ਦੀਆਂ ਸਰਕਾਰਾਂ ਨੇ ਜਾਣ-ਬੁੱਝ ਕੇ ਉਹਨੂੰ ਛੁਪਾਈ ਰੱਖਿਆ ਤਾਂ ਕਿ ਸੱਚਾਈ ਸਾਹਮਣੇ ਨਾ ਆ ਜਾਵੇ। ਜਿਵੇਂ ਪਿੱਛੇ ਜੀ ਕਿਤਾਬ ਛਪੀ ਸੀ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਭਾਈ ਨਰਿੰਦਰ ਸਿੰਘ ਭਲੇਰ ਦੀ 1966 ਬਟਾਲੇ ਤੋਂ, ਉਹ ਬੈਨ ਕਰ ਦਿੱਤੀ ਗਈ ਸੀ। ਉਹਦੇ ਵਿੱਚ ਉਹਨੇ ਸਾਫ਼ ਲਿਖਿਆ ਹੈ ਨਾ, ਜੋ ਹੋਏ ਨੇ ਉਹਦੇ ਵਿੱਚ ਦੱਸਿਆ ਵੀ ਇਹਦੇ ਵਿੱਚ ਮੁਸਲਮਾਨਾਂ ਦਾ ਕੋਈ ਰੋਲ ਨਹੀਂ, ਜਿਹੜੇ ਗੁਰੂ ਸਾਹਿਬ ਦੀ ਲੜਾਈਆਂ ਸੀ ਉਹ ਤਾਂ ਹਿੰਦੂ ਪਹਾੜੀ ਰਾਜਾਂ ਦਾ ਰੋਲ ਸੀ ਸਾਰਾ, ਉਹਨਾਂ ਦੇ ਹੀ ਚੱਲਦਾ ਹੋਇਆ ਅੱਗੇ ਆਏ, ਕਿਉਂਕਿ ਉਹ ਗੁਰੂ ਸਾਹਿਬ ਦੀ ਸ਼ਾਨ ਨੂੰ, ਉਹਨਾਂ ਦੀ ਰਹਿਣ ਸਹਿਣ ਨੂੰ, ਉਹਨਾਂ ਦੀ ਠਾਠ ਬਾਠ ਨੂੰ ਸਹਿਣ ਨਹੀਂ ਕਰਦੇ ਥੇ, ਉਹ ਸਾੜਾ ਕਰਦੇ ਥੇ, ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਪਰ ਹੱਲਾ ਬੋਲਿਆ ਸੀਗਾ। ਅਤੇ ਉਹ ਹੈ ਵੀ ਲੇਕਿਨ ਉਹ ਕਿਤਾਬ ਮੈਨੂੰ ਕਿਤੋਂ ਮਿਲ ਗਈ ਸੀ, ਮੈਨੂੰ ਉਹਦੇ ਵਿੱਚ ਬਹੁਤ ਸਾਰੇ ਹਵਾਲੇ ਕੀਤੇ ਨੇ। ਇਸੇ ਤਰ੍ਹਾਂ ਦੀ ਮੇਰੀ ਇਹ ਕਿਤਾਬ ਹੈ ਜਿਹੜੀ ਸ਼੍ਰੀ ਗੁਰੂ ਅਰਜਨ ਦੇਵ ਸ਼ਹੀਦੀ ਦਾ ਕੌੜਾ ਸੱਚ, ਉਹਦੇ ਵਿੱਚ ਵੀ ਐਸੇ ਖੁਲਾਸੇ ਹੋਣਗੇ। ਜੀ ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਦਾ, ਆਨੰਦ ਆਉਂਦਾ ਜਦੋਂ ਤੁਸੀਂ ਇਹ ਬੜਾ ਵਧੀਆ ਜ਼ਿਕਰ ਕਰਦੇ ਹੋ, ਦੋਨਾਂ ਕੌਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਆਪਸੀ ਮੁਹੱਬਤ ਦੀ ਸਾਂਝ ਜਿਹੜੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਇਹ ਸੀ ਪਿਆਰੀ ਜੀ ਮੁਲਾਕਾਤ ਡਾਕਟਰ ਨਸੀਰ ਅਖਤਰ ਹੋਣਾ ਦੇ ਨਾਲ। ਤੇ ਹੁਣ ਪੰਚਮ ਪਾਤਸ਼ਾਹ ਜਿਹੜੀ ਬੁੱਕ ਆ ਰਹੀ ਹੈ ਤਾਂ ਇਹਨੂੰ ਪਲੀਜ਼ ਇਹ ਵੀ ਜ਼ਰੂਰ ਕਵਾਂਗੇ ਤਾਂ ਕਿਤੇ ਇਹ ਨਾ ਕਹਿ ਦਿਓ ਕਿ ਹਿੰਦੂ ਧਰਮ ਬਾਰੇ ਲਿਖ ਦਿੱਤਾ ਗਿਆ, ਐਵੇਂ ਦੀ ਕੋਈ ਗੱਲ ਨਹੀਂ। ਪਹਾੜੀ ਰਾਜਾਂ ਦਾ ਜ਼ਿਕਰ ਹੋਏਗਾ, ਜਿਸ ਦਸਮ ਪਾਤਸ਼ਾਹ ਦੇ ਨਾਲ ਜੋ ਹੁਣ ਪਹਾੜੀ ਰਾਜਾਂ ਨੇ ਜੋ ਯੁੱਧ ਛੇੜਿਆ ਸੀ ਉਹਦਾ ਜ਼ਿਕਰ ਹੈ, ਨਾ ਕਿ ਹਿੰਦੂ ਕੌਮ ਨੂੰ, ਨਾ ਸਿੱਖ ਕੌਮ ਨੂੰ, ਨਾ ਇਸਲਾਮਿਕ ਕੌਮ ਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਹ ਬਸ ਉਹ ਆ ਜੋ ਅਸੀਂ ਲੋਕਾਂ ਨੇ ਆਪ ਹੀ ਵੰਡਿਆ, ਅਸੀਂ ਲੋਕਾਂ ਨੇ ਆਪ ਹੀ ਵੰਡੀਆਂ ਪਾਲੀਆਂ, ਅਸੀਂ ਆਪ ਹੀ ਧਰਮ ਬਣਾ ਲਏ, ਅਸੀਂ ਆਪ ਹੀ ਜਾਤਾਂ ਬਣਾ ਲਈਆਂ। ਸੋ ਆਸ ਕਰਦੇ ਹਾਂ ਕਿ ਇਸ ਇੰਟਰਵਿਊ ਨੂੰ ਬੇਹੱਦ ਪਸੰਦ ਵੀ ਕਰੋਗੇ, ਸ਼ੇਅਰ ਵੀ ਕਰੋਗੇ, ਇਹਨਾਂ ਗੱਲਾਂ ਤੇ ਅਮਲ ਵੀ ਕਰੋਗੇ ਤੇ ਆਪਸੀ ਮੁਹੱਬਤ ਦਾ ਇੱਕ ਪੈਗਾਮ ਵੀ ਸਾਰਿਆਂ ਦੇ ਵਿੱਚ ਪਹੁੰਚਾਓਗੇ। ਹੁਣ ਤੁਹਾਡੇ ਤੋਂ ਸਲਾਮਾਂ ਗਿਆ ਸਹਿਯੋਗੀ ਕ੍ਰਿਸ਼ਨ ਕੁਮਾਰ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।